ਹਰਿਮੰਦਰ ਸਾਹਿਬ ਵਿੱਚ ਸਿਰਫ ਕੇਵਲ ਭਾਈ ਵੀਰ ਕਿਉਂ ਕੀਰਤਨ ਕਰਦੇ ਨੇ, ਉਹਨਾਂ ਨੂੰ ਔਰਤਾਂ ਨੂੰ ਕਿਉਂ ਅਧਿਕਾਰ ਨਹੀਂ ਦਿੱਤਾ ਜਾਂਦਾ ਕੀਰਤਨ ਦਾ? ਬੀਬੀਆਂ ਦੇ ਕੀਰਤਨ ਨਾ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਬੀਬੀਆਂ ਨੂੰ ਪਹਿਲਾਂ ਗੁਰਮਤਿ ਸੰਗੀਤ ਵਿੱਚ ਟ੍ਰੇਨਿੰਗ ਹੀ ਨਹੀਂ ਸੀ ਦਿੱਤੀ ਜਾਂਦੀ, ਔਰ ਇਹੀ ਕਾਰਨ ਹੈ ਕਿ ਜਿਹੜਾ ਸਾਡਾ ਨੌਜਵਾਨ ਹੈ ਅੱਜ ਉਹ ਗੁਰਦੁਆਰੇ ਨਹੀਂ ਆ ਰਿਹਾ। ਤਾਂ ਉੱਥੇ ਉਹਨਾਂ ਨੇ ਜਵਾਬ ਦਿੱਤਾ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿ ਤੁਸੀਂ ਬਾਹਰ ਦੇ ਗੁਰਦੁਆਰੇ ਚੋਂ 5-7 ਬੰਦੇ ਹੱਟੇ ਕੱਟੇ ਲੈ ਕੇ ਜਾਓ, ਉਹਨਾਂ ਦੇ ਹੱਡ ਗੋਡੇ ਭੰਨ ਕੇ ਲਿਆਓ। ਮੈਂ ਕਿਹਾ ਗਿਆਨੀ ਜੀ, ਮੈਨੂੰ ਇੰਜ ਲੱਗਦਾ ਕਿ ਤੁਸੀਂ ਇਸਦੀ ਹਿਮਾਇਤ ਕਰਦੇ ਪਏ ਹੋ ਕਿ ਗੁਰਦੁਆਰਿਆਂ ਦਾ ਪ੍ਰਬੰਧ ਇਹੋ ਜਿਹੇ ਲੋਕਾਂ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ, ਤਾਂ ਕਿ ਕੱਲ ਨੂੰ ਜਿਹੜੀ ਪਨੀਰੀਆਂ ਹੈਗੀਆਂ ਨੇ ਸ਼ਰਾਬ ਵੱਲ ਵਧਣ, ਉਹ ਗੁਰੂ ਘਰ ਵਿੱਚ ਨਾਣ, ਗੁਰੂ ਨਾਲ ਨਾ ਜੁੜ ਸਕਣ। ਭੈਣ ਜੀ, ਇਹ ਗੱਲਾਂ ਤਾਂ ਤੁਸੀਂ ਐਵੇਂ ਜੀਆਂ ਲੈ ਕੇ ਖੜ ਕੇ ਬੈਠ ਗਏ ਹੋ। ਕੋਈ ਦੂਸਰਾ ਸਵਾਲ ਕਰੋ, ਭੈਣ ਜੀ ਨੂੰ ਬਿਠਾਓ। ਜੇ ਹੁਣ ਸਾਡੀ ਗੱਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਐਜ਼ ਏ ਜਥੇਦਾਰ ਗੁਰੂ ਅਕਾਲ ਤਖਤ ਸਾਹਿਬ ਸਿਰਮੌਰ ਹਸਤੀ ਨੇ, ਉਹਨਾਂ ਦੇ ਕੋਲ ਸਿੱਖ ਸੰਗਤਾਂ ਆਪਣੇ ਸਵਾਲਾਂ ਨੂੰ ਲੈ ਕੇ ਗਈਆਂ ਨੇ, ਤੇ ਜੇ ਉਹ ਵੀ ਇਹਦਾ ਸਮਾਧਾਨ ਨਹੀਂ ਕੱਢ ਸਕਦੇ ਨੇ, ਫਿਰ ਸਿੱਖ ਕੌਮ ਕਿੱਥੇ ਜਾਵੇਗੀ? ਉਹ ਫਿਰ ਸਾਡੀ ਸਿੱਖ ਬੱਚਿਆਂ ਨੂੰ ਆਪਣੇ ਅੰਦਰ ਵਸ ਵਿੱਚ ਲੈ ਕੇ ਪਿਆਰ ਦਾ ਨਾਟਕ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ, ਧਰਮ ਬਦਲਾਵ ਕਰਦੇ ਨੇ, ਫਿਰ ਜਾ ਕੇ ਬਾਜ਼ਾਰਾਂ ਵਿੱਚ ਪਾਕਿਸਤਾਨ ਵਿੱਚ ਇੱਧਰ ਉੱਧਰ ਜਾ ਕੇ ਵੇਚ ਆਉਂਦੇ ਨੇ। ਉਹ ਵਾਪਸ ਕਦੀ ਆਪਣੇ ਮਾਪਿਆਂ ਨੂੰ ਨਹੀਂ ਦੇਖ ਸਕਦੀਆਂ ਨੇ। ਜਦੋਂ ਇੱਕ ਪਰਿਵਾਰ ਦੀ ਬੱਚੀ ਪੁਰਾਏ ਪੈਦਾ ਸ਼ੁਰੂ ਹੁੰਦੀ ਹੈ, ਉਹਦੇ ਮਾਪਿਆਂ ਨੂੰ ਕਿਉਂ ਨਹੀਂ ਪਤਾ ਲੱਗਦਾ? ਜੇ ਗੈਰ ਧਰਮ ਦੇ ਮੁੰਡੇ ਇੰਨੇ ਪਰਪੱਕ ਕਰਨ ਕਿ ਉਹ ਸਾਡੀਆਂ ਬੱਚੀਆਂ ਨੂੰ ਆਪਣੇ ਧਰਮ 'ਚ ਲੈ ਜਾਂਦੇ ਨੇ, ਸਾਡੀ ਬੱਚੀਆਂ ਦੀ ਕਮਜ਼ੋਰੀ ਦਾ ਕੌਣ ਜ਼ਿੰਮੇਵਾਰ ਹੈ? ਉਹ ਕਹਿੰਦੀ ਜੀ ਮੇਰਾ ਜਿਹੜਾ ਪਿਓ ਹੈ ਨਾ, ਉਹ ਮੇਰੀ ਮਾਂ ਨੂੰ ਕੁੱਟਦਾ ਹੈ, ਤੇ ਉਹਦੇ ਵਾਸਤੇ ਇਹ ਮਾਮੂਲੀ ਗੱਲ ਸੀ ਕਿ ਜਿਹੜਾ ਸਿੱਖ ਬੰਦਾ ਹੈ ਉਹ ਆਪਣੀ ਘਰ ਦੀ ਨੂੰ ਕੁੱਟਦਾ ਹੈ। ਉਹ ਕਹਿੰਦੀ ਜੀ ਮੈਨੂੰ ਨਹੀਂ ਇਹੋ ਜਿਹਾ ਘਰ ਵਾਲਾ ਚਾਹੀਦਾ। ਜਿੱਥੇ ਦਾ ਪ੍ਰਬੰਧ ਠੀਕ ਨਹੀਂ, ਜਿੱਥੇ ਦਾ ਨਿਜ਼ਾਮ ਠੀਕ ਨਹੀਂ, ਉੱਥੇ ਲੋਕਲ ਸਿੱਖ ਕੀ ਕਰ ਰਹੇ? ਜੇ ਲੋਕਲ ਸਿੱਖ ਵੀ ਉਹਨਾਂ ਦੀ ਹਾਂ ਵਿੱਚ ਹਾਂ ਭਰਦੇ ਪਏ ਨੇ, ਫਿਰ ਕਿਹਦੇ ਕੋਲ ਜਾਇਆ ਜਾਏ? ਮੈਂ ਤੁਹਾਡੀ ਬਿਲਕੁਲ ਗੱਲ ਨਾਲ ਬਿਲਕੁਲ ਸਹਿਮਤ ਹਾਂ, ਗੱਲ ਤੁਹਾਡੀ ਬਿਲਕੁਲ ਠੀਕ ਮੰਨਣ ਵਾਲੀ ਹੈ, ਪਰ ਸਤਿਗੁਰੂ ਦੇ ਸਾਹਮਣੇ ਬੈਠ ਕੇ ਸਤਿਗੁਰੂ ਦੀ ਸੱਚੀ ਸੁੱਚੀ ਸੰਗਤ YouTube ਤੇ ਤਾਂ ਨਹੀਂ ਮਿਲ ਸਕਦੀ। ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਉੱਪਰ ਬੁੱਤ ਬਣਿਆ ਹੈ ਤੇ ਬੁੱਤ ਦੇ ਬਿਲਕੁਲ ਪੈਰ ਦੇ ਥੱਲੇ ਗੁਰੂ ਮਹਾਰਾਜ ਦੀ ਇਹ ਪਾਵਨ ਪੰਕਤੀ, ਸ਼ਬਦ ਦੀ ਪੰਕਤੀ ਲਿਖੀ ਹੋਈ ਹੈ। ਕਿਉਂਕਿ ਸੋਸ਼ਲ ਮੀਡੀਆ ਤੇ ਇਸਦਾ ਕਾਫੀ ਵਿਰੋਧ। ਇਹੋ ਜਿਹੇ ਸਵਾਲਾਂ ਦੇ ਮੇਰੇ ਕੋਲ ਜਵਾਬ ਨਹੀਂ ਹਨ, ਕਿਉਂਕਿ ਅਸੀਂ ਅਖਬਾਰਾਂ ਦੇ ਵਿੱਚ ਜਦੋਂ ਦੇਖਦੇ ਹਾਂ ਧਰਮ ਸੰਬੰਧੀ ਲੇਖ ਲਿਖੇ ਹੁੰਦੇ, ਉਹਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ, ਮੁੜ ਅਸੀਂ ਅਖਬਾਰਾਂ ਰੱਦੀ ਵਿੱਚ ਵੀ ਵੇਚਦੇ ਆ। ਇਹ ਕਿਹੜਾ ਕਿਸੇ ਦਾ ਪੈਰ ਹੈਗਾ ਜੀ? ਮੂਰਤ ਹੈ, ਪੈਰ ਤਾਂ ਨਹੀਂ ਹੈ ਕਿਸੇ ਦਾ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਹੜਾ ਵੀ ਪੱਤਰਕਾਰ ਹੈ ਜਾਂ ਜਿਹੜਾ ਵੀ ਬੰਦਾ ਹੈ, ਉਹ ਆਪਣੇ ਐਂਗਲ ਤੋਂ ਉਸ ਗੱਲ ਨੂੰ ਘੁਮਾ ਕੇ ਬਾਤ ਦਾ ਪਤੰਗੜ ਬਣਾ ਦਿੰਦਾ। ਸਰਕਾਰ ਨੇ ਕਾਨੂੰਨ ਬਣਾਏ, ਸਰਕਾਰ ਦੇ ਖਿਲਾਫ ਮੁਲਕ ਦਾ ਕਿਸਾਨ ਬੈਠਾ ਹੋਇਆ ਤੇ ਜਥੇਦਾਰ ਦਾ ਤਾਂ ਮਤਲਬ ਹੀ ਕੋਈ ਨਹੀਂ ਵਿਚਾਰਦਾ। ਇਹ ਸਵਾਲ ਹੀ ਗਲਤ ਹੈ। ਤੇ ਜੇ ਅਸੀਂ ਹੁਣ ਇੱਥੇ ਸੋਚੀਏ ਕਿ ਜਿਹੜਾ ਬੁੱਤ ਲਗਾਉਣਾ ਸੀਗਾ, ਇਹ ਗੁਰੂ ਘਰ ਦੇ ਨਾਲ ਬਿਲਕੁਲ ਰਿਲੇਟਡ ਨਹੀਂ ਹੈਗਾ, ਕੋਈ ਧਰਮ ਦਾ ਕੰਮ ਨਹੀਂ ਹੈਗਾ, ਫਿਰ ਵੀ ਗਿਆਨੀ ਜੀ ਇੰਨੀ ਦੂਰ ਪੰਜਾਬ ਤੋਂ ਇੰਗਲੈਂਡ ਦੀ ਧਰਤੀ ਤੇ ਆ ਗਏ ਉਦਘਾਟਨ ਕਰਨ ਵਾਸਤੇ। ਇਹ ਕਿਤੇ ਧਰਮ ਦੇ ਵਿੱਚ ਤਾਂ ਨਹੀਂ ਲਿਖਿਆ ਹੋਇਆ ਕਿ ਜਥੇਦਾਰ ਸਾਹਿਬ ਜੀ ਉੱਥੇ ਉਦਘਾਟਨ ਕਰਨੇ ਜਾ ਸਕਦੇ ਨੇ, ਕਿਉਂਕਿ ਇਹ ਧਰਮ ਦਾ ਕੰਮ ਨਹੀਂ ਸੀ ਹੈਗਾ। ਉਹਦੇ ਵਿੱਚ ਜੇ ਮੁਸਲਿਮ ਲੀਗ ਉਸ ਵੇਲੇ ਪੰਜਾਬ ਵਿੱਚ ਸਰਕਾਰ ਬਣਾ ਲੈਂਦੀ ਤੇ ਜਿੰਨਾ ਪੰਜਾਬ ਦਿੱਲੀ ਤੱਕ ਹੈਗਾ, ਉਹ ਸਾਰੇ ਦਾ ਸਾਰਾ ਪਾਕਿਸਤਾਨ ਵਿੱਚ ਚਲੇ ਜਾਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਸਾਡੇ ਨਾਲ ਜੁੜ ਚੁੱਕੇ ਨੇ ਇੱਕ ਬੜੀ ਹੀ ਵਧੀਆ ਸ਼ਖਸੀਅਤ। ਮਾਣ ਕਰਨ ਨੂੰ ਦਿਲ ਕਰਦਾ ਹੈ ਤੇ ਮਾਣ ਮਹਿਸੂਸ ਹੀ ਬਹੁਤ ਹੁੰਦਾ ਐਸੀ ਸ਼ਖਸੀਅਤਾਂ ਤੇ ਜੋ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜਨ, ਗੱਲਬਾਤ ਕਰਨ। ਅਸੀਂ ਸਾਡੇ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਅਸੀਂ ਵੀਰਾਂ ਨੂੰ ਲੈ ਕੇ ਆਉਂਦੇ ਹਾਂ, ਵੀਰ ਸਾਡੇ ਨਾਲ ਗੱਲ ਕਰਦੇ ਨੇ। ਤੇ ਜਿੱਥੇ ਅੱਜ
ਗੁਰੂ ਨਾਨਕ ਦੀ ਬਖਸ਼ੀ ਹੋਈ ਐਸੀ ਦਾਤ ਜਿਹਨੂੰ ਵਰਦਾਨ ਮਿਲਿਆ ਮਾਈਆਂ ਰੱਬ ਰਚਾਈਆਂ। ਸਾਡੇ ਕੋਲ ਸਤਿਕਾਰਯੋਗ ਬੀਬੀ ਕਿਰਨਜੋਤ ਕੌਰ ਜੀ, ਜੋ ਸੀਨੀਅਰ ਮੈਂਬਰ ਸਟੈਟੂਟਰੀ ਟਰੱਸਟ, ਜੋ ਇਤਿਹਾਸਕ ਗੁਰਦੁਆਰੇ ਦੀ ਸੇਵਾ ਸੰਭਾਲ ਕਰਦੇ ਹਨ। ਇਹਨਾਂ ਦੇ ਪਿਛੋਕੜ ਇਹ ਬਹੁਤ ਵੱਡੀ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਇਹਨਾਂ ਦਾ ਬਹੁਤ ਗੂੜਾ ਨਾਤਾ ਰਿਸ਼ਤਾ ਹੈ। ਮਾਸਟਰ ਤਾਰਾ ਸਿੰਘ ਜੀ ਦਾ ਜਦੋਂ ਨਾਂ ਲੈਂਦੇ ਕਈ ਵਾਰੀ ਅਸੀਂ ਕਈ ਗੱਲਾਂ ਮਨ ਵਿੱਚ ਆਉਂਦੀਆਂ ਨੇ, ਪਰ ਜਦੋਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਮਾਸਟਰ ਤਾਰਾ ਸਿੰਘ ਜੀ ਦਾ, ਉਹਨਾਂ ਦੇ ਬਾਰੇ ਜਾਣਦੇ ਹਾਂ, ਤਾਂ ਮਨ ਦੇ ਅੰਦਰ ਖੁਸ਼ੀ ਤੇ ਮਨ ਅੰਦਰੋਂ ਦਿਲੋਂ ਸੱਚ ਆਖੀਏ ਮਾਣ ਕਰਨੇ ਨੂੰ ਮਹਿਸੂਸ ਕਰਦਾ ਕਿ ਮਾਣ ਐਸੀਆਂ ਹਸਤੀਆਂ ਦੇ ਜਿਨ੍ਹਾਂ ਦੀ ਬਦੌਲਤ, ਜਿਨ੍ਹਾਂ ਨੇ ਜੰਗਾਂ ਲੜ ਕੇ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਲੜ ਕੇ, ਹੱਕ ਦੀਆਂ ਗੱਲਾਂ ਕਰਕੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਪਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਦੁਨੀਆ ਦੇ ਸਾਹਮਣੇ ਉਹਨਾਂ ਦਾ ਸੱਚ ਸਾਹਮਣੇ ਨਹੀਂ ਲਿਆਇਆ ਜਾਂਦਾ, ਕਿਉਂਕਿ ਇਹ ਲੀਡਰਸ਼ਿਪ ਹੀ ਇਹੋ ਜਿਹੀ ਹੈਗੀ ਹੈ। ਉਸ ਲੀਡਰਸ਼ਿਪ ਨੂੰ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰੀਏ ਲੀਡਰਸ਼ਿਪ ਨੂੰ ਧੱਕਾ ਮਾਰੀਏ ਜਾਂ ਇਹਦੇ ਨਾਲ ਲੜੀਏ ਕਿ ਸੱਚ ਸਾਹਮਣੇ ਲਿਆਇਆ ਜਾਵੇ, ਪਰ ਉਹਨਾਂ ਨੂੰ ਆਪਣੀ ਲੀਡਰਸ਼ਿਪ ਚਾਹੀਦੀ, ਤੇ ਲੀਡਰਾਂ ਨੇ ਕਦੀ ਵੀ ਕਿਸੇ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਤੇ ਨਾ ਹੀ ਲਿਆਇਆ ਜਾਵੇਗਾ ਫਿਊਚਰ ਦੇ ਵਿੱਚ। ਇਹ ਲੀਡਰਸ਼ਿਪ ਹੁੰਦੀ, ਰਾਜਨੀਤੀ ਹੁੰਦੀ ਇਸ ਤਰੀਕੇ ਦੀ ਹੈ। ਬਹੁਤ ਗੰਦੀ ਰਾਜਨੀਤੀ ਖੇਡੀ ਜਾਂਦੀ ਹੈ, ਕਿਸੇ ਦੇ ਮਲਾਲ ਨੂੰ ਖਰਾਬ ਕਰਕੇ ਉਹਨੂੰ ਡੇਗਣਾ, ਕਿਸੇ ਦੀ ਇੱਜ਼ਤ ਨੂੰ ਪੈਰਾਂ ਥਲੇ ਰੋਣ ਦੇਣਾ। ਪਰ ਸੱਚ, ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਸੱਚ ਤਾਂ ਸੱਚ ਹੀ ਹੈ, ਹਮੇਸ਼ਾ ਸੱਚ। ਹਜ਼ਾਰ ਵਾਰੀ ਇੱਕ ਸੱਚ ਨੂੰ ਸੱਚ ਬੋਲੋ ਤਾਂ ਸੱਚ ਰਹੇਗਾ, ਤੇ ਝੂਠ ਦੇ ਉੱਪਰ ਹਜ਼ਾਰ ਝੂਠ ਬੋਲੋ ਤਾਂ ਵੀ ਉਹ ਝੂਠ ਦੇ ਗੱਲਾਂ ਹਮੇਸ਼ਾ ਬਦਲਦੀਆਂ ਰਹਿਣਗੀਆਂ, ਟਿੱਪਣੀਆਂ ਬਦਲਦੀਆਂ ਰਹਿੰਦੀਆਂ ਨੇ। ਸੋ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਜੋ ਰਿਲੇਟਡ ਹਸਤੀ ਸਾਡੇ ਨਾਲ ਜੁੜ ਚੁੱਕੇ ਨੇ, ਬੀਬੀ ਕਿਰਨਜੀਤ ਕੌਰ ਜੀ। ਮਾਸਟਰ ਤਾਰਾ ਸਿੰਘ ਜੀ ਦੇ ਬਾਰੇ ਵੀ ਦੱਸੀ ਤੁਹਾਨੂੰ ਥੋੜਾ ਜਿਹਾ ਬਰੀਫਲੀ, ਕਿ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਰੱਖੀ ਸੀ, ਤੇ ਜੋ ਇਸ ਸਮੇਂ ਹੁਣ ਉਹਨਾਂ ਨੂੰ 100 ਸਾਲ ਹੋ ਚੁੱਕੇ ਹਨ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸੈਕਟਰੀ ਦੀ ਪੋਸਟ ਤੇ ਹਨ। ਤੇ ਇਹਨਾਂ ਦੇ ਬਾਰੇ ਹੋਰ ਬਹੁਤ ਕੁਝ ਕਰਨਾ ਤੇ ਆਪਾਂ ਹੌਲੀ ਹੌਲੀ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਕਰਦੇ ਜਾਵਾਂਗੇ। She is represented Sh੍ਰੋਮਣੀ ਗੁਰਦੁਆਰਾ ਪ੍ਰਬੰਧਕ committee interfaith dialogues at various international platform, including the Parliament of World। ਤੇ ਇਹ ਗੁਰਮਤਿ ਵਿਦਿਆਲੇ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ, ਜਿੱਥੇ ਬੱਚਿਆਂ ਨੂੰ, ਅਨਾਥ ਬੱਚਿਆਂ ਨੂੰ 18 ਸਾਲ ਤੱਕ ਗੁਰਮਤਿ ਵਿਦਿਆ, ਕੀਰਤਨ ਸਿਖਲਾਈ ਅਤੇ ਹੋਰ ਲੈਕਚਰ ਵੀ ਦਿੰਦੇ ਰਹੇ ਸਨ। ਸੋ ਇਹ ਇਹਨਾਂ ਦੀਆਂ ਸੇਵਾਵਾਂ ਹਨ। ਆਓ ਸਭ ਤੋਂ ਪਹਿਲਾਂ ਬੀਬੀ ਕਿਰਨਜੋਤ ਕੌਰ ਜੀ ਨੂੰ ਪੰਜਾਬੀ ਵਿਰਾਸਤ ਤੇ ਇਸ ਮੰਚ ਤੇ ਇਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਅਤੇ ਇਹਨਾਂ ਦਾ ਦਿਲੋਂ ਨਿੱਘਾ ਸਵਾਗਤ ਕਰਦੇ ਹਾਂ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਪੰਜਾਬੀ ਵਿਰਾਸਤ ਤੇ USA ਦੇ ਚੈਨਲ ਤੇ। ਬਹੁਤ ਮਿਹਰਬਾਨੀ। ਸੋ ਜਿਵੇਂ ਆਪ ਜੀ ਇਸ ਸਮੇਂ ਸਟੈਟੂਟਰੀ ਟਰੱਸਟ, ਜੋ ਇਤਿਹਾਸਕ ਗੁਰਦੁਆਰਾ ਦੀ ਸੇਵਾ ਸੰਭਾਲਦੇ ਆਪ ਜੀ ਮੈਂਬਰ ਹੋ, ਆਪ ਕਰਦੇ ਹੋ, ਇਹਦੇ ਬਾਰੇ ਥੋੜਾ ਜਿਹਾ ਆਪ ਜੀ ਆਪਣੇ ਬਾਰੇ ਚਾਨਣਾ ਪਾਓ। ਤੁਹਾਡਾ ਪਿਛੋਕੜ ਜਨਮ ਕਿੱਥੋਂ ਹੋਇਆ ਸੀਗਾ, ਤੇ ਤੁਸੀਂ ਕਿਹੜੀਆਂ ਸੇਵਾਵਾਂ ਇਸ ਸਮੇਂ ਹੋਰ ਕਰ ਰਹੇ ਹੋ, ਕਿਹੜੀ ਪੋਸਟ ਤੇ ਤੁਸੀਂ ਹੈਗੇ ਹੋ? ਮੈਂ ਜਿਸ ਟਰੱਸਟ ਦੀ ਗੱਲ ਕਰ ਰਹੀ ਹਾਂ ਉਹਨੂੰ ਆਮ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਮੇਰੇ ਨਾਨਾ ਜੀ ਮਾਸਟਰ ਤਾਰਾ ਸਿੰਘ ਉਹਨਾਂ ਦੇ ਫਾਊਂਡਰ ਮੈਂਬਰਸ ਵਿੱਚੋਂ ਸਨ, ਤੇ ਪਹਿਲੇ ਮੇਰਾ ਖਿਆਲ ਹੈ ਸ਼ਾਇਦ ਸੈਕਟਰੀ ਵੀ SGPC ਦੇ ਸੀ। ਉਸ ਤੋਂ ਬਾਅਦ ਤਾਂ ਬੜਾ ਸਮਾਂ ਪ੍ਰਧਾਨ ਰਹੇ, ਅਕਾਲੀ ਦਲ ਦੇ ਪ੍ਰਧਾਨ ਰਹੇ। ਬੜਾ ਲੰਬਾ ਇਤਿਹਾਸ ਹੈ ਉਹਨਾਂ ਦਾ। ਉਸ ਤੋਂ ਬਾਅਦ ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਅੰਮ੍ਰਿਤਸਰ ਦੇ ਵਿੱਚ ਹੀ ਪੈਦਾ ਹੋਈ, ਆਪਣੇ ਨਾਨਕੇ ਘਰ ਹੀ। ਔਰ ਮੈਂ ਫਿਜ਼ਿਕਸ ਦੇ ਵਿੱਚ, ਫਿਜ਼ਿਕਸ ਆਨਰਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਤੇ ਮੇਰਾ ਕੋਈ ਇਹੋ ਜਿਹਾ ਗਰੂਮਿੰਗ ਨਹੀਂ ਸੀ, ਟ੍ਰੇਨਿੰਗ ਨਹੀਂ ਸੀ ਕਿ ਮੈਂ ਪੋਲੀਟਿਕਸ ਵਿੱਚ ਆਉਣਾ ਹੈ ਜਾਂ ਮੈਂ ਧਾਰਮਿਕ ਖੇਤਰ ਦੇ ਵਿੱਚ ਆਉਣਾ ਹੈ। ਮੈਂ ਤਾਂ ਆਪਣੇ ਆਪ ਨੂੰ ਕਿਸੇ ਹੋਰ ਖੇਤਰ ਵਾਸਤੇ ਤਿਆਰ ਕਰ ਰਹੀ ਸੀ। ਪਰ ਕਹਿੰਦੇ ਨਾ, ਜਿਸ ਤਰ੍ਹਾਂ ਕੁਦਰਤ ਨੇ ਜਿਸ ਤਰ੍ਹਾਂ ਰਾਹ ਲਿਖਿਆ ਹੁੰਦਾ, ਸੋ ਸੱਚੇ ਪਾਤਸ਼ਾਹ ਨੇ ਉਹ ਸਮਾਂ ਲਿਆਂਦਾ ਕਿ ਮੈਨੂੰ ਸ਼੍ਰੋਮਣੀ ਕਮੇਟੀ ਦੀ ਜਿਹੜੀ 17 ਸਾਲ ਬਾਅਦ ਇਲੈਕਸ਼ਨ ਹੋਈ ਸੀ 1996 ਦੇ ਵਿੱਚ ਤੇ 96 ਦੇ ਵਿੱਚ, ਉਹਦੇ ਵਿੱਚ ਅੰਮ੍ਰਿਤਸਰ ਸ਼ਹਿਰ, ਜਿੱਥੇ ਕਿ ਹਰਿਮੰਦਰ ਸਾਹਿਬ ਸਥਿਤ ਹੈ ਤੇ ਹੋਰ ਇਤਿਹਾਸਿਕ ਗੁਰਦੁਆਰੇ, ਸੋ ਉਸ ਕੌਂਸਟੀਚੁਐਂਸੀ ਦੇ ਵਿੱਚੋਂ ਮੈਨੂੰ ਪਹਿਲੀ ਵਾਰ ਮੈਂਬਰ ਬਣਨ ਦਾ ਮੌਕਾ ਮਿਲਿਆ। ਫਿਰ ਉਸ ਤੋਂ ਬਾਅਦ 96 ਤੋਂ ਬਾਅਦ ਮੈਂ ਲਗਾਤਾਰ ਮੈਂਬਰ ਚੱਲੀ ਆ ਰਹੀ ਹਾਂ।
ਵਿੱਚ मतलब ਉਹ ਵੀ ਸਾਰਿਆ ਸੀ। आप पहली औरत हो जो इस पोस्ट ते विराजमान होए हो। ਨਹੀਂ, ਸ਼੍ਰੋਮਣੀ ਕਮੇਟੀ ਦੇ ਮੈਂਬਰ 30 ਹੋਰ ਹੈਗੇ ਨੇ। हाँ जी। ਪਰ ਬਤੌਰ ਜਨਰਲ ਸਕੱਤਰ ਇਹ ਪਰਮਾਤਮਾ ਨੇ ਮੇਰੇ ਤੇ ਬਖਸ਼ਿਸ਼ ਕੀਤੀ ਕਿ 2 ਸਾਲ ਮੈਨੂੰ ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਦੇ ਅਹੁਦੇ ਦੇ ਉੱਪਰ ਵੀ ਸੇਵਾ ਕਰਨ ਦਾ ਮੌਕਾ ਮਿਲਿਆ। ਸੋ ਇਸ ਵਕਤ ਮੈਂ ਮੈਂਬਰ ਹਾਂ। जी ठीक है, मतलब मेरा कहने ਦਾ ਭਾਵ ਮਤਲਬ ਹੈ ਕਿ ਜਿਹੜੀ ਕਿ ਔਮਨ ਤੇ ਮੈਨਸ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਐਜ਼ ਅ ਬਤੌਰ ਔਰਤ, ਆਪ ਜੀ ਉਹ ਪਹਿਲੇ ਮੈਂਬਰ ਹੋ ਜੋ ਕਿ ਇਸ ਪੋਸਟ ਉੱਪਰ ਬੈਠੇ ਹੋ, ਜਾਂ ਨਹੀਂ ਹੋਰ ਵੀ ਔਰਤਾਂ ਦਾ ਇਸ ਇਹਦੇ ਵਿੱਚ ਸਹਿਯੋਗ ਹੋਏਗਾ? ਨਹੀਂ, ਜਿਹੜੀ ਜਨਰਲ ਸਕੱਤਰ ਦੀ ਪੋਸਟ ਹੈ ਉਹਦੇ ਉੱਪਰ ਤਾਂ 100 ਸਾਲਾ ਇਤਿਹਾਸ ਵਿੱਚ ਮੈਂ ਵਾਹਦ ਔਰਤ ਹਾਂ ਜਿਹੜੀ ਕਿ ਜਨਰਲ ਸਕੱਤਰ ਰਹੀ ਹੈ। ਪ੍ਰਧਾਨ ਬੀਬੀ ਜਗੀਰ ਕੌਰ ਵੀ ਰਹੇ ਹੈਗੇ ਨੇ ਔਰ ਹੁਣ ਵੀ ਕਮੇਟੀ ਦੇ ਪ੍ਰਧਾਨ ਹਨ। ਜੀ ਉਹੀ ਗੱਲ ਹੈ ਕਿ ਕਿਤੇ ਨਾ ਕਿਤੇ ਸਾਡੀਆਂ ਮਾਵਾਂ ਭੈਣਾਂ ਨੇ, ਬੀਬੀਆਂ ਨੇ, ਆਪ ਦੀਆਂ ਸਤਿਕਾਰਯੋਗ ਬੀਬੀਆਂ ਮਾਤਾਵਾਂ ਨੇ ਇਸ ਤੱਕ ਮੁਕਾਮ ਤੱਕ ਆਪਣਾ ਪਹੁੰਚਾ ਦਿੱਤਾ ਹੈਗਾ ਕਿ ਜਿੱਥੇ ਔਰਤ ਤੇ ਮਰਦ ਇਕੁਆਲਿਟੀ ਨਾਲ ਇੱਕ ਮੋਢੇ ਨਾਲ ਕੰਮ ਤੇ ਸੇਵਾਵਾਂ ਵਿੱਚ ਹਰ ਪਾਸੇ ਹਿੱਸਾ ਪਾ ਸਕਦੀਆਂ ਨੇ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਖੁਸ਼ੀ ਹੁੰਦੀ ਹੈ ਕਿ ਇੱਕ ਔਰਤ ਜਦੋਂ ਕਿਸੇ ਪੋਸਟ ਤੇ ਪਹੁੰਚਦੀ ਹੈ ਤੇ ਬਾਕੀ ਔਰਤਾਂ ਜਿਹੜੀਆਂ ਮੇਰੇ ਵਰਗੀਆਂ ਘਰ ਅਸੀਂ ਬੈਠੇ ਹੁੰਦੇ ਆ ਤੇ ਸਾਨੂੰ ਲੱਗਦਾ ਜੀ ਇਹ ਬੀਬੀ ਕਿਰਨਜੋਤ ਕੌਰ ਇਸ ਪੋਸਟ ਤੱਕ ਪਹੁੰਚ ਸਕਦੀ ਨੇ, ਕਿਉਂ ਨਹੀਂ ਅਸੀਂ ਵੀ ਕੁਝ ਪੜ੍ਹੀਏ, ਕੁਝ ਕਰੀਏ ਤੇ ਅੱਗੇ ਵਧੀਏ ਤੇ ਆਪਣੇ ਮਾਤਾ ਪਿਤਾ ਦਾ, ਆਪਣੇ ਵੱਡੇ ਵਡੇਰਿਆਂ ਦਾ ਨਾਮ ਰੋਸ਼ਨ ਕਰੀਏ। ਤੇ ਮੈਂ ਆਪ ਜੀ ਨੂੰ ਆਪ ਜੀ ਦੇ ਵਿਦਿਆਲੇ ਬਾਰੇ ਵੀ ਥੋੜਾ ਪੁੱਛਣਾ ਚਾਹਾਂਗੀ। ਉਸ ਵਿਦਿਆਲੇ ਦਾ ਕੀ ਪ੍ਰੋਸੀਜਰ ਹੈ ਕਿ ਉੱਥੇ ਹਰ ਕੋਈ ਆ ਕੇ ਸਿੱਖ ਸਕਦਾ ਹੈ ਜਾਂ ਆਪ ਜੀ ਹਰ ਇੱਕ ਨੂੰ ਟ੍ਰੇਨਿੰਗ ਦਿੰਦੇ ਹੋ ਕਿ ਜੋ ਹਰਿਮੰਦਰ ਸਾਹਿਬ ਦੇ ਵਿੱਚ ਐਜ਼ ਏ ਬਤੌਰੇ ਰਾਗੀ ਜੱਥਾ ਕੀਰਤਨੀ ਕਥਾ ਕਰਨ, ਜਾਂ ਕੋਈ ਸਪੈਸ਼ਲ ਬੱਚੇ ਹੁੰਦੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਹੁੰਦੇ ਨੇ? ਜਿਹੜਾ ਸ਼੍ਰੋਮਣੀ ਕਮੇਟੀ ਦਾ ਜਥੇਬੰਦੀ ਹੈ, ਢਾਂਚਾ ਆਰਗੇਨਾਈਜੇਸ਼ਨ ਦਾ, ਇਹਦੇ ਵਿੱਚ ਸਾਡੇ ਕੋਲ ਮਿਸ਼ਨਰੀ ਕਾਲਜ ਹੈ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਜਿਹੜਾ ਨਨਕਾਣਾ ਸਾਹਿਬ ਦੇ ਸ਼ਹੀਦ ਹਨ ਉਹਨਾਂ ਦੀ ਯਾਦ ਦੇ ਵਿੱਚ 1921 ਵਿੱਚ ਰੱਖਿਆ ਗਿਆ ਸੀ। ਸੋ 100 ਸਾਲ ਦਾ ਸਮਾਂ ਇਸ ਕਾਲਜ ਨੂੰ ਵੀ ਹੋ ਗਿਆ ਤੇ ਉਸ ਕਾਲਜ ਦੇ ਵਿੱਚ ਪ੍ਰਚਾਰਕ, ਉਹਦੇ ਵਿੱਚ ਰਾਗੀ, ਉਹਦੇ ਵਿੱਚ ਤਬਲਾ ਵਾਦਕ, ਇਹ ਸਾਰੇ ਟ੍ਰੇਨ ਕੀਤੇ ਜਾਂਦੇ ਨੇ ਔਰ ਉਹਨਾਂ ਫਿਰ ਬਾਅਦ ਦੇ ਵਿੱਚ ਕੁਝ ਆਪਣੇ ਲੈਵਲ ਦੇ ਉੱਪਰ ਸੇਵਾਵਾਂ ਨਿਭਾਉਂਦੇ ਨੇ। ਬਹੁਤ ਸਾਰੇ ਐਸੇ ਵੀ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਸੇਵਾ ਦਾ ਮੌਕਾ ਮਿਲਦਾ ਹੈ ਔਰ ਕੁਝ ਉਹਨਾਂ ਦੇ ਵਿੱਚੋਂ ਹੁੰਦੇ ਨੇ ਜਿਹੜੇ ਦਰਬਾਰ ਸਾਹਿਬ ਤੱਕ ਪਹੁੰਚਦੇ ਨੇ। ਪਰ ਰਾਗੀ ਜਥੇ ਇਹਨਾਂ ਮਿਸ਼ਨਰੀ ਕਾਲਜਸ ਤੋਂ ਬਾਅਦ ਵੀ ਆਉਂਦੇ ਹੈਗੇ, ਬਾਹਰੋਂ ਵੀ ਆਉਂਦੇ ਹੈਗੇ, ਉਹ ਵੀ ਕੋਈ ਟੈਸਟ ਹੁੰਦਾ ਹੈ, ਅਗਰ ਟੈਸਟ ਕਲੀਅਰ ਕਰਨ ਤੇ ਆ ਸਕਦੇ ਨੇ। ਤੇ ਇਹਦੇ ਵਿੱਚ ਮੈਂ ਬੀਬੀਆਂ ਦੇ ਬਾਰੇ ਪੁੱਛਾਂਗੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਬੀਬੀਆਂ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਰੱਖਦੀਆਂ ਨੇ, ਇਹਦਾ ਕੀ ਸਿਰਫ ਸਾਡੇ ਵੀਰ ਹੀ ਕੀਰਤਨ ਕਰ ਸਕਦੇ ਨੇ? ਕਿਉਂਕਿ ਇਹ ਸਵਾਲ ਪੁੱਛਣ ਤੇ ਬਹੁਤ ਦਾਤ ਵਿੱਚ ਸਾਡੇ ਜਦੋਂ ਵਿਚਰਨੇ ਆ ਉੱਥੇ ਬੱਚੇ ਬੱਚੀਆਂ ਸਵਾਲ ਬਹੁਤ ਜ਼ਿਆਦਾ ਉਠਾਉਂਦੇ ਨੇ ਕਿ ਹਰਿਮੰਦਰ ਸਾਹਿਬ ਵਿੱਚ ਸਿਰਫ ਕੇਵਲ ਭਾਈ ਵੀਰ ਕਿਉਂ ਕੀਰਤਨ ਕਰਦੇ ਨੇ, ਉਹਨਾਂ ਨੂੰ ਔਰਤਾਂ ਨੂੰ ਕਿਉਂ ਅਧਿਕਾਰ ਨਹੀਂ ਦਿੱਤਾ ਜਾਂਦਾ ਕੀਰਤਨ ਦਾ? ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹ ਤਾਂ ਜਿਹੜੇ ਸਮੇਂ ਦੇ ਪ੍ਰਬੰਧਕ ਹਨ ਉਹਨਾਂ ਤੇ ਨਿਰਭਰ ਹੈ ਕਿ ਉਹ ਇਜਾਜ਼ਤ ਦਿੰਦੇ ਨੇ ਕਿ ਨਹੀਂ ਦਿੰਦੇ, ਕਿਉਂਕਿ ਸਿਧਾਂਤਕ ਤੌਰ ਤੇ ਬੀਬੀਆਂ ਨੂੰ ਇਹੋ ਜਿਹੀ ਕੋਈ ਰੋਕ ਨਹੀਂ ਹੈ ਔਰ ਮੈਂ ਨਹੀਂ ਸਮਝਦੀ ਕਿ ਕੋਈ ਵੀ ਐਸਾ ਗੁਰਦੁਆਰਾ ਹੋਏਗਾ ਜਿੱਥੇ ਬੀਬੀਆਂ ਕੀਰਤਨ ਨਹੀਂ ਕਰ ਰਹੀਆਂ ਜਾਂ ਜਿੱਥੇ ਵਾਕ ਨਹੀਂ ਲੈ ਰਹੀਆਂ, ਅਰਦਾਸ ਨਹੀਂ ਕਰ ਰਹੀਆਂ, ਸਾਰੇ ਕਾਰਜ ਕਰ ਰਹੀਆਂ। ਕੇਵਲ ਦਰਬਾਰ ਸਾਹਿਬ ਨੂੰ ਬੀਬੀਆਂ ਤੋਂ ਦੂਰ ਰੱਖਣਾ ਇਹ ਕਿਸੇ ਵੀ ਤਰੀਕੇ ਮੁਨਾਸਬ ਨਹੀਂ ਹੈ। ਮੈਂ ਇਹ ਜਿਹੜੀ ਗੱਲ ਹੈ ਬੜੀ ਵਾਰ ਰੇਜ਼ ਕੀਤੀ ਹੈ ਤੇ ਹੁਣ ਤਾਂ ਬੀਬੀ ਜਗੀਰ ਕੌਰ ਇੱਕ ਇਸਤਰੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੈ ਤੇ ਇਸ ਵਾਰ ਤਾਂ ਮੈਂ ਹੁਣ ਦੁਬਾਰਾ ਇੱਕ ਪੱਤਰ ਬੀਬੀ ਜੀ ਨੂੰ ਲਿਖਣ ਲੱਗੀ ਹਾਂ ਕਿ ਵੀ ਜੇ ਫਿਲਹਾਲ ਸਾਡੇ ਕੋਲ ਮੁਲਾਜ਼ਮਤ ਦੇ ਵਿੱਚ ਜਾਂ ਰੈਗੂਲਰ ਸੇਵਾ ਵਾਸਤੇ ਬੀਬੀਆਂ ਦੇ ਜਥੇ ਨਹੀਂ ਹਨ ਤੇ ਘੱਟੋ ਘੱਟ ਵਿਸ਼ੇਸ਼ ਮੌਕਿਆਂ ਤੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਆਉਂਦਾ ਹੈ, ਵਿਸ਼ੇਸ਼ ਮੌਕਿਆਂ ਤੇ ਬੁਲਾ ਕੇ ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਕੀਰਤਨ ਕਰ ਸਕਣ ਤਾਂ ਜੋ ਗੁਰੂ ਸਾਹਿਬ ਦੀ ਫਿਲਾਸਫੀ, ਜੋ ਗੁਰਬਾਣੀ ਹੈ, ਉਹ ਉੱਥੇ ਸੰਗਤ ਦੇ ਵਿੱਚ ਸੁਣਾ ਸਕਣ। ਜੀ ਆਏ ਤਾਂ ਆਪ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਹੋਵੇਗਾ। ਜੇ ਇਸ ਤਰ੍ਹਾਂ ਹੋ ਗਿਆ ਤਾਂ ਮੈਨੂੰ ਇੰਝ ਲੱਗਦਾ ਕਿ ਜਿੰਨੀਆਂ ਕਿ ਬੀਬੀਆਂ ਦੇ ਜਥੇ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਕੋਲ ਬੈਠ ਕੇ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਮਿਲ ਜਾਏਗਾ ਤਾਂ ਸ਼ਾਇਦ ਕਿ ਆਉਣ ਵਾਲੇ ਸਮੇਂ 'ਚ ਕੀ ਮੈਂ ਇੱਥੇ ਪੁੱਛਣਾ ਚਾਹੂੰਗੀ, ਇਹਦੇ ਵਿੱਚ ਕੁਝ ਖਾਸ ਵਿਦਿਆ ਲੈਣੀ ਪੈਂਦੀ ਹੈ ਕਿ ਜੋ ਦਰਬਾਰ ਸਾਹਿਬ ਕੀਰਤਨ ਕਰ ਸਕਣ ਜਾਂ ਕਿਵੇਂ? ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਜਿਹੜੀਆਂ ਬੀਬੀਆਂ ਨੇ, ਜਿਹੜੀਆਂ ਬੱਚੀਆਂ ਨੇ, ਬਤੌਰ ਮਿਊਜ਼ਿਕ ਦੇ ਵਿੱਚ ਉਹ ਖਾਸ ਸਟੱਡੀ ਕਰਦੀਆਂ ਨੇ,
ਪ੍ਰੋਫੈਸ਼ਨਲੀ ਸਟੱਡੀ ਕਰਕੇ ਅੱਗੇ ਹੁੰਦੀਆਂ ਨੇ, ਕੀ ਉਹਦੇ ਉੱਪਰ ਐਕਸਟਰਾ ਦਰਬਾਰ ਸਾਹਿਬ ਵਿੱਚ ਕੀਰਤਨ ਕਰਨੇ ਦੀ ਕੁਝ ਹੋਰ ਹਿਦਾਇਤਾਂ ਵੀ ਹੋਣਗੀਆਂ ਜਿਹੜੀਆਂ ਮੁਕੰਮਲ ਕਰਨੀਆਂ ਪੈਂਦੀਆਂ ਨੇ ਜਾਂ ਹੁੰਦੀਆਂ ਨੇ? ਜੀ ਅੱਜ ਤੱਕ ਬੀਬੀਆਂ ਦੇ ਕੀਰਤਨ ਨਾ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਬੀਬੀਆਂ ਨੂੰ ਪਹਿਲਾਂ ਗੁਰਮਤਿ ਸੰਗੀਤ ਵਿੱਚ ਟ੍ਰੇਨਿੰਗ ਹੀ ਨਹੀਂ ਸੀ ਦਿੱਤੀ ਜਾਂਦੀ। ਜੀ ਜਦੋਂ ਤੁਸੀਂ ਇੱਕ ਵਿਸ਼ੇਸ਼ ਮਰਿਆਦਾ ਦੇ ਵਿੱਚ ਔਰ ਅੰਮ੍ਰਿਤਧਾਰੀ ਹੋ ਕੇ ਔਰ ਜੀ ਫਿਰ ਉੱਥੇ ਸੇਵਾ ਨਿਭਾਣੀ ਹੈ ਤੇ ਬੀਬੀਆਂ ਵਾਸਤੇ ਕੋਈ ਮੌਕਾ ਹੀ ਨਹੀਂ ਸੀ ਜਿੱਥੇ ਕਿ ਉਹ ਗੁਰਮਤਿ ਸੰਗੀਤ ਸਿੱਖ ਸਕਦੀਆਂ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਬਹੁਤ ਐਸੀਆਂ ਬੱਚੀਆਂ ਜਿਨ੍ਹਾਂ ਨੇ ਗੁਰਮਤਿ ਸਿੱਖਿਆ ਵਿਦਿਆ ਲਈ ਹੋਈ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਹੈ, ਆਵਾਜ਼ ਵੀ ਚੰਗੀ ਹੈਗੀ ਹੈ, ਉਹਨਾਂ ਵਾਸਤੇ ਕੰਡੀਸ਼ਨ ਇਹੀ ਹੈ ਕਿ ਇੱਕ ਤਾਂ ਜਿਹੜੀ ਦਰਬਾਰ ਸਾਹਿਬ ਦੀ ਮਰਿਆਦਾ ਹੈ ਔਰ ਦੂਸਰਾ ਜੋ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਹੈ ਉਹਦੇ ਜੀ ਅਨੁਸਾਰ ਉਹਨਾਂ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਕਿਉਂਕਿ ਜੇ ਇੱਕ ਵੀਰ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਤੇ ਬੀਬੀਆਂ ਵਾਸਤੇ ਕੋਈ ਛੋਟ ਨਹੀਂ ਹੈ। ਜੀ ਬੀਬੀਆਂ ਨੂੰ ਅੰਮ੍ਰਿਤਧਾਰੀ ਹੋ ਕੇ ਉਹੀ ਨਿਯਮ ਫੋਲੋ ਕਰਨੇ ਪੈਣੇ ਜਿਹੜੇ ਕਿ ਸਿੰਘ ਰਾਗੀ ਜਥੇ ਕਰ ਰਹੇ ਨੇ। ਜੀ ਬਿਲਕੁਲ, ਜਦੋਂ ਮੈਂ ਸੋਚਾਂਗੀ ਕਿ ਜਿਹੜੀਆਂ ਸਾਡੀਆਂ ਭੈਣਾਂ ਸੁਣਨੀਆਂ ਨੇ ਉਹਨਾਂ ਵਾਸਤੇ ਬਹੁਤ ਵਧੀਆ ਕਿ ਤੁਹਾਨੂੰ ਤੁਹਾਡੇ ਵਾਸਤੇ ਅੱਜ ਰਾਹ ਖੋਲ ਦਿੱਤੇ ਗਏ ਹਨ। ਬਾਕੀ ਤੁਸੀਂ ਆਪਣੀ ਸਿੱਖੀ ਵਿੱਚ ਤੇ ਆਪਣੇ ਸਿਧਾਂਤ ਵਿੱਚ ਕਿੰਨੇ ਪਰਪੱਕ ਹੋ ਤੇ ਕਿਵੇਂ ਆਪਣੇ ਆਪ ਨੂੰ ਸਾਬਤ ਕਰਕੇ ਜੇ ਤੁਸੀਂ ਖੁਸ਼ੀਆਂ ਲੈਣੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ। ਸੋ ਇਹ ਛੋਟੇ ਜਿਹੇ ਰੂਲ ਬੀਬੀ ਕਿਰਨਜੋਤ ਕੌਰ ਜੀ ਨੇ ਆਪ ਜੀ ਨੂੰ ਦੱਸੇ ਨੇ ਤੇ ਇਹ ਮੇਰੇ ਖਿਆਲ ਨਾਲ ਅੱਗੇ ਬੀਬੀ ਜਗੀਰ ਕੌਰ ਜੀ ਨੂੰ ਵੀ ਖਤ ਲਿਖਣਗੇ ਤੇ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਆਪ ਜੀ ਨੂੰ ਪਤਾ ਲੱਗ ਜਾਏਗਾ। ਸੋ ਅੱਛੀ ਗੱਲ ਹੈ ਕਿ ਕਿਉਂਕਿ ਕਈ ਵਾਰੀ ਇਹੋ ਜਿਹੇ ਫਲਸਫੇ ਇੱਥੇ ਇਸ ਤਰੀਕੇ ਨਾਲ ਆ ਕੇ ਤੇ ਰੁਕ ਜਾਂਦੇ ਨੇ, ਬੱਚੇ ਕੀਰਤਨ ਸਿੱਖਦੇ ਨੇ, ਫਿਰ ਉੱਥੇ ਡਿਸਕ੍ਰਿਮੀਨੇਸ਼ਨ ਜਦੋਂ ਹੋ ਜਾਂਦੀ ਕਿ ਵੀਰ ਆ ਕਰ ਸਕਦੇ ਨੇ ਤੇ ਅਸੀਂ ਭੈਣਾਂ ਹੋ ਕੇ ਧੀਆਂ ਹੋ ਕੇ ਕਿਉਂ ਨਹੀਂ ਕਰ ਸਕਦੇ। ਉਹ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਟੈਂਦੀ ਕਲਾ ਅੰਦਰ ਚਲੀ ਜਾਂਦੀ ਹੈ। ਫਿਰ ਉਹ ਮਤਲਬ ਉਹ ਫਿਰ ਆਪਣੇ ਆਪ ਨੂੰ ਜਿੱਤ ਨਹੀਂ ਸਕਦੇ ਨੇ, ਆਪਣੇ ਵਿਚਾਰਾਂ ਦੇ ਨਾਲ ਉਹਨਾਂ ਦੀ ਲੜਾਈ ਚੱਲਦੀ, ਉਹ ਫਿਰ ਆਪਣੇ ਵਿਚਾਰਾਂ ਦੇ ਵਿੱਚ ਹਾਰ ਜਾਂਦੀਆਂ ਨੇ। ਸੋ ਅੱਜ ਜਿਹੜਾ ਮੈਂ ਕਿੰਨਾ ਸਹਿਮਤ ਨਹੀਂ ਹਾਂ। ਦੇਖੋ ਜੇ ਸਾਨੂੰ ਜੇ ਪਤਾ ਹੈ ਕਿ ਸਾਡੇ ਅੰਦਰ ਸਮਰੱਥਾ ਹੈ, ਸਲਾਹੀਅਤ ਹੈ, ਤੇ ਜੀ ਸਾਨੂੰ ਰੋਕਣ ਵਾਲਾ ਕੌਣ ਹੈ? ਇਹ ਤਾਂ ਗੁਰੂ ਮਹਾਰਾਜ ਆਪ ਬਖਸ਼ਿਸ਼ ਕਰਨਗੇ। ਪਰ ਇਹ ਹੈਗਾ ਨਾ ਕਿ ਹਿੰਮਤ ਤਾਂ ਆਪ ਹੀ ਕਰਨੀ ਪੈਂਦੀ ਹੈ, ਆਪ ਹੀ ਖੜੇ ਹੋਣਾ ਪੈਂਦਾ, ਆਪ ਹੀ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ। ਜਦੋਂ ਅਸੀਂ ਉਸ ਤੇ ਸਮਰੱਥ ਹੋਵਾਂਗੇ ਅਸੀਂ ਜਾ ਕੇ ਗੁਰੂ ਦੇ ਦਰ ਤੇ ਅਰਦਾਸ ਕਰਾਂਗੇ, ਸਾਡੀ ਅਰਦਾਸ ਸੁਣੀ ਜਾਏਗੀ। ਪ੍ਰਬੰਧਕ ਕਿੰਨੀ ਦੇਰ ਰੋਕਣਗੇ? ਇਹ ਢਹਿੰਦੀ ਕਲਾ ਤਾਂ ਜਿਹੜਾ ਢਹਿੰਦੀ ਕਲਾ ਵਿੱਚ ਹੈ ਉਹ ਤਾਂ ਸਿੱਖ ਹੋ ਹੀ ਨਹੀਂ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਸਿਰਫ ਚੜ੍ਹਦੀ ਕਲਾ ਕਹੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੇਖੋ ਨਾ, ਸਾਰਾ ਦਾ ਸਾਰਾ ਉਹਨਾਂ ਨੇ ਪਰਿਵਾਰ ਵਾਰ ਦਿੱਤਾ, ਸਾਰਾ ਦਾ ਸਾਰਾ ਪਰਿਵਾਰ ਸ਼ਹੀਦ ਹੋ ਜਾਂਦਾ, ਤਾਂ ਫਿਰ ਵੀ ਉਹ ਢਹਿੰਦੀ ਕਲਾ 'ਚ ਨਹੀਂ ਜਾਂਦੇ। ਫਿਰ ਵੀ ਜਿਹੜਾ ਜ਼ਾਲਮ ਹੈ ਉਹਨੂੰ ਉਹ ਇੱਕ ਜ਼ਫਰਨਾਮਾ ਲਿਖਦੇ ਹੈਗੇ। ਸੋ ਸਿੱਖਾਂ ਦੇ ਵਿੱਚ ਢਹਿੰਦੀ ਕਲਾ ਵਾਲਾ ਬੰਦਾ ਜਿਹੜਾ ਉਹ ਸਿੱਖ ਨਹੀਂ ਹੈ। ਇੰਨਾ ਯਾਦ ਰੱਖਿਓ, ਸਿੱਖ ਨੂੰ ਹਰ ਹਾਲ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ, ਕਿਉਂਕਿ ਗੁਰੂ ਤੇ ਵਿਸ਼ਵਾਸ ਰੱਖੋਗੇ ਤੇ ਫਿਰ ਹਮੇਸ਼ਾ ਚੜ੍ਹਦੀ ਕਲਾ ਹੀ ਹੋਏਗੀ। ਕਿਉਂਕਿ ਕਈ ਵਾਰੀ ਲੋਕ ਪੁੱਛਦੇ ਨੇ ਕਿ ਜਦੋਂ ਹਰਿਮੰਦਰ ਸਾਹਿਬ ਜਾਈਦਾ ਹੈ, ਜਦੋਂ ਪਾਲਕੀ ਆਂਦੀ ਹੈ ਸਵੇਰੇ ਅੰਮ੍ਰਿਤ ਵੇਲੇ ਜਾਂ ਸ਼ਾਮ ਵੇਲੇ ਕੀਰਤਨ ਸੋਹਲੇ ਸੇ, ਉਸ ਵੇਲੇ ਵੀ ਬੀਬੀਆਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ। ਕਹਿੰਦੇ ਨੇ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੋ ਕਿਉ ਮੰਦਾ ਆਖੇ ਜਿਤ ਜੰਮੇ ਰਾਜੜ। ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਨੇ 550 ਸਾਲਾ ਇਹ ਵਿਤਕਰਾ ਕੱਢ ਦਿੱਤਾ, ਪਰ ਅਸੀਂ ਜਦੋਂ ਮਾੜਾ ਜਿਹਾ ਹੱਥ ਵੀ ਲਗਾਉਂਦੇ ਹਾਂ ਸਾਨੂੰ ਪਿੱਛੇ ਧੱਕਿਆ ਜਾਂਦਾ। ਕਾਰਨ ਕੀ ਹੈ ਇਹਦਾ? ਇਹ ਮੈਨੂੰ ਸਵਾਲ ਪਿਛਲੇ 2 ਸਾਲ ਜਿਹੜੇ ਲੋਕਡਾਊਨ ਚੱਲ ਰਹੇ ਸਨ ਇੰਗਲੈਂਡ ਦੇ ਵਿੱਚ, ਤੇ ਜ਼ੂਮ ਦੇ ਉੱਪਰ ਬੱਚੇ ਪਾਠ ਕਰਦੇ ਸਨ। ਉਹਨਾਂ ਚੋਂ ਇੱਕ ਬੱਚੀ 7 ਸਾਲ ਦੀ ਬੱਚੀ ਉਹ ਜਲੀਨ ਕੌਰ, ਉਹਨੇ ਇਹ ਸਵਾਲ ਕੀਤਾ ਸੀਗਾ, ਆਂਟੀ ਜੀ ਸਾਨੂੰ ਕਿਉਂ ਸੇਵਾ ਦਾ ਮੌਕਾ ਉੱਥੇ ਨਹੀਂ ਦਿੱਤਾ ਜਾਂਦਾ? ਅਸੀਂ ਜੇ ਕੀਰਤਨ ਸਿੱਖਦੇ ਹੋਏ ਹਾਂ, ਕਲਾਸੀਕਲ ਕੀਰਤਨ ਗੁਰਸਿੱਖੀ ਅੰਮ੍ਰਿਤ ਵੀ ਛਕਾਂਗੇ, ਪਰ ਜਦੋਂ ਸੇਵਾ ਵਾਸਤੇ ਕਦੀ ਦਰਬਾਰ ਸਾਹਿਬ ਜਾਈਦੀ ਹੈ ਸਾਨੂੰ ਧੱਕਾ ਮਾਰ ਦਿੰਦੇ ਨੇ, ਤੁਸੀਂ ਪਿੱਛੇ ਹਟੋ। ਕਾਰਨ ਕੀ ਹੈ ਇਹਦਾ? ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਜਿਹੜਾ ਪਿੱਛੇ ਧੱਕਣ ਵਾਲਾ ਹੈ। ਇੱਕ ਤਾਂ ਉਹਦੀ ਮੈਂ ਸਮਝਾਂ ਕਿ ਸਿੱਖੀ ਪ੍ਰਤੀ ਅਨਪੜ੍ਹਤਾ ਹੈ ਜੀ। ਉਹ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈ, ਜਿਹੜਾ ਸਾਡਾ ਸਮਾਜ ਸਾਨੂੰ ਇੱਕ ਸੋਚ ਦਿੰਦਾ ਹੈ, ਔਰ ਇਹ ਸਮਾਜ ਸਿਰਫ ਇਹ ਨਹੀਂ ਕਿ ਹਿੰਦੁਸਤਾਨ ਦਾ ਸਮਾਜ, ਦੁਨੀਆ ਦੇ ਵਿੱਚ ਤੁਸੀਂ ਬਾਕੀ ਧਰਮਾਂ ਨੂੰ ਦੇਖ ਲਓ। ਅਸੀਂ ਸਿੱਖੀ ਦੇ ਵਿੱਚ ਤਾਂ ਗੱਲ ਕਰਦੇ ਆ ਨਾ ਕਿ ਵੀ ਸਿੱਖ ਇਸਤਰੀ ਨੂੰ ਬਰਾਬਰਤਾ ਦਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਬਾਕੀ ਧਰਮਾਂ ਵਿੱਚ ਤਾਂ ਬਰਾਬਰਤਾ ਦਾ ਉਪਦੇਸ਼ ਵੀ ਨਹੀਂ ਹੈਗਾ। ਬਾਕੀ ਧਰਮਾਂ ਦੇ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਸਮਝਿਆ ਹੀ ਨਹੀਂ ਜਾਂਦਾ ਹੈਗਾ।
ਸੋ ਅਸੀਂ ਉਸ ਗੱਲ ਵੱਲ ਨਾ ਜਾਈਏ, ਅਸੀਂ ਆਪਣੇ ਧਰਮ ਦੀ ਗੱਲ ਕਰੀਏ, ਪਰ ਕਿਉਂਕਿ ਅਸੀਂ ਜਿਸ ਸਮਾਜ ਵਿੱਚ ਵਿਚਰਦੇ ਆ, ਆਮ ਤੌਰ ਤੇ ਲੋਕਾਂ ਦਾ ਉਸ ਜਿਹੜੀ ਵਿਚਾਰਧਾਰਾ ਹੁੰਦੀ ਆ ਉਹਦਾ ਪ੍ਰਭਾਵ ਉਹਦੇ ਉੱਪਰ ਹੁੰਦਾ ਹੈ। ਔਰ ਮੈਂ ਤੁਹਾਨੂੰ ਇੱਕ ਬੜੀ ਨਿੱਜੀ ਜੀ ਗੱਲ ਦੱਸਦੀ ਆ ਕਿ ਜਦੋਂ ਮੈਂ ਅੰਮ੍ਰਿਤਸਰ ਦੀ ਚੋਣ ਲੜੀ ਸੀ, ਜਿਹੜਾ ਸਾਡਾ ਸ਼ਹਿਰੀ ਇਲਾਕਾ ਸੀ, ਜੀ ਉਹ ਸ਼ਹਿਰੀ ਇਲਾਕੇ ਦੇ ਵਿੱਚ ਜਦੋਂ ਅਸੀਂ ਸਿੱਖਾਂ ਦੇ ਘਰਾਂ ਜਾਂਦੇ ਸੀ, ਮਿਲਦੇ ਸੀ, ਗੱਲਬਾਤ ਕਰਦੇ ਸੀ, ਤੇ ਮੈਨੂੰ ਕਦੀ ਮਹਿਸੂਸ ਨਹੀਂ ਸੀ ਹੋਇਆ ਕਿ ਵੀ ਮੈਂ ਇੱਕ ਔਰਤ ਹੈਗੀ ਆ ਤੇ ਮੇਰੇ ਨਾਲ ਕਿਸੇ ਕਿਸਮ ਦਾ ਗੱਲ ਕਰਨ ਦਾ ਜਾਂ ਵਤੀਰੇ ਦਾ ਕੋਈ ਫਰਕ ਹੈ। ਪਰ ਉਸ ਤੋਂ ਬਾਅਦ ਜਦੋਂ ਮੇਰਾ ਹਲਕਾ ਬਦਲ ਕੇ ਆ ਗਿਆ ਅੰਮ੍ਰਿਤਸਰ ਪੱਛਮੀ, ਜਿਹਦੇ ਵਿੱਚ ਕੁਝ ਪੇਂਡੂ ਇਲਾਕੇ ਵੀ ਹਨ, ਤੇ ਉਹਨਾਂ ਇਲਾਕਿਆਂ ਵਿੱਚ ਜਾ ਕੇ ਮੈਨੂੰ ਇਹ ਗੱਲ ਮਹਿਸੂਸ ਹੋਈ ਕਿ ਉਸ ਸਮਾਜ ਦੇ ਵਿੱਚ ਜਿਹੜਾ ਕਿ ਹਾਲੇ ਪਿੰਡਾਂ ਦੇ ਨਾਲ ਗੂੜੀ ਸਾਂਝ ਰੱਖਦਾ ਹੈ, ਉਸ ਸਮਾਜ ਦੇ ਵਿੱਚ ਹਾਲੇ ਇਹ ਵਿਤਕਰਾ ਹੈ, ਸ਼ਹਿਰਾਂ ਦੇ ਵਿੱਚ ਨਹੀਂ ਹੈ। ਸੋ ਜਦੋਂ ਤੱਕ ਸਿੱਖਾਂ ਦੇ ਵਿੱਚੋਂ ਇਹ ਗੱਲ ਨਹੀਂ ਨਿਕਲਦੀ, ਤੇ ਉਦੋਂ ਤੱਕ ਤਾਂ ਜਿਹੜਾ ਇੱਕ ਮੁਲਾਜ਼ਮ ਡਿਊਟੀ ਤੇ ਖੜਾ ਹੈ, ਉਹਨੇ ਆਪਣੀ ਜੋ ਉਹਦੀ ਸੋਚ ਸਮਾਜ ਨੇ ਸਿਰਜੀ ਹੈ, ਜਾਂ ਜੋ ਉਹਦੇ ਘਰ ਦਾ ਜੋ ਵਾਤਾਵਰਣ ਹੈ, ਉਹ ਆਪਣੇ ਘਰ ਦੇ ਵਿੱਚ ਆਪਣੀ ਬੱਚੀ ਨਾਲ, ਆਪਣੀ ਭੈਣ ਦੇ ਨਾਲ, ਆਪਣੀ ਇਸਤਰੀ ਦੇ ਨਾਲ, ਆਪਣੀ ਮਾਂ ਦੇ ਨਾਲ ਕਿਵੇਂ ਪੇਸ਼ ਆਉਂਦਾ ਹੈ, ਉਹ ਤੈਅ ਕਰਦਾ ਹੈ ਕਿ ਉਹ ਬੱਚੇ ਨੂੰ, ਆਪਣੀ ਬੱਚੀ ਨੂੰ ਬਰਾਬਰ ਸਮਝਦਾ ਹੈ ਕਿ ਨਹੀਂ ਸਮਝਦਾ। ਜੇ ਆਪਣੇ ਘਰ ਵਿੱਚ ਸਮਝਦਾ ਹੈ ਤੇ ਉਹਦਾ ਜਿਹੜਾ ਇਹ ਰਵੱਈਆ ਉਹ ਬਾਹਰ ਸੰਗਤ ਵਿੱਚ ਵੀ ਇਹੀ ਹੋਏਗਾ। ਤੇ ਜਿਹੜਾ ਆਪਣੇ ਘਰ ਦੇ ਵਿੱਚ ਆਪਣੀ ਘਰ ਦੀਆਂ ਔਰਤਾਂ ਦੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ ਹੈਗਾ, ਤੇ ਉਹ ਬਾਹਰ ਦੀ ਔਰਤ ਨੂੰ ਵੀ ਕਦੀ ਇੱਜ਼ਤ ਨਹੀਂ ਦੇਗਾ, ਕਦੀ ਉਹਨੂੰ ਬਾਹਰ ਸਮਝੇਗਾ ਨਹੀਂ ਕਿ ਵੀ ਇਹ ਵੀ ਸਾਡੇ ਤੁਲ ਖੜੇ ਹੋ ਕੇ, ਬਰਾਬਰ ਖੜੇ ਹੋ ਕੇ ਕੋਈ ਕੰਮ ਕਰ ਸਕਦੀ ਹੈ, ਭਾਵੇਂ ਧਾਰਮਿਕ ਹੋਵੇ ਤੇ ਭਾਵੇਂ ਤੁਸੀਂ ਦਫ਼ਤਰਾਂ ਦਾ ਕਲਚਰ ਦੇਖ ਲਓ, ਜਿਹੜਾ ਧਾਰਮਿਕ ਪਲੇਟਫਾਰਮ ਨਹੀਂ ਹੈ, ਤੁਸੀਂ ਉਹਨਾਂ ਦਫ਼ਤਰਾਂ ਦੇ ਵਿੱਚ ਕਲਚਰ ਦੇਖ ਲਓ। ਇਹ ਤਾਂ ਇੱਕ ਮੈਂ ਸਮਝਦੀ ਬੜੀ ਯੂਨੀਵਰਸਲ ਜੀ ਪ੍ਰੋਬਲਮ ਹੈਗੀ ਹੈ। ਪਰ ਅਸੀਂ ਸ਼ਿਕਾਇਤ ਇਸ ਲਈ ਕਰਦੇ ਹਾਂ ਕਿਉਂਕਿ ਸਿੱਖੀ ਵਿੱਚ ਇਹ ਪਰਵਾਹ ਨਹੀਂ ਹੈ, ਪਰ ਬਹੁਤ ਸਿੱਖ ਮਰਦ ਹਨ ਜਿਹੜੇ ਹਾਲੇ ਵੀ ਇਹ ਸੋਚ ਰੱਖਦੇ ਨੇ। ਕਿਉਂਕਿ ਪਿਛਲੇ ਦਿਨਾਂ 'ਚ ਕੁਛ ਇੱਥੇ ਇੱਕ ਐਸਾ ਵਾਕਿਆ ਵਾਪਰਿਆ ਸੀਗਾ ਤੇ ਜਿੱਥੇ ਇੱਕ ਮਰਦ ਨੇ ਔਰਤ ਨੂੰ ਇਹ ਕਿਹਾ ਸੀ ਕਿ ਜਿਸ ਕੌਮ ਦੇ ਵਿੱਚ ਔਰਤ ਮਰਦਾਂ ਵਿੱਚ ਬੋਲੇ ਉਸ ਕੌਮ ਦਾ ਬੇੜਾ ਗਰਕ ਹੈ। ਜੀ ਉਹ ਕੌਮ ਇਹ ਵਾਕਿਆ ਹਾਂਜੀ ਇਹ ਕਿੱਥੇ ਹੋਇਆ? ਇਹ ਮੈਂ ਗੱਲ ਨਹੀਂ ਸੁਣੀ। ਇਹ ਇੱਥੇ ਬਰਮਿੰਘਮ ਵਿੱਚ ਹੋਇਆ ਸੀਗਾ ਤੇ ਉਹ ਬੀਬੀ ਸਤਿਕਾਰਯੋਗ, ਕਾਫੀ ਸੇਵਾਵਾਂ ਵਾਸਤੇ ਬਹੁਤ ਉਹਨਾਂ ਦਾ ਯੋਗਦਾਨ ਹੈ, ਅੱਗੇ ਨੇ, ਹਰ ਪਾਸੇ ਉਹ ਛਾਏ ਹੋਏ ਨੇ ਬੀਬੀ ਜੀ। ਪਰ ਉਹ ਗੱਲ ਉਹਨਾਂ ਨੇ ਅੰਦਰ ਹੀ ਰੱਖੀ, ਬਾਹਰ ਕੱਢੀ ਨਹੀਂ ਹੈ। ਤੇ ਉਹ ਉਹਨਾਂ ਨੇ ਸ਼ੇਅਰ ਕੀਤੀ ਸੀ, ਕਹਿੰਦੇ ਨੇ ਕਿ ਅਸੀਂ ਸੇਵਾਵਾਂ ਵਾਸਤੇ ਅੱਗੇ ਆ, ਐਮਪੀਸ ਨੂੰ, ਲੀਡਰਾਂ ਨੂੰ, ਹਰ ਇੱਕ ਮਤਲਬ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਹੈ, ਹਰ ਇੱਕ ਨਾਲ ਆਈਦਾ ਹੈ ਜਾਇਦਾ ਹੈ ਤੇ ਕੌਮ ਵਾਸਤੇ ਉਹ ਹਮੇਸ਼ਾ ਤਿਆਰ ਨੇ, ਕੌਮ ਦੀ ਸੇਵਾ ਵਾਸਤੇ। ਤੇ ਕਹਿੰਦੇ ਨੇ ਕਿ ਉਹ ਜਿਹੜੇ ਬੰਦੇ ਸਨ ਉਹਨਾਂ ਨੂੰ ਮਨਜ਼ੂਰ ਨਹੀਂ ਸੀਗਾ ਕਿ ਜਿੱਥੇ ਵੀ ਜਾਓ, ਜੋ ਕੋਈ ਰਾਗੀ ਜੱਥਾ ਆ ਜਾਂਦਾ ਸੰਗਤ ਵਿੱਚ, ਤਾਂ ਉਹਨਾਂ ਨੇ ਐਗਜ਼ਾਮਪਲ ਮੈਂ ਆਪਣਾ ਨਾਮ ਲੈ ਕੇ ਤੁਹਾਨੂੰ ਕਹਿ ਦੇਣੀ ਆ ਕਿ ਜੇ ਕੋਈ ਰਾਗੀ ਜੱਥਾ ਆ ਗਿਆ, ਬੀਬੀ ਚਰਨਜੀਤ ਕੌਰ ਜੀ ਨੇ ਆ ਕੀਤਾ, ਧੰਨਵਾਦ ਬੀਬੀ ਚਰਨਜੀਤ ਕੌਰ ਦਾ। ਜੇ ਕਿਸੇ ਐਮਪੀ ਆ ਗਏ ਨੇ ਸੰਗਤ ਵਿੱਚ ਜਾਂ ਐਮਪੀ ਨਾਲ ਹੋਏ ਤਾਂ ਵੀ ਉਹਨਾਂ ਨੇ ਬੀਬੀ ਚਰਨਜੀਤ ਕੌਰ ਜੀ ਦਾ ਧੰਨਵਾਦ ਕਰ ਦਿੱਤਾ। ਪਰ ਇਹੋ ਜਿਹੇ ਕਹਿੰਦੇ ਨੇ ਉਹ ਭੈਣ ਜੀ, ਕਹਿੰਦੇ ਨੇ ਕਹਿੰਦੇ ਜਦੋਂ ਇਹ ਚੀਜ਼ ਵਾਪਰੀ ਤਾਂ ਉਹਨਾਂ ਨੇ ਕਮੈਂਟ ਦੇ ਵਿੱਚ ਲਿਖ ਦਿੱਤਾ ਕਿ ਜਿਸ ਕੌਮ ਦੇ ਵਿੱਚ ਔਰਤ ਮਰਦਾਂ ਵਿੱਚ ਬੋਲੇ ਉਸ ਕੌਮ ਦਾ ਬੇੜਾ ਗਰਕ ਹੈ। ਤੇ ਮੈਂ ਦੇਖਦੀ ਹਾਂ ਕਿ ਅੱਜ ਇੰਨੀਆਂ ਕੌਮਾਂ, ਇੰਨੀਆਂ ਮਹਾਨ ਸ਼ਖਸੀਅਤਾਂ ਨੇ ਜੋ ਔਰਤਾਂ ਬੋਲਦੀਆਂ ਨੇ, ਸੇਵਾ ਕਰ ਰਹੀਆਂ ਨੇ। ਹੁਣ ਮੈਂ ਇੱਥੇ ਪੁੱਛਾਂ ਕਿ ਕੌਮ ਦਾ ਬੇੜਾ ਕਰਕੇ ਜਾਂ ਕੌਮ ਦਾ ਪਾਰ ਉਤਾਰਾ ਹੋ ਰਿਹਾ ਉਹਨਾਂ ਬੀਬੀਆਂ ਦੇ ਨਾਲ। ਬੜਾ ਜਾਹਿਲ ਸੋਚ ਵਾਲਾ ਬੰਦਾ ਸੀ ਜਿਹੜਾ ਵੀ ਸੀ। ਬਿਲਕੁਲ ਜਾਹਿਲ ਸੋਚ ਹੈ। ਮੈਂ ਜਦੋਂ ਮੈਨੂੰ ਭੈਣ ਜੀ ਨੇ ਗੱਲ ਦੱਸੀ ਕਿ ਭੈਣ ਜੀ ਮੇਰੇ ਨਾਲ ਆ ਬੀਤੀ ਹੈ, ਤਾਂ ਮੈਂ ਉਹਨਾਂ ਨੂੰ ਕਿਹਾ ਬੀਬੀ ਜੀ, ਮੈਂ ਕਿਹਾ ਚਿੰਤਾ ਨਾ ਕਰੋ, ਅਫਗਾਨਿਸਤਾਨ ਦੇ ਤਾਲਿਬਾਨ ਆ ਚੁੱਕੇ ਨੇ ਨਾ, ਆ ਵੀ ਤਾਲਿਬਾਨੀ ਸੋਚ ਹੀ ਹੈ। ਨਹੀਂ, ਮੈਂ ਉਹੀ ਗੱਲ ਕਰ ਰਹੀ ਹਾਂ ਜੀ, ਇਹ ਹਰ ਜਿਹੜਾ ਪਰਿਵਾਰ ਜਾਂ ਜਿਹੜੇ ਸਮਾਜਿਕ ਢਾਂਚੇ ਚੋਂ ਬੰਦਾ ਨਿਕਲਦਾ ਹੈ, ਉਹਦੀ ਸੋਚ ਉਸ ਤਰ੍ਹਾਂ ਸਿਰਜੀ ਜਾਂਦੀ ਹੈ। ਜੀ ਹੁਣ ਦੇਖੋ, ਜਿਸ ਘਰ ਦੇ ਵਿੱਚ ਇੱਕ ਬੱਚੇ ਨੇ ਵੱਡੇ ਹੁੰਦਿਆਂ ਆਪਣੇ ਪਿਤਾ ਨੂੰ ਕਦੀ ਆਪਣੀ ਮਾਂ ਦੀ ਇੱਜ਼ਤ ਕਰਦਿਆਂ ਨਹੀਂ ਦੇਖਿਆ, ਹਮੇਸ਼ਾ ਉਹਨੂੰ ਦਲੀਲ ਕਰਦਿਆਂ ਔਰ ਉਹਨੂੰ ਬੁਰਾ ਸਲੂਕ ਕਰਦਿਆਂ ਦੇਖਿਆ, ਉਹ ਬੱਚਾ ਜਦੋਂ ਵੱਡਾ ਹੋਏਗਾ ਉਹੀ ਕੁਝ ਕਰੇਗਾ ਜੋ ਉਹਦੇ ਪਿਓ ਨੇ ਕੀਤਾ ਜੀ। ਸੋ ਇਹ ਜਿਹੜੀਆਂ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ, ਇਹ ਪਰਿਵਾਰ ਤੋਂ ਸ਼ੁਰੂ ਹੁੰਦੀਆਂ। ਇਹ ਜਾਂ ਤਾਂ ਪਰ ਅੱਜ ਦੇ ਸਮੇਂ ਵਿੱਚ ਫਿਰ ਮੈਂ ਸਮਝਦੀ ਹਾਂ ਬਹੁਤ ਫਰਕ ਪੈ ਚੁੱਕਿਆ, ਕਿਉਂਕਿ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਉਹਨਾਂ ਦੀ ਸੋਚ ਦਾ ਫਰਕ ਹੈ।
ਉਹ ਜਿਹੜੀ ਰਵਾਇਤੀ ਸੋਚ ਹੈ ਉਹ ਉਸ ਤੋਂ ਬਦਲ ਰਹੇ। ਔਰ ਮੈਨੂੰ ਤਾਂ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਬਦੀਲੀ ਹੋਰ ਜ਼ਿਆਦਾ ਹੋਏਗੀ, ਕਿਉਂਕਿ ਹੁਣ ਜਿਸ ਤਰ੍ਹਾਂ ਸਿੱਖ ਪਰਿਵਾਰ ਬਾਹਰ ਮਾਈਗ੍ਰੇਟ ਕਰ ਰਹੇ ਨੇ, ਜਿਹੜੇ ਮੁਲਕਾਂ 'ਚ ਬਾਹਰ ਜਾ ਰਹੇ ਨੇ, ਜਿੱਥੇ ਬੜੇ ਜ਼ੋਰ ਦੇ ਨਾਲ ਗੱਲ ਹੁੰਦੀ ਹੈ ਔਰਤ ਦੇ ਬਰਾਬਰ ਹੱਕਾਂ ਦੀ, ਜਦੋਂ ਉਹ ਸਮਾਜ ਦੇ ਵਿੱਚ ਹੁੰਦੇ ਨੇ, ਜਦੋਂ ਉੱਥੇ ਦਾ ਕਾਨੂੰਨ ਦੇਖਦੇ ਨੇ, ਜਦੋਂ ਦੇਖਦੇ ਨੇ ਕਿ ਉੱਥੇ ਔਰਤ ਤੇ ਮਰਦ ਆਪਸ ਦੇ ਵਿੱਚ ਗੱਲ ਕਿਸ ਤਰ੍ਹਾਂ ਕਰਦੇ ਨੇ, ਔਰ ਉਹ ਉਹਨਾਂ ਦਾ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਹ ਕਿੱਥੇ ਹਨ, ਉਹਨਾਂ ਸਮਾਜ ਦੀਆਂ ਨਜ਼ਰਾਂ ਵਿੱਚ ਕਿੱਥੇ ਨੇ, ਪਰਿਵਾਰ ਦੀਆਂ ਨਜ਼ਰਾਂ ਵਿੱਚ ਕਿੱਥੇ ਨੇ, ਤੇ ਉਹ ਹਰ ਚੀਜ਼ ਤੋਂ ਸਿੱਖਦੇ। ਹੁਣ ਉਹ ਪਿੰਡਾਂ ਦੀਆਂ ਗੱਲਾਂ ਖਤਮ ਹੋ ਗਈਆਂ, ਪਰ ਹੁਣ ਬਾਹਰ ਲੋਕ ਨਿਕਲ ਰਹੇ ਨੇ, ਉਹ ਬਦਲ ਰਹੇ। ਕੁਝ ਬਦਲਦੇ ਪਏ ਨੇ, ਪਰ ਕੁਝ ਲੋਕਾਂ ਨੇ ਉਹੀ ਆਪਣੀ ਪੁਰਾਣੀ ਰੀਤ ਰਿਵਾਜੀ ਰੱਖੀ ਹੋਈ ਹੈ, ਪੁਰਾਤਨ ਉਹੀ ਚੀਜ਼ਾਂ ਰੱਖੀਆਂ ਹੋਈਆਂ ਨੇ ਕਿ ਨਹੀਂ, ਔਰਤਾਂ ਮਰਦਾਂ ਵਿੱਚ ਨਹੀਂ ਬੋਲਣਗੀਆਂ, ਔਰਤਾਂ ਮਰਦਾਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੀਆਂ, ਔਰਤਾਂ ਗੁਰੂ ਘਰ ਦੀਆਂ ਸੇਵਾਵਾਂ ਨਹੀਂ ਕਰਨਗੀਆਂ। ਸੋ ਜਿਹੜੀ ਕਿ ਸਿੱਖੀ ਨੂੰ ਪ੍ਰਦੇਸਾਂ ਦੇ ਵਿੱਚ ਰਹਿ ਕੇ ਬਹੁਤ ਵੱਡੀ ਮਾਰ ਪੈ ਰਹੀ ਹੈ। ਗੁਰੂ ਨਾਨਕ ਪਾਤਸ਼ਾਹ 550 ਸਾਲ ਪਹਿਲਾਂ ਸਭ ਕੁਝ ਵਿਤਕਰੇ, ਸਭ ਕੁਝ ਕੱਢ ਗਏ ਬਾਹਰ। ਮਤਲਬ ਔਰਤ ਤੇ ਮਰਦ ਦੇ ਵਿੱਚ ਜਿਹੜੇ ਵਿਤਕਰੇ ਨੇ, ਜਿਹੜੀ ਸੋਚ ਹੈ, ਉਹ ਸੋਚ ਔਰਤਾਂ ਨੂੰ ਅੱਗੇ ਆਉਣ ਨਹੀਂ ਦਿੰਦੀ। ਕਿਉਂ? ਜਿਵੇਂ ਦੇਸਾਂ ਪ੍ਰਦੇਸਾਂ ਵਿੱਚ ਹੀ ਆਪਾਂ ਇੱਥੇ ਬੈਠੇ ਹਾਂ, ਬਹੁਤ ਲੋਕ ਇਸ ਸੋਚ ਤੋਂ ਅੱਗੇ ਵੱਧ ਚੁੱਕੇ ਨੇ, ਪਰ ਕਈ ਐਸੇ ਘਰ ਹੈਗੇ ਨੇ, ਕਈ ਐਸੇ ਲੋਕ ਹੈਗੇ ਨੇ ਜੋ ਹਲੇ ਵੀ ਉਹ ਜਿਹੜੀ 100 ਸਾਲ ਪੁਰਾਣੀ ਸੋਚ ਨੂੰ, ਰਿਵਾਇਤਾਂ ਨੂੰ ਨਾਲ ਲੈ ਕੇ ਜਾ ਰਹੇ ਨੇ ਕਿ ਔਰਤ ਗੁਰਦੁਆਰੇ ਦੀ ਸੇਵਾ ਦੇ ਲਈ ਅੱਗੇ ਨਹੀਂ ਆ ਸਕਦੀ, ਭਾਵੇਂ ਕਿ ਔਰਤ ਦਾ ਸਭ ਤੋਂ ਵੱਡਾ ਯੋਗਦਾਨ ਜਿਹੜੀ ਕਿ ਉਸ ਦੇ ਵਿੱਚ ਹੈਗੀ ਹੈ। ਇੱਕ ਔਰਤ ਇੱਥੇ ਇੱਕ ਟਰਸਟ ਬਣਾਉਂਦੀ ਹੈ, ਇੱਕ ਚੈਰਿਟੀ ਖੋਲਦੀ ਹੈ, ਐਮਪੀ ਦੇ ਨਾਲ ਲੱਗ ਕੇ ਬਹੁਤ ਵੱਡੇ ਵੱਡੇ ਕਾਰਨਾਮੇ ਕਰਕੇ ਉਸ ਮੁਕਾਮ ਦੀ ਫਾਊਂਡੇਸ਼ਨ ਰੱਖਦੀ ਹੈ, ਤੇ ਬਾਅਦ ਨੂੰ ਉਸੇ ਹੀ ਔਰਤ ਨੂੰ ਗਾਲੀਆਂ ਸੁਣਨੀਆਂ ਪੈਂਦੀਆਂ ਨੇ, ਉਸੇ ਔਰਤ ਦੇ ਅੱਗੇ ਇਹੋ ਜਿਹੇ ਅਲਫਾਜ਼ ਆ ਜਾਂਦੇ ਕਿ ਜਿਹੜੀ ਕੌਮ ਜਿਸ ਕੌਮ ਦੇ ਵਿੱਚ ਔਰਤ ਮਰਦਾਂ ਵਿੱਚ ਬੋਲੇ, ਉਸ ਕੌਮ ਦਾ ਬੇੜਾ ਗਰਕ ਜਾਂਦਾ ਹੈ। ਸੋ ਇਹ ਇੱਕ ਸਿੱਖੀ ਦੇ ਵਿੱਚ ਬੜੀ ਵੱਡੀ ਤਰਾਸਗੀ ਹੈਗੀ ਹੈ, ਸੋਚ ਪੁਰਾਣੀ ਹੈਗੀ ਹੈ, ਪਰ ਇਸ ਸੋਚ ਦਾ ਜਿਹੜਾ ਅਸਰ ਹੈ ਆਉਣ ਵਾਲੀ ਪਨੀਰੀਆਂ ਤੇ ਬਹੁਤ ਪੈਂਦਾ। ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਨੇ? ਇਸ ਸੋਚ ਨੂੰ, ਇਸ ਰੂਲਸ ਨੂੰ, ਰੈਗੂਲੇਸ਼ਨ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ? ਦੇਖੋ, ਮੈਂ ਬੁਰਾ ਨਾ ਮਨਾਓ, ਪਰ ਮੈਂ ਇੱਕ ਆਪਣੀ ਆਬਜ਼ਰਵੇਸ਼ਨ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੀ ਜੀ। ਕਿ ਅਸੀਂ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਹਾਂ ਜੀ, ਤੇ ਜਿਹੜੇ ਉੱਥੇ 20-25 ਸਾਲ ਹੋ ਗਏ ਜਾਂ ਇਸ ਤੋਂ ਜ਼ਿਆਦਾ ਜਿਨ੍ਹਾਂ ਨੂੰ ਸਮਾਂ ਹੋ ਗਿਆ ਵਿਦੇਸ਼ ਗਏ, ਜੀ, ਅਸੀਂ ਮਹਿਸੂਸ ਕਰਦੇ ਹਾਂ ਉਹ ਜਿਸ ਸਮੇਂ ਇੰਡੀਆ ਤੋਂ ਗਏ ਸੀ, ਉਹਨਾਂ ਦੀ ਸੋਚ ਉੱਥੇ ਹੀ ਖੜੋ ਗਈ ਹੈ। ਅੱਜ ਤੁਸੀਂ ਵਾਪਸ ਪੰਜਾਬ ਆਓਗੇ ਤੇ ਪੰਜਾਬ ਦੀ ਉਹ ਸੋਚ ਨਹੀਂ ਹੈ ਜੋ ਉਹਨਾਂ ਦੀ 25 ਤੇ 50 ਸਾਲ ਪੁਰਾਣੀ ਸੋਚ ਹੈ। ਜੀ। ਤੋ ਜਿਹੜੇ ਉੱਥੇ ਚਲੇ ਗਏ, ਮੈਨੂੰ ਨਹੀਂ ਪਤਾ ਉਹਨਾਂ ਦੀ ਸੋਚ ਕਿਉਂ ਨਹੀਂ ਸਮੇਂ ਦੇ ਨਾਲ ਬਦਲੀ, ਪਰ ਇਹ ਚੀਜ਼ ਮੈਂ ਜ਼ਰੂਰ ਨੋਟਿਸ ਕੀਤੀ ਹੈ ਕਿ ਉਹ ਉੱਥੇ ਹੀ ਖੜੇ ਜਿਸ ਸਮੇਂ ਉਹ ਇੱਥੋਂ ਗਏ ਸੀ, ਉਸੇ ਸੋਚ ਤੇ, ਔਰ ਉਹ ਸੋਚ ਅੱਜ ਇੱਥੇ ਨਹੀਂ ਮਿਲਦੀ। ਹਾਂਜੀ, ਮੈਂ ਇਸ ਵਿੱਚ ਨਾਲ ਦੱਸੀ ਜਾਵਾਂ, ਭਾਵੇਂ ਪੰਜਾਬ ਦੇ ਲੋਕ ਹੋਣ ਤੇ ਭਾਵੇਂ ਅਫਗਾਨਿਸਤਾਨ ਦੇ ਲੋਕ ਹੋਣ, ਕਾਬਲ ਕੰਦਾਰ ਦੇ, ਜੇ ਅਸੀਂ 25-30 ਸਾਲ ਹੋ ਗਏ ਨੇ ਉਹ ਦੇਸ਼ ਛੱਡ ਚੁੱਕੇ ਹਾਂ, ਪ੍ਰਦੇਸਾਂ ਵਿੱਚ ਆ ਗਏ, ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਜੈਸਾ ਦੇਸ਼ ਵੈਸਾ ਬੇਸ, ਅਸੀਂ ਇੱਥੋਂ ਦੇ ਅਕੋਰਡਿੰਗ ਕੱਪੜੇ ਪਾ ਲਏ, ਇੱਥੋਂ ਦੇ ਅਕੋਰਡਿੰਗ ਸਾਰਾ ਕੁਝ ਕਰ ਲਿਆ, ਪਰ ਜੇ ਸੋਚ ਨਾ ਬਦਲੀ, ਜੇ ਸੋਚ ਉਹੀ ਪੁਰਾਤਨ ਹੀ ਸੋਚ ਰੱਖੀ, ਤਾਂ ਮੰਨ ਲਓ ਅਸੀਂ ਹਜੇ ਵੀ 50 ਸਾਲ 25 ਸਾਲ ਪਿੱਛੇ ਆ, ਅਸੀਂ ਅੱਗੇ ਨਹੀਂ ਵਧੇ ਹਾਂ। ਹਾਂਜੀ ਭੈਣ ਜੀ, ਸੋਚ ਜਿਹੜੀ ਹੈ ਉਹ ਗੁਰਮਤ ਅਨੁਸਾਰ ਬਦਲਣੀ ਚਾਹੀਦੀ ਹੈ। ਜੋ ਗੁਰਮਤ ਵਿੱਚ ਪ੍ਰਵਾਨ ਨਹੀਂ, ਮੈਂ ਨਹੀਂ ਸਮਝਦੀ ਕਿ ਸਾਨੂੰ ਉਸ ਕਿਸਮ ਦਾ, ਦੇਖੋ ਇੱਕ ਪੱਛਮ ਦੇ ਕਲਚਰ ਦਾ ਤੇ ਈਸਟ ਦੇ ਕਲਚਰ ਦਾ ਬਹੁਤ ਫਰਕ ਹੈ ਜੀ। ਤੇ ਉਹਨਾਂ ਦੇ ਕਲਚਰ ਵਿੱਚ ਗੁਣ ਵੀ ਹਨ ਤੇ ਉਹਨਾਂ ਦੇ ਕਲਚਰ 'ਚ ਔਗਣ ਵੀ ਹਨ। ਸਾਡੇ ਕਲਚਰ 'ਚ ਵੀ ਗੁਣ ਵੀ ਹਨ ਤੇ ਔਗਣ ਵੀ ਹਨ। ਗੁਣ ਜ਼ਰੂਰ ਅਪਣਾ ਲਈਏ, ਪਰ ਔਗਣ ਨਾ ਉਹਨਾਂ ਦੇ ਅਪਣਾਈਏ। ਇਸ ਸਮੇਂ ਜਿਹੜੀ ਬਹੁਤ ਹੀ ਲੋਕਾਂ ਦੀ ਇਹ ਹੈਗੀ ਹੈ ਕਿ ਜਦੋਂ ਅਸੀਂ ਵਿਚਰਦੇ ਹਾਂ, ਸੰਗਤਾਂ ਵੱਲੋਂ, ਬੀਬੀਆਂ ਵੱਲੋਂ ਬੜੇ ਸਵਾਲ ਪੁੱਛੇ ਜਾਂਦੇ ਨੇ ਕਿ ਅੱਜ ਕੱਲ ਗੁਰਦੁਆਰਿਆਂ ਦਾ ਜਿਹੜੀ ਹਾਲਾਤ ਨੇ ਬੜੇ ਨਾਜ਼ੁਕ ਨੇ, ਤੇ ਗੁਰੂ ਘਰਾਂ ਦੇ ਵਿੱਚ ਪ੍ਰਬੰਧ ਕਿਹੋ ਜਿਹੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ? ਅੰਮ੍ਰਿਤਧਾਰੀ ਹੋਣ, ਨਿਤਨੇਮੀ ਹੋਣ, ਗੁਰੂ ਤੇ ਸਿਧਾਂਤ ਤੇ ਚੱਲਣ ਵਾਲੇ ਹੋਣ, ਜਾਂ ਫਿਰ
ਅੱਜ ਲੋਕੇ ਸਮੇਂ 'ਚ ਜੋ ਚੱਲ ਰਿਹਾ, ਸ਼ਰਾਬੀ, ਨਸ਼ੇੜੀ, ਕਬਾਬੀ, ਜ਼ਨਕਬਾਜ਼ ਜੋ ਕੁਰਸੀਆਂ ਤੇ ਖੜੇ ਹੋ ਕੇ ਦਾਅਵਾ ਕਰਦੇ ਨੇ ਤੇ ਫਿਰ ਇਹ ਵੀ ਦਾਅਵਾ ਕਰਦੇ ਨੇ ਕਿ ਸੇਵਾ ਸੰਭਾਲ ਟਰੱਸਟੀ ਮੈਂਬਰ ਅਸੀਂ ਹੀ ਹੋਣਾ ਹੈ। ਨਿਤਨੇਮੀਆਂ ਨੂੰ, ਅੰਮ੍ਰਿਤਧਾਰੀਆਂ ਨੂੰ ਬਾਹਰ ਕੱਢਿਆ ਜਾਵੇ। ਇਸ ਦਾ ਆਉਣ ਵਾਲੇ ਸਮਿਆਂ ਵਿੱਚ ਬੱਚਿਆਂ ਤੇ ਕੀ ਇਫੈਕਟ ਹੋਏਗਾ, ਆਉਣ ਵਾਲੀਆਂ ਪਨੀਰੀਆਂ ਨੂੰ ਕੀ ਹਜਰਾਨਾ, ਇਹਦੇ ਬਾਰੇ ਤੁਸੀਂ ਦੱਸੋ ਥੋੜਾ ਜਿਹਾ। ਮੈਂ ਸਿਰਫ ਉਨੀ ਕੁ ਗੱਲ ਸਾਂਝੀ ਕਰਾਂਗੀ ਜੋ ਮੈਂ ਦੇਖਿਆ ਜਾਂ ਮਹਿਸੂਸ ਕੀਤਾ। ਇੱਥੇ ਵੀ ਤਕਰੀਬਨ ਮੈਂ ਦੇਖ ਰਹੀ ਹਾਂ ਜਿੱਥੇ ਲੋਕਲ ਗੁਰਦੁਆਰੇ ਨੇ, ਬਹੁਤ ਘੱਟ ਗੁਰਦੁਆਰੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਇਹੋ ਜਿਹੇ ਜਿਹੋ ਜਿਹੇ ਅਸੀਂ ਇੱਕ ਆਈਡੀਅਲ ਜਿਹਨੂੰ ਕਹਿੰਦੇ ਆ। ਜੀ ਆਮ ਤੌਰ ਤੇ ਗੁਰਦੁਆਰੇ ਜਿਹੜੇ ਨੇ ਉਹ ਇੱਕ ਪਾਵਰ ਪੋਲਿਟਿਕਸ ਦਾ ਅੱਡਾ ਬਣ ਗਏ ਹੋਏ ਨੇ। ਔਰ ਇਹੀ ਕਾਰਨ ਹੈ ਕਿ ਜਿਹੜਾ ਸਾਡਾ ਨੌਜਵਾਨ ਹੈ ਅੱਜ ਉਹ ਗੁਰਦੁਆਰੇ ਨਹੀਂ ਆ ਰਿਹਾ, ਜੀ ਕਿਉਂਕਿ ਨੌਜਵਾਨ ਨੂੰ ਜੇ ਅਸੀਂ ਰੂਹ ਦੀ ਖੁਰਾਕ ਦੇਣੀ ਹੈ, ਉਹਨੂੰ ਧਰਮ ਦੀ ਖੁਰਾਕ ਦੇਣੀ ਹੈ, ਤੇ ਸਾਨੂੰ ਉਹ ਵਾਤਾਵਰਣ ਦੇਣਾ ਪਏਗਾ। ਅੱਜ ਹਾਲਾਤ ਇਹ ਹੈਗੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਪ੍ਰਧਾਨਗੀਆਂ ਦੇ ਝਗੜਿਆਂ ਦੇ ਨਾਲ ਕਰੋੜਾਂ ਰੁਪਏ ਅਸੀਂ ਜਿਹੜੇ ਉਹ ਕੋਰਟ ਕਚਹਿਰੀਆਂ ਦੇ ਵਿੱਚ ਬਰਬਾਦ ਕਰ ਦਿੰਨੇ ਆ, ਤੇ ਜੀ ਪ੍ਰਧਾਨੀਆਂ ਪਿੱਛੇ ਅਸੀਂ ਨਵੇਂ ਗੁਰਦੁਆਰੇ ਬਣਾ ਲੈਂਦੇ ਆ। ਤੇ ਇੱਥੇ ਗੁਰਮਤ ਨਾਲੋਂ ਜ਼ਿਆਦਾ ਤਾਂ ਪ੍ਰਧਾਨਗੀਆਂ ਦਾ ਰੌਲਾ ਆ ਗਿਆ। ਔਰ ਜਿਹੜਾ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਹੈ, ਬਾਣੀ ਨਾਲ ਜੁੜਨਾ ਚਾਹੁੰਦਾ ਹੈ, ਕੁਝ ਗੁਰਦੁਆਰੇ ਤੋਂ ਸਿੱਖਣਾ ਚਾਹੁੰਦਾ ਹੈ, ਜਦੋਂ ਉਹਨੂੰ ਉਹ ਗੱਲ ਨਹੀਂ ਲੱਭਦੀ ਉਹ ਆਪਣੇ ਆਪ ਪਿੱਛੇ ਹਟ ਜਾਂਦੇ ਨੇ। ਔਰ ਮੈਂ ਸਮਝਦੀ ਹਾਂ ਸਾਡੇ ਨੌਜਵਾਨਾਂ ਦਾ ਗੁਰਦੁਆਰਿਆਂ ਦੇ ਵਿੱਚ ਸ਼ਾਮਲ ਨਾ ਹੋਣਾ ਇੱਕ ਵੱਡਾ ਉਹਦਾ ਇਹ ਵੀ ਕਾਰਨ ਹੈ ਕਿ ਅਸੀਂ ਉਹਨਾਂ ਵਾਸਤੇ ਇੱਕ ਚੰਗੇ ਰੋਲ ਮਾਡਲ ਨਹੀਂ ਬਣ ਸਕੇ। ਅਸੀਂ ਉਹਨਾਂ ਵਾਸਤੇ ਇਹੋ ਜਿਹੇ ਰੋਲ ਮਾਡਲ ਸਿੱਖ ਨਹੀਂ ਬਣ ਸਕੇ ਕਿ ਉਹ ਆਣ, ਜੁੜਨ ਔਰ ਉਹ ਜਿਹੜੀ ਇੱਕ ਪਰੰਪਰਾ ਹੈ ਉਹਨੂੰ ਅੱਗੇ ਲੈ ਕੇ ਜਾਣ। ਸੋ ਇਹ ਬੜੀ ਇੱਕ ਮੈਂ ਸਮਝਦੀ ਹਾਂ ਤਰਾਸਦੀ ਸਾਡੀ ਹੋ ਗਈ ਹੈ ਕਿ ਹਰ ਗੁਰਦੁਆਰੇ 'ਚ ਝਗੜਾ, ਵਿਰਲਾ ਕੋਈ ਬਚਿਆ ਹੋਵੇ। ਜੀ ਇਸੇ ਬਾਬਤ ਅੱਜ ਤੋਂ 2 ਸਾਲ ਪਹਿਲਾਂ ਗੱਲ ਕਰਦੀ ਜਾਵਾਂ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਸਨ ਇੰਗਲੈਂਡ ਵਿੱਚ, ਤੇ ਜਿਵੇਂ ਤੁਹਾਨੂੰ ਦੱਸਿਆ ਕਿ ਸਾਨੂੰ ਮਤਲਬ ਦੱਸਿਆ ਗਿਆ ਕਿ ਇਹੋ ਜਿਹਾ ਇੱਥੇ ਵਾਪਰ ਰਿਹਾ ਹੈ, ਤੇ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਪਾਰਕ ਐਵਨਿਊ ਗੁਰਦੁਆਰੇ ਗਏ। ਉਸ ਤੋਂ ਬਾਅਦ ਉਹਨਾਂ ਨੇ ਇੱਕ ਮੀਟਿੰਗ ਕਾਨਫਰੰਸ ਰੱਖੀ ਸੀ ਹੈਵਲੋਕ ਗੁਰਦੁਆਰੇ ਵਿੱਚ। ਉੱਥੇ ਸਾਰੇ ਜਣੇ ਅਸੀਂ ਬੈਠੇ, ਤਕਰੀਬਨ ਉਸ ਹਾਲ ਦੇ ਵਿੱਚ 400-500 ਬੰਦਾ ਸੀਗਾ, ਉੱਥੇ ਸਾਰੇ ਬੈਠੇ ਹੋਏ ਸਾਂ। ਤੇ ਉੱਥੇ ਸਵਾਲ ਸਾਰਿਆਂ ਨੇ ਆਪਣੇ ਆਪਣੇ ਕੀਤੇ। 3-4 ਬੀਬੀਆਂ ਸੀਗੀਆਂ ਤੇ ਉਹਨਾਂ ਚੋਂ ਇੱਕ ਬੀਬੀ ਅਸੀਂ ਵੀ ਨਾਲ ਸ਼ਾਮਿਲ ਸਾਂ ਉਹਨਾਂ ਦੇ, ਤੇ ਸਾਰਿਆਂ ਨੇ ਆਪਣੇ ਆਪਣੇ ਸਵਾਲ ਰੱਖੇ ਸਾਹਮਣੇ, ਵੀਰਾਂ ਨੇ ਵੀ। ਤੇ ਸਾਡਾ ਸਵਾਲ ਇਹੀ ਸਵਾਲ ਉੱਠਿਆ ਸੀ ਉੱਥੇ, ਤਾਂ ਉੱਥੇ ਉਹਨਾਂ ਨੇ ਜਵਾਬ ਦਿੱਤਾ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿ ਤੁਸੀਂ ਬਾਹਰ ਦੇ ਗੁਰਦੁਆਰੇ ਚੋਂ 5-7 ਬੰਦੇ ਹੱਟੇ ਕੱਟੇ ਲੈ ਕੇ ਜਾਓ, ਉਹਨਾਂ ਦੇ ਹੱਡ ਗੋਡੇ ਭੰਨ ਕੇ ਲਿਆਓ। ਤਾਂ ਪਹਿਲੇ ਪਹਿਲੇ ਜਦੋਂ ਸਭ ਤੋਂ ਪਹਿਲੇ ਉਹਨਾਂ ਨੇ ਗੱਲ ਸੁਣੀ ਤਾਂ ਹੱਸਣ ਲੱਗੇ। ਉਹ ਜਦੋਂ ਹੱਸਣ ਲੱਗੇ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਸਿੰਘ ਬੈਠੇ ਸਨ ਉਹ ਵੀ ਮੁਸਕਰਾਉਣ ਲੱਗੇ। ਸਾਨੂੰ ਕਿਹਾ ਕਿ ਸਵਾਲ ਪੁੱਛ ਕੇ ਵਾਪਸ ਕੁਰਸੀ ਤੇ ਬੈਠ ਜਾਓ। ਤਾਂ ਅਸੀਂ ਵਾਪਸ ਇੱਕਦਮ ਖੜੇ ਹੋ ਗਏ। ਮੈਂ ਕਿਹਾ ਗਿਆਨੀ ਜੀ, ਮੈਨੂੰ ਇੰਝ ਲੱਗਦਾ ਕਿ ਤੁਸੀਂ ਇਸਦੀ ਹਿਮਾਇਤ ਕਰਦੇ ਪਏ ਹੋ ਕਿ ਗੁਰਦੁਆਰਿਆਂ ਦਾ ਪ੍ਰਬੰਧ ਇਹੋ ਜਿਹੇ ਲੋਕਾਂ ਦੇ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਤੁਸੀਂ ਹਿਮਾਇਤ ਦੇ ਰਹੇ ਹੋ ਤਾਂ ਕਿ ਕੱਲ ਨੂੰ ਜਿਹੜੀ ਪਨੀਰੀਆਂ ਹੈਗੀਆਂ ਨੇ ਸ਼ਰਾਬ ਵੱਲ ਵਧਣ, ਉਹ ਗੁਰੂ ਘਰ ਵਿੱਚ ਨਾ ਆਉਣ, ਗੁਰੂ ਨਾਲ ਨਾ ਜੁੜ ਸਕਣ। ਤੇ ਇੱਥੇ ਤੁਹਾਨੂੰ ਪਤਾ ਹੈ ਕਿ ਨਸ਼ੇ ਬਹੁਤ ਜ਼ਿਆਦਾ ਨੇ, ਜਿਵੇਂ ਪੰਜਾਬ ਵਿੱਚ 6ਵਾਂ ਦਰਿਆ ਵਗ ਰਿਹਾ, ਇੱਥੇ ਵੀ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ, ਪਤਿਤ ਹੋ ਰਹੇ ਨੇ। ਕੁੜੀਆਂ ਬੱਚੀਆਂ ਸਾਡੀਆਂ ਗੈਰ ਧਰਮਾਂ ਦੇ ਨਾਲ ਜਾ ਰਹੇ ਨੇ, ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੀ ਪਤਾ ਹੋਵੇ ਕਿ ਇੱਥੇ ਜਿਹੜੀ ਇੱਕ ਮੁਸਲਿਮ ਕੰਟਰੀ ਅਖਬਾਰ ਵਿੱਚ ਵੀ ਆਇਆ ਸੀਗਾ। ਉਹ ਹੈਗੀ ਜੀ ਜੀ ਬਿਲਕੁਲ, ਉਹ 10,000 15,000 ਪਾਉਂਡ 20,000 ਪਾਉਂਡ ਬੱਚਿਆਂ ਦੇ ਉੱਪਰ ਉਹਨਾਂ ਨੇ ਇਨਾਮ ਰੱਖੇ ਹੋਏ ਨੇ। ਉਹ ਬੱਚੇ ਆਪਣੇ ਬੱਚਿਆਂ ਨੂੰ ਕੜਾ, ਜਪਜੀ ਸਾਹਿਬ, ਮੂਲ ਮੰਤਰ ਮਾੜਾ ਜਿਹਾ ਸਿਖਾ ਦਿੰਦੇ ਨੇ। ਉਹ ਫਿਰ ਸਾਡੇ ਸਿੱਖ ਬੱਚਿਆਂ ਨੂੰ ਆਪਣੇ ਅੰਦਰ ਵੱਸ ਵਿੱਚ ਲੈ ਕੇ ਪਿਆਰ ਦਾ ਨਾਟਕ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ, ਧਰਮ ਬਦਲਾਵ ਕਰਦੇ ਨੇ। ਫਿਰ ਜਾ ਕੇ ਬਾਜ਼ਾਰਾਂ ਵਿੱਚ, ਪਾਕਿਸਤਾਨ ਵਿੱਚ ਇੱਧਰ ਉੱਧਰ ਜਾ ਕੇ ਵੇਚ ਆਉਂਦੇ ਨੇ। ਉਹ ਵਾਪਸ ਕਦੀ ਆਪਣੇ ਮਾਪਿਆਂ ਨੂੰ ਨਹੀਂ ਦੇਖ ਸਕਦੀਆਂ ਨੇ। ਬੱਚੇ ਗੁਰਦੁਆਰਿਆਂ ਤੋਂ ਦੂਰ ਹੋਣੇ, ਕੀ ਤੁਸੀਂ ਇਹਦੀ ਸਾਰੀ ਹਿਮਾਇਤ ਭਰਦੇ ਹੋ? ਏਦਾਂ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਨਾਲ ਦੇ ਗੁਰਦੁਆਰੇ ਤੋਂ 5-7 ਬੰਦੇ ਲੈ ਕੇ ਜਾਈਏ, ਉਹਨਾਂ ਦੇ ਹੱਡ ਗੋਡੇ ਤੇ ਮਾਰੀਏ ਤੇ ਉਹਨਾਂ ਨੂੰ ਸਬਕ ਸਿਖਾਈਏ। ਤਾਂ ਅਸੀਂ ਫਿਰ ਵਾਪਸ ਇਹ ਗੱਲ ਕੀਤੀ ਕਿ ਗਿਆਨੀ ਜੀ, ਇਹ ਆਪਾਂ ਇੰਗਲੈਂਡ ਵਿੱਚ ਰਹਿ ਰਹੇ ਹਾਂ, ਪੰਜਾਬ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਚੁੱਕ ਕੇ ਮਾਰ ਕੇ ਤੇ ਆ ਜਾਈਏ। ਇਹ ਪੰਜਾਬ ਨਹੀਂ, ਤੇ ਐਜ਼ ਏ ਰੂਲਸ ਰੈਗੂਲੇਸ਼ਨ ਨਾਲ ਸਾਨੂੰ ਇਹਦੇ ਚੱਲਣਾ ਪੈਂਦਾ। ਭੈਣ ਜੀ, ਇਹ ਗੱਲਾਂ ਤਾਂ ਤੁਸੀਂ ਐਵੇਂ ਜੀਆਂ ਲੈ ਕੇ ਖੜ ਕੇ ਬੈਠ ਗਏ ਹੋ। ਕੋਈ ਦੂਸਰਾ ਸਵਾਲ ਕਰੋ, ਭੈਣ ਜੀ ਨੂੰ ਬਿਠਾਓ। ਜੇ ਹੁਣ ਸਾਡੀ ਗੱਲ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਐਜ਼ ਏ ਜਥੇਦਾਰ ਗੁਰੂ ਅਕਾਲ ਤਖਤ ਸਾਹਿਬ ਸਿਰਮੌਰ ਹਸਤੀ ਨੇ, ਉਹਨਾਂ ਦੇ ਕੋਲ ਸਿੱਖ ਸੰਗਤਾਂ ਆਪਣੇ ਸਵਾਲਾਂ ਨੂੰ ਲੈ ਕੇ ਗਈਆਂ ਨੇ, ਤੇ ਜੇ ਉਹ ਵੀ ਇਹਦਾ ਸਮਾਧਾਨ ਨਹੀਂ ਕੱਢ ਸਕਦੇ ਨੇ, ਫਿਰ ਸਿੱਖ ਕੌਮ ਕਿੱਥੇ ਜਾਵੇਗੀ? ਦੇਖੋ, ਮਾਫ ਕਰਨਾ, ਅਸੀਂ ਜਦੋਂ ਸਾਨੂੰ ਕੋਈ ਮਸਲਾ ਆਂਦਾ ਹੈ, ਅਸੀਂ ਦੇਖਦੇ ਹਾਂ ਕਿ ਜੀ ਜਥੇਦਾਰ ਉਹਦਾ ਮਸਲਾ ਹੱਲ ਕਰੇ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਇੱਕ ਪਰਿਵਾਰ ਦੀ ਬੱਚੀ ਪੁਰਾਏ ਪੈਣੀ ਸ਼ੁਰੂ ਹੁੰਦੀ ਹੈ, ਉਹਦੇ ਮਾਪਿਆਂ ਨੂੰ ਕਿਉਂ ਨਹੀਂ ਪਤਾ ਲੱਗਦਾ? ਜੇ ਗੈਰ ਧਰਮ ਦੇ ਮੁੰਡੇ ਇੰਨੇ ਪਰਪੱਕ ਕਰਨ ਕਿ ਉਹ ਸਾਡੀਆਂ ਬੱਚੀਆਂ ਨੂੰ ਆਪਣੇ ਧਰਮ 'ਚ ਲੈ ਜਾਂਦੇ ਨੇ, ਸਾਡੀ ਬੱਚੀਆਂ ਦੀ ਕਮਜ਼ੋਰੀ ਦਾ ਕੌਣ ਜ਼ਿੰਮੇਵਾਰ ਹੈ? ਅਸੀਂ ਕਿਉਂ ਨਹੀਂ ਆਪਣੀਆਂ ਬੱਚੀਆਂ ਨੂੰ ਇੰਨਾ ਤਗੜਾ ਕੀਤਾ ਹੋਇਆ? ਅਸੀਂ ਕਿਉਂ ਨਹੀਂ ਉਹਨਾਂ ਨੂੰ ਇੰਨਾ ਸਿੱਖੀ ਵਿੱਚ ਪਰਪੱਕ ਕੀਤਾ ਹੋਇਆ ਕਿ ਕੋਈ ਜੁਰਤ ਨਾ ਕਰੇ ਉਹਨਾਂ ਵੱਲ ਅੱਖ ਚੁੱਕਣ ਦੀ? ਜਿਹੜੀਆਂ ਜ਼ਿੰਮੇਵਾਰੀਆਂ ਮਾਪਿਓ ਦੀਆਂ, ਅਸੀਂ ਜ਼ਿੰਮੇਵਾਰੀਆਂ ਉਹ ਬਾਹਰ ਕਿਸੇ ਨੂੰ ਨਹੀਂ ਦੇ ਸਕਦੇ। ਆਪਣੀ ਬੱਚੀ ਦੀ ਜ਼ਿੰਮੇਵਾਰੀ ਜਦ ਤੱਕ ਮਾਪਿਓ ਆਪ ਨਹੀਂ ਚੁੱਕਣਗੇ, ਹੁਣ ਤੁਸੀਂ ਬੱਚੀਆਂ ਦੀ ਗੱਲ ਕਰ ਰਹੇ ਹੋ, ਪਰ ਮੈਨੂੰ ਇਹ ਦੱਸੋ ਕਿ ਆਮ ਘਰਾਂ ਵਿੱਚ ਕੀ ਹੋ ਰਿਹਾ ਹੈ? ਆਮ ਘਰਾਂ ਦਾ ਜਿਹੜਾ ਵਾਤਾਵਰਨ, ਮੈਂ ਤੁਹਾਨੂੰ ਕੈਨੇਡਾ ਦੇ ਕਿਸੇ ਪਰਿਵਾਰ ਦੀ ਗੱਲ ਦੱਸਦੀ ਆ ਵੀ ਸਿੱਖ ਪਰਿਵਾਰ ਹੈ, ਤੇ ਉਹ ਬੱਚੀ ਉਹਨਾਂ ਦੀ ਕਹਿੰਦੀ ਹੈ ਕਿ ਵੀ ਮੈਂ ਸਿੱਖਾਂ 'ਚ ਵਿਆਹ ਨਹੀਂ ਕਰਨਾ। ਮੈਂ ਕਿਹਾ ਬੇਟਾ, ਤੇਰਾ ਪਰਿਵਾਰ ਸਾਰਾ ਸਿੱਖ ਹੈ ਤੇ ਵੀ ਤੈਨੂੰ ਕੀ ਐਲਰਜੀ ਕਿਸ ਗੱਲ ਦੀ ਹੈ ਜੀ? ਤੇ ਉਹ ਕਹਿੰਦੀ ਜੀ ਮੇਰਾ ਜਿਹੜਾ ਪਿਓ ਹੈ ਨਾ, ਉਹ ਮੇਰੀ ਮਾਂ ਨੂੰ ਕੁੱਟਦਾ ਹੈ, ਤੇ ਉਹਦੇ ਵਾਸਤੇ ਇਹ ਮਾਮੂਲੀ ਗੱਲ ਸੀ ਕਿ ਜਿਹੜਾ ਸਿੱਖ ਬੰਦਾ ਹੈ ਉਹ ਆਪਣੀ ਘਰ ਦੀ ਨੂੰ ਕੁੱਟਦਾ ਹੈ। ਉਹ ਕਹਿੰਦੀ ਜੀ ਮੈਨੂੰ ਨਹੀਂ ਇਹੋ ਜਿਹਾ ਘਰ ਵਾਲਾ ਚਾਹੀਦਾ, ਇਸ ਲਈ ਸਿੱਖ ਨਾਲ ਵਿਆਹ ਨਹੀਂ ਕਰਨਾ। ਉਹਨੇ ਇਹ ਨਹੀਂ ਦੇਖਿਆ ਕਿ ਮੇਰੇ ਘਰ ਦਾ ਜਿਹੜਾ ਮੇਰਾ ਪਿਓ ਹੈ, ਉਹਨੇ ਮੇਰੇ ਘਰ ਦੇ ਵਾਤਾਵਰਨ ਜੋ ਕ੍ਰੀਏਟ ਕੀਤਾ, ਉਹ ਜ਼ਰੂਰੀ ਨਹੀਂ ਹਰ ਘਰ 'ਚ ਹੋਵੇ, ਔਰ ਉਹ ਸਿੱਖ ਚਲਨ ਨਹੀਂ ਹੈ ਜੀ। ਪਰ ਇਹਨੂੰ ਕੌਣ ਸਮਝਾਏਗਾ, ਕੌਣ ਦੱਸੇਗਾ? ਉਹਨੇ ਆਪਣਾ ਇੱਕ ਮਨ ਬਣਾ ਲਿਆ ਕਿ ਸਿੱਖ ਘਰ 'ਚ ਇੰਜ ਹੁੰਦਾ, ਮੈਨੂੰ ਨਹੀਂ ਚਾਹੀਦਾ। ਅਸੀਂ ਉਹਨੂੰ ਬਦਲ ਕਦੋਂ ਦਿਖਾਇਆ? ਅਸੀਂ ਕਦੋਂ ਕਿਹਾ? ਅਸੀਂ ਕਦੋਂ ਉਹਦੀ ਮਾਂ ਦੇ ਨਾਲ ਖੜ ਕੇ ਕਿਹਾ ਵੀ ਜੋ ਤੇਰਾ ਘਰ ਵਾਲਾ ਕਰਦਾ ਹੈ ਗਲਤ ਹੈ? ਅਸੀਂ ਉਸ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਜੇ ਕੁਰਾਏ ਪੈ ਜਾਂਦੇ ਨੇ ਤੇ ਉਹਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ। ਤੁਸੀਂ ਬਾਹਰ ਕਿੱਥੇ ਲੱਭਣ ਜਾਂਦੇ ਹੋ ਇਹਦੇ ਹਾਲ? ਨਹੀਂ, ਸਾਡਾ ਮਤਲਬ ਇਹ ਕਿ ਹੁਣ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਪ੍ਰਬੰਧ ਇਹੋ ਜਿਹਾ ਹੋਏਗਾ ਕਿ ਸਾਡੇ ਬੱਚੇ ਉੱਥੇ ਗੁਰੂ ਦਾ ਗਿਆਨ ਲੈਣ ਵੀ ਨਹੀਂ ਜਾਣਗੇ। ਉਹ ਇਹ ਆਖਦੇ ਨੇ ਕਿ ਅੱਜ ਦੇ ਸਿੱਖ ਦੋਗਲੇ ਹੋ ਗਏ ਨੇ, ਦੋ ਮੂੰਹਾਂ ਵਾਲੇ ਹੋ ਗਏ ਨੇ। ਆਦਮੀ ਦਾੜੀ ਟ੍ਰਿਮ ਕਰੇ ਉਹ ਇਜਾਜ਼ਤ ਹੈ, ਔਰਤ ਕੇਸ ਨਾ ਕੱਟੇ ਇਹ ਗੁਰੂ ਦੇ ਸਿਧਾਂਤ। ਮੈਂ ਮਤਲਬ ਇਹੋ ਜਿਹੇ ਸਵਾਲ ਆ ਰਹੇ ਨੇ। ਸੋ ਕਿ ਜਿਹੜਾ ਮੇਨ ਸਾਡਾ ਗੁਰਦੁਆਰਿਆਂ ਦਾ ਪ੍ਰਬੰਧ ਹੈ, ਗਿਆਨੀ ਸਾਹਿਬ ਜੀ ਨੂੰ ਆਹ ਸਵਾਲ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਿਹੜੇ ਹੱਥਾਂ 'ਚ ਹੋਣਾ? ਨਿਤਨੇਮੀ ਹੋਣ, ਅੰਮ੍ਰਿਤਧਾਰੀ ਹੋਣ, ਜਾਂ ਅੱਤ ਦੇ ਨਸ਼ੇੜੀ ਹੋਣ? ਇਹਦਾ ਸੰਵਿਧਾਨ ਤਾਂ ਇੱਕ ਸਿੱਖ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ, ਸਾਬਕਾ ਜਥੇਦਾਰ ਤੱਕ ਕੋਲ ਲੈ ਕੇ ਅਰਜ਼ੀ ਉਹਨਾਂ ਕੋਲ ਹੀ ਜਾਏਗਾ, ਉਹਨਾਂ ਨੂੰ ਹੀ ਦਰਖਾਸਤ ਕਰੇਗਾ ਕਿ ਸਾਡੇ ਇਸ ਸੰਵਿਧਾਨ ਦਾ ਹੱਲ ਲੱਭੋ। ਇੱਕ ਗੁਰਦੁਆਰੇ ਦੀ ਨਹੀਂ, ਪੂਰੀ ਕੌਮ ਦੀ ਗੱਲ ਹੈ, ਪੂਰੇ ਸਿੱਖ ਬੱਚਿਆਂ ਦੇ ਆਉਣ ਦੇ ਭਵਿੱਖ ਦੀ ਗੱਲ ਹੈ ਕਿ ਜੇ ਸਾਡੇ ਰੋਲ ਮਾਡਲ ਰਾਤ ਨੂੰ ਸ਼ਰਾਬ ਪੀਣਗੇ, ਨੱਚਣ ਦੇਖਣ, ਆਪਣੀ ਧੀਆਂ ਦੀ ਉਮਰਾਂ ਦੇ ਨਾਚ ਦੇਖਣ ਜਾਣਗੇ, ਤੇ ਫਿਰ ਵਾਪਸ ਸਵੇਰੇ ਉੱਠ ਕੇ ਸਟੇਜ ਤੇ ਉਹ ਸਪੀਚ ਦੇਣਗੇ, ਉਹ ਬੱਚਿਆਂ ਤੇ ਕੀ ਉਹਨਾਂ ਦਾ ਪ੍ਰਭਾਵ ਪਏਗਾ? ਕੀ ਉਹ ਸਿੱਖੀ ਦੇ ਗੁਣਾਂ ਨੂੰ ਅਪਣਾਉਣਗੇ? ਮੇਰਾ ਸਵਾਲ ਇਹ ਹੈਗਾ ਬੀਬੀ ਜੀ। ਦੇਖੋ, ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਦੁਆਰਾ ਪ੍ਰਾਈਵੇਟ ਹੈ ਜਾਂ ਕੀ ਗੁਰਦੁਆਰਾ ਸੰਗਤੀ ਹੈ। ਕਿਉਂਕਿ ਆਮ ਤੌਰ ਤੇ ਵੈਸਟ ਵਿੱਚ ਜਿਹੜੇ ਗੁਰਦੁਆਰੇ ਹੈਗੇ ਨੇ ਉਹ ਨਿੱਜੀ ਟਰਸਟਾਂ ਦੇ ਬਣੇ ਹੋਏ ਨੇ, ਉਹ ਸੰਗਤੀ ਗੁਰਦੁਆਰੇ ਨਹੀਂ ਹਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈਗੇ। ਜਿਹੜੇ ਸੰਗਤ ਦੇ ਪੈਸੇ ਦੇ ਨਾਲ ਬਣੇ ਹੋਣ, ਸੰਗਤ ਦਾ ਪ੍ਰਬੰਧ ਹੋਵੇ, ਇਹੋ ਜਿਹੀ ਗੱਲ ਅਗਰ ਹੈ ਤਾਂ ਫਿਰ ਉੱਥੇ ਸੰਗਤ ਦੇ ਹੱਥ ਵਿੱਚ ਪਾਵਰ ਹੈ ਨਾ ਕਿ ਵੀ ਜੇ ਤੁਹਾਡੇ ਪ੍ਰਬੰਧਕ ਠੀਕ ਨਹੀਂ ਹਨ ਤੇ ਤੁਸੀਂ ਬਦਲ ਦਿਓ। ਅਖੀਰ ਤਾਂ ਆਪਣੀ ਜ਼ਿੰਮੇਵਾਰੀ ਸਾਨੂੰ ਆਪ ਚੁੱਕਣੀ ਪਏਗੀ ਨਾ। ਜਿੱਥੇ ਦਾ ਪ੍ਰਬੰਧ ਠੀਕ ਨਹੀਂ, ਜਿੱਥੇ ਦਾ ਨਿਜ਼ਾਮ ਠੀਕ ਨਹੀਂ, ਉੱਥੇ ਲੋਕਲ ਸਿੱਖ ਕੀ ਕਰ ਰਹੇ? ਜੇ ਲੋਕਲ ਸਿੱਖ ਵੀ ਉਹਨਾਂ ਦੀ ਹਾਂ ਵਿੱਚ ਹਾਂ ਭਰਦੇ ਪਏ ਨੇ, ਫਿਰ ਕਿਹਦੇ ਕੋਲ ਜਾਇਆ ਜਾਏ? ਕਿਉਂਕਿ ਮੈਂ ਅੱਜ ਦੀ ਗੱਲ ਨਹੀਂ ਕਰਨੀ, ਅਸੀਂ ਦੂਰਨ ਦੇਸ਼ੀ ਦੀ ਗੱਲ ਸੋਚੀਏ ਕਿ ਦੂਰਨ ਦੇਸ਼ੀ ਵਿੱਚ ਸਾਡੇ ਆਉਣ ਵਾਲੀ ਪਨੀਰੀਆਂ ਤੇ ਕਿਹੋ ਜਿਹਾ ਪ੍ਰਭਾਵ ਪਏਗਾ ਇਸ ਦਾ। ਕਿਉਂਕਿ ਜਿਹੜੇ ਸਿੱਖ ਪੰਜਾਬ ਵਿੱਚ ਨੇ, ਨਸ਼ਿਆਂ ਦੇ ਵਿੱਚ ਨੇ, ਜਾਂ ਉੱਥੇ ਦਾ ਫਿਰ ਵੀ ਸੰਵਿਧਾਨ ਕਿਸੇ ਪੱਖ, ਕਿਸੇ ਤੱਕ
ਠੀਕ ਹੈਗਾ, ਪਰ ਜਦੋਂ ਅਸੀਂ ਯੂਰਪ ਵੱਲ ਦੇਖਦੇ ਹਾਂ, ਜੇ ਇੱਥੋਂ ਦਾ ਸਮਾਧਾਨ, ਇੱਥੋਂ ਦੇ ਪ੍ਰਚਾਰਕ, ਇੱਥੋਂ ਦੇ ਜਿਹੜੇ ਗੁਰਦੁਆਰੇ ਦੇ ਸੇਵਾਦਾਰ, ਕਮੇਟੀ, ਟਰਸਟੀ ਠੀਕ ਨਹੀਂ ਹੋਣਗੇ, ਆਉਣ ਵਾਲੇ ਸਮਿਆਂ ਵਿੱਚ ਸਿੱਖ ਬੱਚਿਆਂ ਨੂੰ ਜਿਹੜੇ ਅੱਜ ਗੈਰ ਧਰਮਾਂ ਦੇ ਸ਼ਿਕਾਰ ਹੋ ਰਹੇ ਨੇ, ਅਸੀਂ ਉਹਨਾਂ ਨੂੰ ਕਿਵੇਂ ਬਚਾ ਸਕਾਂਗੇ? ਦੇਖੋ, ਸਵਾਲ ਤਾਂ ਬਹੁਤ ਸੰਜੀਦਾ ਹੈ ਔਰ ਇਹਦਾ ਕੋਈ ਤੁਸੀਂ ਕੋ ਨਾ ਆਸਾਨ ਜਿਹਾ ਜਵਾਬ ਹੈ ਜੀ। ਔਰ ਨਾ ਹੀ ਮੈਨੂੰ ਲੱਗਦਾ ਹੈ ਕਿ ਵੀ ਸਾਡੇ ਕੋਲ ਇਹਦਾ ਕਿਸੇ ਇੱਕ ਜਾਂ ਦੋ ਵਿਅਕਤੀਆਂ ਕੋਲ ਹੱਲ ਹੈ, ਕਿਉਂਕਿ ਇਹ ਤਾਂ ਜਦੋਂ ਕੌਮ ਦੇ ਵਿੱਚ ਇਸ ਕਿਸਮ ਦੀ ਕਿਰਦਾਰ ਦੀ ਗਿਰਾਵਟ ਆ ਜਾਵੇ ਤੇ ਇਹ ਤਾਂ ਫਿਰ ਇੱਕ ਲਹਿਰ ਹੀ ਚਲਦੀ ਹੁੰਦੀ ਹੈ, ਜਿਹਦੇ ਵਿੱਚ ਕਿ ਮੈਂ ਸਮਝਦੀ ਹਾਂ ਕਿ ਬਤੌਰ ਇੱਕ ਜਨਨੀ ਇਹਦੇ ਵਿੱਚ ਜਿਹੜੀਆਂ ਮਾਵਾਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ। ਘੱਟੋ ਘੱਟ ਮਾਂ ਆਪਣੇ ਬੱਚਿਆਂ ਨੂੰ ਅਗਰ ਸਹੀ ਵੈਲਿਊਜ਼ ਦੇ ਰਹੀ ਹੈ ਤੇ ਇੱਕ ਪਾਸੇ ਅਸੀਂ ਕੁਝ ਤਾਂ ਬੱਚਿਆਂ ਨੂੰ ਦੇ ਰਹੇ ਹਾਂ, ਅੱਗੇ ਕੋਸ਼ਿਸ਼ ਤਾਂ ਸਾਨੂੰ ਆਪ ਕਰਨੀ ਪਏਗੀ ਜੇ ਗੁਰਦੁਆਰੇ ਦੇ ਵਿੱਚ ਨਹੀਂ ਸਾਨੂੰ ਲੱਭ ਰਿਹਾ। ਪਰ ਤੁਸੀਂ ਦੇਖੋ ਨਾ, ਅੱਜ ਦੇ ਜ਼ਮਾਨੇ ਦੇ ਵਿੱਚ ਇੰਟਰਨੈਟ ਦੇ ਉੱਪਰ ਕਿੰਨੀ ਇਨਫੋਰਮੇਸ਼ਨ ਅਵੇਲੇਬਲ ਹੈ। ਜਿੰਨੇ ਗੁਰਮਤ ਬਾਰੇ ਜਾਣਨਾ ਹੈ, ਜਿੰਨੇ ਇਤਿਹਾਸ ਜਾਣਨਾ ਹੈਗਾ, ਕੁਝ ਵੀ ਜਾਣਨਾ ਹੈਗਾ, ਬੜੇ ਬੜੇ ਵਿਦਵਾਨਾਂ ਦੀਆਂ ਵੀਡੀਓਜ਼ ਹੈਗੀਆਂ, ਮਟੀਰੀਅਲ ਤੁਹਾਨੂੰ ਮਿਲ ਜਾਂਦਾ ਹੈ, ਨੀਅਤ ਹੋਏ ਤਾਂ ਸਭ ਕੁਝ ਮਿਲ ਜਾਂਦਾ ਹੈ। ਪਰ ਇਹ ਹੈਗਾ ਕਿ ਵੀ ਉਹ ਕਿਵੇਂ ਸ਼ੁਰੂਆਤ ਕਰਨੀ ਹੈ, ਤੇ ਸ਼ੁਰੂਆਤ ਮਾਂ ਦੇ ਹੱਥਾਂ 'ਚ ਕਿਉਂ ਨਾ ਹੋਵੇ ਕਿ ਆਪਣੇ ਬੱਚੇ ਨੂੰ ਸਾਂਭੇ। ਕਿਸੇ ਨੇ ਤਾਂ ਕਰਨੀ ਹੈ ਨਾ, ਆਪਣੇ ਘਰਾਂ ਤੋਂ ਸ਼ੁਰੂ ਕਰ ਲਈਏ। ਜੀ ਬਿਲਕੁਲ, ਮੈਂ ਤੁਹਾਡੀ ਬਿਲਕੁਲ ਗੱਲ ਨਾਲ ਬਿਲਕੁਲ ਸਹਿਮਤ ਹਾਂ, ਗੱਲ ਤੁਹਾਡੀ ਬਿਲਕੁਲ ਠੀਕ ਮੰਨਣ ਵਾਲੀ ਹੈ। ਜਿਹੜਾ ਸਵਾਲ ਹੈ ਹਲੇ ਵੀ ਉੱਥੇ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀ, ਜਿੱਥੇ ਏਕੋ ਨਾਮ ਵਖਾਣੀ। YouTube ਤੇ ਗੂਗਲ ਤੇ ਅਸੀਂ ਸਭ ਕੁਝ ਸਾਨੂੰ ਮਿਲ ਜਾਏਗਾ, ਪਰ ਸਤਿਗੁਰੂ ਦੇ ਸਾਹਮਣੇ ਬੈਠ ਕੇ ਸਤਿਗੁਰੂ ਦੀ ਸੱਚੀ ਸੁੱਚੀ ਸੰਗਤ YouTube ਤੇ ਤਾਂ ਨਹੀਂ ਮਿਲ ਸਕਦੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਮੈਂ ਤਾਂ ਕਹਿ ਰਹੀ ਹਾਂ ਕਿ ਜੇ ਅਸੀਂ ਬਾਣੀ ਦਾ ਗਿਆਨ ਲੈ ਕੇ ਆਪਣੇ ਅੰਦਰ ਹੌਸਲਾ ਪੈਦਾ ਕਰ ਸਕੀਏ, ਆਪਣਾ ਕਿਰਦਾਰ ਪੈਦਾ ਕਰ ਸਕੀਏ, ਗੁਰੂ ਮਹਾਰਾਜ ਸੋਝੀ ਵੀ ਦੇਗਾ, ਹਿੰਮਤ ਵੀ ਦੇਗਾ, ਇਹ ਹਾਲਾਤ ਬਦਲਣ ਦੀ ਸ਼ਕਤੀ ਵੀ ਦੇਗਾ। ਚਲੋ, ਗੁਰੂ ਪਾਤਸ਼ਾਹ ਰਹਿਮਤ ਕਰਨ ਕਿ ਇਹੋ ਜਿਹਾ ਕੁਝ ਸਮਾਧਾਨ ਸਾਡੇ ਜਥੇਦਾਰ ਸਾਹਿਬਾਨ, ਸਾਡੀ ਕੌਮ ਦੇ ਜਿਹੜੇ ਵੱਡੇ ਆਗੂ ਨੇ, ਉਹਨਾਂ ਨੂੰ ਇੱਕ ਅਰਜ਼ੋਈ ਹੈ, ਬੇਨਤੀ ਹੈ ਕਿ ਇਹਦਾ ਵੀ ਕੋਈ ਹੱਲ, ਕੋਈ ਸਿੱਟਾ ਕੱਢਣ, ਕਿ ਇੱਕ ਇਹੋ ਜਿਹਾ ਹੁਕਮ ਜਾਰੀ ਕਰ ਦੇਣ ਜਾਂ ਕੋਈ ਇਹੋ ਜਿਹਾ ਇੱਕ ਸਮਾਧਾਨ ਬਣਾ ਦੇਣ ਕਿ ਗੁਰਦੁਆਰਿਆਂ ਵਿੱਚ ਜਿਹੜੇ ਕਿ ਰੋਲ ਮਾਡਲ ਨੇ, ਜਿਵੇਂ ਮਾਪਿਓ ਬੱਚੇ ਦੀ ਰੋਲ ਮਾਡਲ ਬਣਨ, ਬੱਚੇ ਆਪਣੇ ਮਾਪਿਓ ਨੂੰ ਸੰਭਾਲਣ, ਪਰ ਜਦੋਂ ਕੌਮ ਦੇ ਕੋਈ ਵੱਡੇ ਉਤਸਵ ਹੁੰਦੇ ਨੇ, ਵੱਡੇ ਕਾਰਜ ਕੀਤੇ ਜਾਂਦੇ ਨੇ, ਇੱਕ ਗੁਰਦੁਆਰਾ ਬਣਾਉਣਾ, ਅੱਜ ਤੱਕ ਮੈਂ ਨਾ ਪੜ੍ਹਿਆ ਤੇ ਨਾ ਕਦੀ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਪੜ੍ਹ ਹੋਏਗਾ ਕਿ ਕਿਸੇ ਗੁਰਦੁਆਰੇ ਦੀ ਸੇਵਾ ਸੰਭਾਲ, ਉਸ ਦੀ ਫਾਊਂਡੇਸ਼ਨ ਨੀਆਂ ਕਿਸੇ ਇਹੋ ਜਿਹੇ ਲੋਕਾਂ ਦੇ ਹੱਥੋਂ ਰੱਖੀਆਂ ਗਈਆਂ ਹੋਣ ਜੋ ਆਪ ਨਸ਼ਿਆਂ ਦੇ ਵਿੱਚ ਗਲਤਾਨ ਨੇ, ਤੇ ਉਹ ਇੱਕ ਧਰਮ ਅਸਥਾਨ ਦੀ ਤਿਆਰੀ ਕਰਨ। ਗੁਰੂ ਅਰਜਨ ਸਾਹਿਬ ਦੇ ਸਮੇਂ ਤੇ ਗੁਰੂ ਨਾਨਕ ਪਾਤਸ਼ਾਹ ਤੇ ਅੱਜ ਤੱਕ ਇਹੋ ਜਿਹਾ ਕਦੀ ਇਤਿਹਾਸ ਵਿੱਚ ਨਹੀਂ ਪੜਿਆ। ਆਸ ਕਰਾਂਗੇ ਕਿ ਜਿੱਥੇ ਤੱਕ ਆਵਾਜ਼ ਜਾਏਗੀ, ਜੇ ਸਾਡੇ ਵਿਦਵਾਨ ਪ੍ਰੋਫੈਸਰ ਸਾਹਿਬਾਨ ਇਸ ਗੱਲ ਨੂੰ, ਇਸ ਇੰਟਰਵਿਊ ਨੂੰ ਸੁਣ ਰਹੇ, ਆਪ ਜੀ ਜ਼ਰੂਰ ਆਪਣੇ ਵਿਚਾਰ ਦਿਓ, ਤਾਂ ਕਿ ਇਸ ਗੰਭੀਰ ਸਵਾਲ ਜਿਹੜਾ ਕਿ ਬਹੁਤ ਜ਼ਿਆਦਾ ਗੰਭੀਰ ਅਵਸਥਾ ਦੇ ਵਿੱਚ ਸਿੱਖ ਕੌਮ ਇਸ ਸਮੇਂ ਲੰਘ ਰਹੀ ਹੈ, ਇਹਦਾ ਕੋਈ ਸਿੱਟਾ ਹੱਲ ਸਾਨੂੰ ਮਿਲ ਸਕੇ। ਸੋ ਭੈਣ ਜੀ, ਜਿਵੇਂ ਪਿਛਲੇ ਦਿਨਾਂ 'ਚ ਹੀ, ਹਾਲਾਂਕਿ ਇਸੇ ਹਫਤੇ ਸਾਡੇ ਕੋਲ ਇੰਡੀਆ ਤੋਂ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਇੰਗਲੈਂਡ ਦੀ ਧਰਤੀ ਉੱਚ ਉਚੇਚਾ ਤੌਰ ਤੇ ਆਏ ਸਨ ਇੱਥੇ, ਜੋ ਕਿ 21 ਸ਼ਹੀਦ ਜੋ ਸਾਰਾਗੜ੍ਹੀ ਦੀ ਜੰਗ ਵਿੱਚ 21 ਸਿੰਘ ਸ਼ਹੀਦ ਹੋਏ ਸਨ, ਉਹਨਾਂ ਚੋਂ ਇੱਕ ਸਿੰਘ ਸਰਦਾਰ ਈਸ਼ਰ ਸਿੰਘ ਜੀ ਦਾ ਬੁੱਤ ਵੁਲਵਰਹੈਂਪਟਨ ਵੈਡਨਸਫੀਲਡ ਗੁਰੂ ਨਾਨਕ ਗੁਰਦੁਆਰਾ ਵਿਖੇ, ਗੁਰਦੁਆਰੇ ਦੇ ਬਿਲਕੁਲ ਬਾਹਰ ਲਾਇਬ੍ਰੇਰੀ ਦੇ ਸਾਹਮਣੇ ਲਗਾਇਆ ਗਿਆ, ਤੇ ਉਸ ਸ਼ਾਇਦ ਬੁੱਤ ਨੂੰ ਆਪ ਜੀ ਨੇ ਵੀ ਦੇਖਿਆ ਹੋਏਗਾ। ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਨੇ ਉਸ ਦਾ ਉਦਘਾਟਨ ਕੀਤਾ ਸੀ, ਤੇ ਉੱਪਰ ਬੁੱਤ ਹੈ ਤੇ ਬੁੱਤ ਦੇ ਪੈਰਾਂ ਦੇ ਥੱਲੇ ਪਾਵਨ ਪੰਕਤੀ ਲਿਖੀ ਹੋਈ ਹੈ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾੜੇ ਖੇਤ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਹੁਣ ਮੂਰਤੀ ਜੇ ਬਣਾਈ ਹੈ ਤੇ ਮੂਰਤੀ ਤਾਂ ਇਨਸਪੀਰੇਸ਼ਨ ਦਾ ਹੀ ਇੱਕ ਬਣਦੀ ਹੈ ਨਾ। ਜੇ ਕੋਈ ਪੁੱਛਦਾ ਵੀ ਕੌਣ ਹੈ, ਇਤਿਹਾਸ ਸੁਣਦਾ ਹੈ, ਪੜ੍ਹਦਾ ਹੈ, ਕਿਤੇ ਨਾ ਕਿਤੇ ਸਿੱਖਾਂ ਦੀ ਬਹਾਦਰੀ ਦੀ ਗੱਲ ਇਹਦੇ ਵਿੱਚ ਛਿੜਦੀ ਹੈ ਨਾ। ਬਿਲਕੁਲ ਬਹਾਦਰੀ ਦੀ ਗੱਲ ਛਿੜਦੀ, ਸਾਰੇ ਸਲੂਟ ਕਰਕੇ ਗਏ ਨੇ, ਵੱਡੇ ਉੱਥੇ ਐਮਪੀਸ ਵਗੈਰਾ ਸਾਰੇ ਆਏ ਸਨ, ਸਭ ਨੇ ਸਲੂਟ ਸਲਾਮੀਆਂ ਦਿੱਤੀਆਂ ਨੇ।
ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਉੱਪਰ ਬੁੱਤ ਬਣਿਆ ਹੈ ਤੇ ਬੁੱਤ ਦੇ ਬਿਲਕੁਲ ਪੈਰ ਦੇ ਥੱਲੇ ਗੁਰੂ ਮਹਾਰਾਜ ਦੀ ਇਹ ਪਾਵਨ ਪੰਕਤੀ, ਸ਼ਬਦ ਦੀ ਪੰਕਤੀ ਲਿਖੀ ਹੋਈ ਹੈ। ਕਿਉਂਕਿ ਸੋਸ਼ਲ ਮੀਡੀਆ ਤੇ ਇਸਦਾ ਕਾਫੀ ਵਿਰੋਧ ਸਵਾਲ ਜਿਹੜੇ ਇਹੋ ਜਿਹੇ ਸਵਾਲਾਂ ਦੇ ਮੇਰੇ ਕੋਲ ਜਵਾਬ ਨਹੀਂ ਹਨ, ਕਿਉਂਕਿ ਅਸੀਂ ਅਖਬਾਰਾਂ ਦੇ ਵਿੱਚ ਜਦੋਂ ਦੇਖਦੇ ਹਾਂ ਜੀ ਧਰਮ ਸੰਬੰਧੀ ਲੇਖ ਲਿਖੇ ਹੁੰਦੇ ਨੇ, ਉਹਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ। ਮੁੜ ਅਸੀਂ ਅਖਬਾਰਾਂ ਰੱਦੀ ਵਿੱਚ ਵੀ ਵੇਚਦੇ ਹਾਂ, ਠੀਕ ਹੈ। ਜੇ ਇਤਿਹਾਸ ਦੀਆਂ ਕਿਤਾਬਾਂ ਜੀ ਜਾਂ ਹੋਰ ਕਿਤਾਬਾਂ ਦੇ ਵਿੱਚ ਵੀ ਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ, ਅਸੀਂ ਪੜ੍ਹ ਕੇ ਉਹ ਕਿਤਾਬਾਂ ਵੀ ਕਈ ਵਾਰ ਰੱਦੀ ਵਿੱਚ ਦੇ ਦਿੰਦੇ ਆ। ਮਤਲਬ ਕਿ ਤੁਹਾਡਾ ਲੱਗਦਾ ਕਿ ਵੀ ਸਾਨੂੰ ਮੇਰੇ ਕੋਲ ਇਸ ਦਾ ਜਵਾਬ ਨਹੀਂ ਜੀ, ਕਿਉਂਕਿ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਬਾਬਤ ਕਾਫੀ ਰੋਸ ਪ੍ਰਗਟ ਕੀਤਾ ਜਾ ਰਿਹਾ, ਵਿਰੋਧ ਕੀਤਾ ਜਾ ਰਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਇਸ ਬਾਬਤ ਕੁਝ ਬੋਲਿਆ ਕਿਉਂ ਨਹੀਂ, ਕਿ ਗੁਰਬਾਣੀ ਦੀ ਪੰਕਤੀ ਉਹਨਾਂ ਦੇ ਪੈਰਾਂ ਥੱਲੇ ਕਿਉਂ ਆਈ ਹੈ। ਇਹ ਕਿਹੜਾ ਕਿਸੇ ਦਾ ਪੈਰ ਹੈਗਾ ਜੀ? ਮੂਰਤ ਹੈ, ਪੈਰ ਤਾਂ ਨਹੀਂ ਹੈ ਕਿਸੇ ਦਾ। ਮੂਰਤ ਵੈਸੇ ਮਾਫ ਕਰਨਾ, ਇਹ ਬੜਾ ਟੱਚੀ ਜਿਹਾ ਸਵਾਲ ਹੈਗਾ। ਇਹਦੇ ਬਾਰੇ ਹਰ ਇੱਕ ਦੀ ਆਪਣੀ ਓਪੀਨੀਅਨ ਹੋ ਸਕਦੀ ਹੈ, ਪਰ ਸੋਸ਼ਲ ਮੀਡੀਆ ਦੇ ਉੱਪਰ ਆਮ ਤੌਰ ਤੇ ਨਾ ਬਿਨਾਂ ਮਤਲਬ ਦੇ ਜਿਹਾਦ ਛੇੜੇ ਜਾਂਦੇ ਨੇ। ਕਈ ਇਸ਼ੂਜ਼ ਦੇ ਉੱਪਰ ਇਹੋ ਜਿਹੇ ਲੋਕ ਕਮੈਂਟ ਕਰ ਰਹੇ ਹੁੰਦੇ ਨੇ ਜਿਨ੍ਹਾਂ ਨੇ ਆਮ ਤੌਰ ਤੇ ਆਪਣੇ ਚਿਹਰੇ ਵੀ ਨਹੀਂ ਦਿਖਾਏ ਹੁੰਦੇ। ਫੇਕ ਆਈਡੀਜ਼ ਹੁੰਦੀਆਂ, ਫੇਕ ਆਈਡੀਜ਼ ਜਾਂ ਗੁਮਨਾਮ ਆਈਡੀਜ਼ ਦੇ ਪਿੱਛੇ ਲੁਕ ਕੇ ਤੇ ਗੰਦੀ ਤੋਂ ਗੰਦੀ ਜਿਹੜੀ ਸ਼ਬਦਾਵਲੀ ਹੈ ਉਹ ਵਰਤ ਕੇ ਲਿਖੀ ਜਾਣਗੇ। ਤੇ ਮੈਨੂੰ ਨਹੀਂ ਲੱਗਦਾ ਇਹੋ ਜਿਹੇ ਲੋਕਾਂ ਨੂੰ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ। ਕਿ ਜੇ ਵਾਕਈ ਕਿਸੇ ਨੇ ਗੱਲ ਕਰਨੀ ਹੈ, ਉਹਨੂੰ ਸੰਜੀਦਗੀ ਦੇ ਨਾਲ ਸਾਹਮਣੇ ਆ ਕੇ ਫੇਸ ਟੂ ਫੇਸ ਗੱਲ ਕਰਨੀ ਚਾਹੀਦੀ ਹੈ। ਔਰ ਇਹ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਕਲਚਰ ਹੈ ਕਿ ਵੀ ਤੁਸੀਂ ਅਗਲੇ ਨੂੰ ਗੱਲ ਕੱਢ ਕੇ ਉਹਨੂੰ ਦਬਾ ਲੋਗੇ, ਇਹਦੇ ਨਾਲ ਬੜੀ ਨੈਗੇਟਿਵਿਟੀ ਪੈਦਾ ਹੁੰਦੀ ਹੈ। ਕੋਈ ਮਸਲੇ ਦਾ ਹੱਲ ਨਹੀਂ ਹੈ। ਕਿਉਂਕਿ ਉੱਥੇ ਸੰਜੀਦਾ ਕਿਸੇ ਨੇ ਗੱਲ ਕਰਨੀ ਹੈ ਨਾ, ਸੰਜੀਦਾ ਗੱਲ ਹਮੇਸ਼ਾ ਚਾਰ ਬੰਦਿਆਂ 'ਚ ਬਹਿ ਕੇ ਹੁੰਦੀ ਹੈ। ਜੀ ਬਿਲਕੁਲ, ਤੁਸੀਂ ਇਸ ਗੱਲ ਦੇ ਪੁਆਇੰਟ ਤੇ ਅਸੀਂ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਦਾ ਜਦੋਂ ਆਉਣ ਦਾ ਉਹਨਾਂ ਦਾ ਪਤਾ ਲੱਗਿਆ ਤੇ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਐਜ਼ ਏ ਪੱਤਰਕਾਰ ਹੋਣ ਦੇ ਨਾਤੇ। ਇੱਥੇ ਬਹੁਤ ਪੱਤਰਕਾਰ ਸੋਸ਼ਲ ਮੀਡੀਆ ਜਾਂ ਟੈਲੀਵਿਜ਼ਨ ਵਾਲੇ, ਅਸੀਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਇੱਕ ਕਾਨਫਰੰਸ ਕਰਨ ਦੀ, ਮਿਲਣ ਦੀ, ਪਰ ਅਫਸੋਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਸੰਗਤ ਦੇ ਸਾਹਮਣੇ ਆਉਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਨੇ ਜਵਾਬ ਅੱਗੋਂ ਇਹ ਦਿੱਤੇ ਕਿ ਉਹ ਸੰਗਤ ਦੇ ਸਾਹਮਣੇ ਕੋਈ ਵੀ ਸਵਾਲ ਜਵਾਬ ਨਹੀਂ ਰੱਖਣਗੇ। ਕਿ ਮਤਲਬ ਮੈਨੂੰ ਇੰਝ ਲੱਗਿਆ, ਲੋਕ ਕੀ ਕਹਿੰਦੇ ਨੇ ਕਿ ਉਹ ਸੰਗਤ ਤੋਂ ਡਰਦੇ ਸਨ, ਤਾਂ ਕਰਕੇ ਉਹ ਸੰਗਤ ਦੇ ਸਾਹਮਣੇ ਆਉਣ ਤੋਂ ਉਹਨਾਂ ਨੇ ਮਨਾ ਕੀਤਾ, ਜਾਂ ਕਿਵੇਂ? ਆਪ ਜੀ ਮਤਲਬ ਆਪ ਮੇਰਾ ਦੇਖੋ, ਮੈਨੂੰ ਨਹੀਂ ਪਤਾ ਉਸ ਵਕਤ ਕੀ ਹੋਇਆ ਜਾਂ ਕੀ ਨਹੀਂ ਹੋਇਆ, ਪਰ ਮੈਂ ਤੁਹਾਨੂੰ ਇੱਕ ਵਰਤਾਰਾ ਦੱਸਦੀ ਹਾਂ ਜੋ ਮੈਂ ਆਮ ਅੰਮ੍ਰਿਤਸਰ ਦੇ ਵਿੱਚ ਵੇਖਦੀ ਹਾਂ। ਜੀ, ਜਥੇਦਾਰ ਸਾਹਿਬ ਕੋਈ ਗੱਲ ਕਰਦੇ ਮੀਡੀਆ ਦੇ ਬੰਦੇ ਦਾ ਇਹ ਨਹੀਂ ਪਤਾ ਹੁੰਦਾ ਕਿ ਜੋ ਉਹਨਾਂ ਨੇ ਗੱਲ ਕਹੀ ਹੈ, ਜਿਸ ਭਾਵਨਾ ਨਾਲ ਕਹੀ ਹੈ, ਉਸ ਭਾਵਨਾ ਨਾਲ ਅੱਗੇ ਰਿਲੇ ਹੋਣੀ ਹੈ ਕਿ ਨਹੀਂ ਹੋਣੀ ਹੈ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਹੜਾ ਵੀ ਪੱਤਰਕਾਰ ਹੈ ਜਾਂ ਜਿਹੜਾ ਵੀ ਬੰਦਾ ਹੈ, ਉਹ ਆਪਣੇ ਐਂਗਲ ਤੋਂ ਉਸ ਗੱਲ ਨੂੰ ਘੁਮਾ ਕੇ ਬਾਤ ਦਾ ਬਤੰਗੜ ਬਣਾ ਦਿੰਦਾ ਹੈ। ਜਿਸ ਤਰ੍ਹਾਂ ਤੁਸੀਂ ਪਹਿਲੇ ਸੋਸ਼ਲ ਮੀਡੀਆ ਵਾਲੀ ਗੱਲ ਕੀਤੀ, ਹਰ ਗੱਲ ਦੀ ਬਾਤ ਦਾ ਬਤੰਗੜ ਬਣਦਾ ਹੈ। ਸੋ ਹੋ ਸਕਦਾ ਹੈ ਜਥੇਦਾਰ ਜੀ ਉਸ ਨੂੰ ਅਵੋਇਡ ਕਰਨਾ ਚਾਹੁੰਦੇ ਹੋਣ ਕਿ ਬਗੈਰ ਮਤਲਬ ਦੇ, ਬਗੈਰ ਸਿਰ ਪੈਰ ਦੀ ਕੰਟਰੋਵਰਸੀ ਸ਼ੁਰੂ ਕਰਨ ਤੋਂ ਬਿਹਤਰ ਹੈ ਕਿ ਉਸ ਬਾਰੇ ਨਾ ਹੀ ਕੋਈ ਗੱਲ ਕੀਤੀ ਜਾਵੇ। ਕਿਉਂਕਿ ਸੰਗਤਾਂ ਵਿੱਚ ਇੱਥੇ ਕਾਫੀ ਗੁਰੂ ਘਰ ਵਿੱਚ ਜਿਹੜੀਆਂ ਸੰਗਤਾਂ ਆਈਆਂ ਸਨ, ਜਿਹੜੇ ਉਹਨਾਂ ਦੇ ਕੁਝ ਵਿਰੋਧੀ ਪੱਖ ਭਿੱਖੇ ਸਨ, ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਜਤਾਇਆ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਪਹਿਲੇ ਵਿਰੋਧ ਕੀਤਾ, ਅਸੀਂ ਕਹਿੰਦੇ ਉਹ ਗੱਲ ਕਰਨਾ ਚਾਹੁੰਦੇ ਸਨ ਕਿ ਜਿਹੜੇ ਸਰੂਪ 328, ਉਹਨਾਂ 'ਚ ਇਹੀ ਚਰਚਾ ਚੱਲ ਸੀ ਕਿ ਜਿਹੜੇ 328 ਸਰੂਪ ਚੋਰੀ ਹੋ ਗਏ ਨੇ, ਆਪਾਂ ਭਾਈ ਸਾਹਿਬ ਜੀ ਨਾਲ ਗੱਲ ਕਰਨਾ ਚਾਹੁੰਦੇ ਹਾਂ, ਪਰ ਇਹ ਸਾਡੇ ਨਾਲ ਬੈਠਣਾ ਵੀ ਨਹੀਂ ਚਾਹੁੰਦੇ ਨੇ। ਕਿ ਚਲੋ ਤੁਸੀਂ ਕਹਿ ਰਹੇ ਹੋ ਨੇ ਕਿ ਬੜੀ ਸੰਜੀਦਗੀ ਦੇ ਨਾਲ ਚਾਰ ਜਣੇ ਅੱਗੇ ਬੈਠ ਕੇ ਇਸ ਗੱਲ ਦਾ ਇੱਕ ਹੱਲ, ਇੱਕ ਸਿੱਟਾ ਲੱਭੀਏ। ਪਰ ਜਦੋਂ ਅਗਲੀ ਧਿਰ ਤੁਹਾਡੇ ਨਾਲ ਬੈਠਣ ਵਿੱਚ ਹੀ ਰਜ਼ਾਮੰਦੀ ਆਪਣੀ ਨਹੀਂ ਦਿਖਾ ਰਹੇ ਨੇ, ਫਿਰ ਦੇਖੋ, ਮੈਂ ਜਿੱਥੇ ਹਾਜ਼ਰ ਨਹੀਂ ਆ, ਮੈਨੂੰ ਨਹੀਂ ਪਤਾ ਮੈਂ ਉਹਨਾਂ ਦੇ ਬਿਹਾਫ ਤੇ ਮੈਂ ਉਹਨਾਂ ਦੀ ਕੀ ਜਸਟੀਫਿਕੇਸ਼ਨ ਦਿਆਂ। ਪਰ ਮੈਨੂੰ ਇੰਨਾ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਖੁੱਲੇ ਸੁਭਾਅ ਦੇ ਮਾਲਕ ਹਨ। ਅਸੀਂ
ਹੁਣ ਜਦੋਂ ਲੋਕਲ ਜਾਈਦਾ ਹੈ, ਕੋਈ ਗੱਲ ਹੁੰਦੀ ਹੈ, ਬੜੀ ਸਾਫ਼ ਸ਼ਬਦਾਂ ਦੇ ਵਿੱਚ ਉਹਨਾਂ ਨਾਲ ਗੱਲ ਕਰੀਦੀ ਹੈ, ਪਰ ਉਹੀ ਗੱਲ ਹੁੰਦੀ ਹੈ ਨਾ ਕਿ ਯਾਰ ਜੇ ਤਾਂ ਤੁਸੀਂ ਸੰਜੀਦਗੀ ਦੇ ਨਾਲ ਜਾ ਰਹੇ ਹੋ ਤੇ ਫਿਰ ਤਾਂ ਬੰਦਾ ਤੁਹਾਡੇ ਨਾਲ ਗੱਲ ਕਰਦਾ ਹੈ, ਤੇ ਜੇ ਪਹਿਲਾਂ ਤੁਸੀਂ ਇੱਕ ਬੰਦੇ ਦੇ ਖਿਲਾਫ ਝੰਡੇ ਚੁੱਕੇ ਹੋਣ ਮਤਲਬ ਵਿਰੋਧ ਦੇ ਹੋਰ ਤਰ੍ਹਾਂ ਦੀਆਂ ਗੱਲਾਂ ਦੇ, ਤੇ ਫਿਰ ਤੁਸੀਂ ਕਹੋ ਜੀ ਅਸੀਂ ਗੱਲ ਕਰਨੀ ਹੈ, ਤੇ ਬੰਦਾ ਸੋਚਦਾ ਪਤਾ ਨਹੀਂ ਗੱਲ ਕਰਨੀ ਹੈ ਕਿ ਕੀ ਕਰਨਾ ਹੈ। ਇੱਕ ਵਾਤਾਵਰਨ, ਮੈਨੂੰ ਨਹੀਂ ਪਤਾ ਉੱਥੇ ਕਿਹੋ ਜਿਹਾ ਵਾਤਾਵਰਨ ਸੀ, ਇਹ ਤਾਂ ਮੇਰੇ ਖਿਆਲ ਹੈ ਗਿਆਨੀ ਹਰਪ੍ਰੀਤ ਸਿੰਘ ਬਿਹਤਰ ਦੱਸ ਸਕਦੇ ਕਿ ਕੀ ਮਾਹੌਲ ਸੀ, ਕੀ ਉਹਨਾਂ ਸੋਚਿਆ ਤੇ ਕੀ ਕਹਿਣਾ ਚਾਹੁੰਦੇ ਸੀ। ਝੰਡੀਆਂ ਕਿਸੇ ਨੇ ਉਹਨਾਂ ਦੇ ਅਗੇਂਸਟ ਨਹੀਂ ਕੀਤੀਆਂ। ਗੁਰਦੁਆਰੇ ਦਾ ਮਾਹੌਲ ਬਿਲਕੁਲ ਸ਼ਾਂਤ ਸੀ। ਐਜ਼ ਅ ਪੱਤਰਕਾਰ ਹੋਣ ਦੇ ਨਾਤੇ ਅਸੀਂ ਆਪ ਜੀ ਨੂੰ ਦੱਸ ਰਹੇ ਹਾਂ, ਪਰ ਜਿਹੜੀ ਕਿ ਉੱਥੇ ਸਿੱਖ ਸੰਗਤਾਂ ਵੱਲੋਂ ਇੱਕ ਅੰਦਰ ਇਹ ਦੁੱਖ ਵੀ ਸੀਗਾ ਕਿ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਬੈਠ ਕੇ ਦੋ ਕੋ ਬੋਲ ਸਾਂਝੇ ਕਰਨਾ ਚਾਹੁੰਦੇ ਹਨ। ਕਹਿੰਦੇ ਨੇ ਕਿ ਉਹਨਾਂ ਨੇ ਇਸ ਪੱਖੋਂ ਮਨਾ ਕਰ ਦਿੱਤਾ ਕਿ ਉਹ ਸੰਗਤਾਂ ਦੇ ਸਾਹਮਣੇ ਨਹੀਂ ਆਣਗੇ, ਤੇ ਕਿਉਂਕਿ ਉਹਨਾਂ ਦੇ ਕਈ ਸਵਾਲ ਸਨ, ਜਿਵੇਂ ਕਿਸਾਨੀ ਮੁੱਦੇ ਨੂੰ ਲੈ ਕੇ ਕਿ ਅੱਜ 10 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਵੱਖਰੇ ਵੱਖਰੇ ਬਾਰਡਰਾਂ ਤੇ ਬੈਠੇ ਹੋਏ ਹਨ। ਗਿਆਨੀ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਉਸ ਪਾਸੇ ਅਜੇ ਤੱਕ ਗਏ ਨੇ, ਉਹਨਾਂ ਦੀ ਕੁਝ ਸਾਰ ਨਹੀਂ ਲਈ ਉਹਨਾਂ ਨੇ, ਤੇ ਇੱਕ ਬੁੱਤ ਦੇ ਉਦਘਾਟਨ ਕਰਕੇ ਉਹ ਸਪੈਸ਼ਲ ਪੰਜਾਬ ਤੋਂ ਇੰਗਲੈਂਡ ਦੀ ਧਰਤੀ ਤੇ ਪੁੱਜ ਸਕਦੇ ਨੇ, ਪਰ ਉੱਥੇ ਕਿਸਾਨ ਵੀਰਾਂ ਕੋਲ ਜਾ ਕੇ ਉਹਨਾਂ ਨੂੰ ਸਹਿਯੋਗ ਜਾਂ ਉਹਨਾਂ ਨੂੰ ਇੱਕ ਆਪਣਾ ਸਨੇਹ ਉਹਨਾਂ ਦੇ ਨਾਲ ਸਹਿਯੋਗ ਨਹੀਂ ਦੇ ਸਕਦੇ ਨੇ। ਦੇਖੋ, ਮੈਨੂੰ ਨਹੀਂ ਪਤਾ ਗਿਆਨੀ ਜੀ ਨੇ ਕੀ ਕੀਤਾ ਕੀ ਨਹੀਂ ਕੀਤਾ, ਪਰ ਜਿਹੜੀ ਤੁਸੀਂ ਕਿਸਾਨਾਂ ਵਾਲੀ ਗੱਲ ਕਰ ਰਹੇ ਹੋ, ਤੇ ਇਹਦੇ ਬਾਰੇ ਮੈਂ ਕਹਿਣਾ ਚਾਹਾਂਗੀ, ਕਿਸਾਨ ਉੱਥੇ ਸਿਰਫ ਸਿੱਖ ਨਹੀਂ ਬੈਠੇ ਹੋਏ ਜੀ, ਕਿਸਾਨ ਜਿਹੜਾ ਉੱਥੇ ਬੈਠਾ ਹੈ ਸਾਰੇ ਮੁਲਕ ਦਾ ਬੈਠਾ ਹੋਇਆ ਹੈ। ਇਹ ਕਿਸਾਨਾਂ ਦਾ ਜਿਹੜਾ ਮੁੱਦਾ ਹੈ, ਇਹ ਕਿਸਾਨਾਂ ਨੂੰ ਹੱਲ ਕਰਨ ਦਿਓ। ਤੁਸੀਂ ਇਹਦੇ ਵਿੱਚ ਜਥੇਦਾਰ ਅਕਾਲ ਤਖਤ ਨੂੰ ਕਾਹਦੇ ਲਈ ਵਿੱਚ ਉੱਥੇ ਭੇਜਣਾ, ਕਿਸ ਕੰਮ ਵਾਸਤੇ? ਦੇਖੋ, ਇੱਕ ਕੌਮ ਦੇ ਸਿਰਮੌਰ ਹੋਣ ਦੇ ਨਾਤੇ, ਕੌਮ ਦਾ ਇੱਕ ਵੱਡਾ, ਲੋਕੀ ਕਹਿੰਦੇ ਨੇ ਕਿ ਵੱਡੇ ਹੋਣ ਦੇ ਨਾਤੇ, ਵੱਡੇ ਜਥੇਦਾਰ ਸਾਹਿਬ ਹੋਣ ਦੇ ਨਾਤੇ, ਜੇ ਪੰਜਾਬ ਦੇ ਕਿਸਾਨ ਵੀ ਉੱਥੇ ਬੈਠੇ ਹੋਏ ਨੇ, ਜੇ ਇੱਕ ਵੱਡਾ ਬਜ਼ੁਰਗ ਹੋਣ ਦੇ ਨਾਤੇ, ਇੱਕ ਅਹੁਦੇਦਾਰ ਹੋਣ ਦੇ ਨਾਤੇ ਉਹਨਾਂ ਨੂੰ ਜਾ ਕੇ ਮੈਂ ਖੜ ਜਾਵਾਂ ਕਿ ਮੇਰੇ ਬੱਚਿਓ, ਮੇਰੇ ਸਿੱਖੋ, ਮੇਰੇ ਬਜ਼ੁਰਗੋ, ਚਿੰਤਾ ਨਾ ਕਰੋ, ਅਕਾਲ ਤਖਤ ਸਾਹਿਬ ਗੁਰੂ ਤੁਹਾਡੇ ਨਾਲ ਹੈ, ਅਸੀਂ ਤੁਹਾਡੇ ਨਾਲ ਆ, ਉਹਨਾਂ ਦਾ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਸਰਕਾਰ ਨੇ ਕਾਨੂੰਨ ਬਣਾਏ, ਸਰਕਾਰ ਦੇ ਖਿਲਾਫ ਮੁਲਕ ਦਾ ਕਿਸਾਨ ਬੈਠਾ ਹੋਇਆ, ਤੇ ਜਥੇਦਾਰ ਦਾ ਤਾਂ ਮਤਲਬ ਹੀ ਕੋਈ ਨਹੀਂ ਵਿਚਾਰਦਾ। ਇਹ ਸਵਾਲ ਹੀ ਗਲਤ ਹੈ। ਤੇ ਜੇ ਅਸੀਂ ਹੁਣ ਇੱਥੇ ਸੋਚੀਏ ਕਿ ਜਿਹੜਾ ਬੁੱਤ ਲਗਾਉਣਾ ਸੀਗਾ, ਇਹ ਗੁਰੂ ਘਰ ਦੇ ਨਾਲ ਬਿਲਕੁਲ ਰਿਲੇਟਡ ਨਹੀਂ ਹੈਗਾ, ਕੋਈ ਧਰਮ ਦਾ ਕੰਮ ਨਹੀਂ ਹੈਗਾ, ਫਿਰ ਵੀ ਗਿਆਨੀ ਜੀ ਇੰਨੀ ਦੂਰ ਪੰਜਾਬ ਤੋਂ ਇੰਗਲੈਂਡ ਦੀ ਧਰਤੀ ਤੇ ਆ ਗਏ ਉਦਘਾਟਨ ਕਰਨ ਵਾਸਤੇ। ਇਹ ਕਿਤੇ ਧਰਮ ਦੇ ਵਿੱਚ ਤਾਂ ਨਹੀਂ ਲਿਖਿਆ ਹੋਇਆ ਕਿ ਜਥੇਦਾਰ ਸਾਹਿਬ ਜੀ ਉੱਥੇ ਉਦਘਾਟਨ ਕਰਨੇ ਜਾ ਸਕਦੇ ਨੇ, ਕਿਉਂਕਿ ਇਹ ਧਰਮ ਦਾ ਕੰਮ ਨਹੀਂ ਸੀ ਹੈਗਾ। ਇਹ ਤਾਂ ਉਹ ਦੱਸ ਸਕਦੇ ਨੇ, ਜਥੇਦਾਰ ਸਾਹਿਬ ਦੱਸ ਸਕਦੇ ਨੇ ਉਹ ਕਿਉਂ ਗਏ, ਕੀ ਕਾਰਨ ਸੀ, ਪਰ ਮੈਂ ਤਾਂ ਇੰਨੀ ਗੱਲ ਕਹਿ ਰਹੀ ਹਾਂ ਕਿ ਜਿਹੜਾ ਕਿਸਾਨੀ ਮੁੱਦਾ ਹੈ ਉਹਦਾ ਉਹ ਸਿੱਖ ਧਾਰਮਿਕ ਮੁੱਦਾ ਨਹੀਂ ਹੈ, ਇਸ ਲਈ ਜਥੇਦਾਰ ਨਾਲ ਜੋੜਨਾ ਗਲਤ ਹੈ। ਬਾਕੀ ਜੋ ਜਥੇਦਾਰ ਜੀ ਨਾਲ ਸ਼ਿਕਾਇਤਾਂ, ਤੁਸੀਂ ਉਹਨਾਂ ਨੂੰ ਪੁੱਛੋ ਜੀ, ਮੈਂ ਉਹਨਾਂ ਦੀ ਵਕੀਲ ਥੋੜੀ ਆ, ਮੈਂ ਜਵਾਬ ਦੇਵਾਂਗੀ। ਚਲੋ, ਥੈਂਕ ਯੂ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਮੈਂ ਤੁਸੀਂ ਪਿਛਲੇ ਦਿਨਾਂ 'ਚ ਮੇਰੇ ਨਾਲ ਗੱਲ, ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ, ਮੈਂ ਤੁਹਾਡੇ ਹੋਰ ਪਿਛੋਕੜ ਬਾਰੇ ਥੋੜਾ ਹੋਰ ਜਾਣਨਾ ਚਾਹਾਂਗੀ। ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। 1-2 ਮਿੰਟ ਹੋਰ ਤੁਸੀਂ ਆਪਣਾ ਸਮਾਂ ਦਿਓ। ਤੁਸੀਂ ਗੱਲ ਕਰਦੇ ਹੋਏ ਸੀ 1947 ਦੀ, ਕਿ ਜਦੋਂ ਪੰਜਾਬ ਤੇ ਹਿੰਦੁਸਤਾਨ ਤੇ ਪਾਕਿਸਤਾਨ ਦਾ ਜਦੋਂ ਵੰਡ ਪਈ ਸੀ ਤੇ ਤੁਹਾਨੂੰ ਆਪਣਾ ਸ਼ਹਿਰ ਛੱਡਣਾ ਪਿਆ, ਉਹਦੇ ਬਾਰੇ ਕੁਝ ਚਾਨਣਾ ਪਾਓ, ਕਿਉਂਕਿ ਕਈ ਵਾਰੀ ਅੰਧੇਰੇ ਵਿੱਚ ਰਹਿ ਕੇ ਕਈ ਕੁਝ ਬੰਦਾ ਸੋਚ ਲੈਂਦਾ। ਉਹ ਜਿਹੜੇ ਦਰਦ, ਭਿਆਨਕ ਦਰਦ ਵਿੱਚੋਂ ਤੁਹਾਡਾ ਪਰਿਵਾਰ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਨਿਕਲ ਕੇ ਆਏ ਨੇ, ਉਸ ਬਾਰੇ ਥੋੜਾ ਜਿਹਾ ਚਾਨਣਾ ਪਾਓ, ਦੱਸੋ, ਕਿਉਂਕਿ ਕਈ ਤਰ੍ਹਾਂ ਦੇ ਕਈ ਲੋਕ ਨੇ, ਕਈ ਤਰੀਕੇ ਦਾ ਪ੍ਰੋਪੇਗੈਂਡਾ ਜਾਂ ਇਸ ਬਾਰੇ ਗੱਲ ਕੀਤੀ ਜਾਂਦੀ, ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨਾਲ ਚਾਨਣਾ ਪਾਓ, ਦੱਸੋ ਉਹਦੇ ਬਾਰੇ। 3 ਮਾਰਚ 1947 ਨੂੰ ਪੰਜਾਬ ਦੇ ਵਿੱਚ ਸਰ ਖਿਜ਼ਰ ਹਯਾਤ ਦੀ ਸਰਕਾਰ ਸੀ, ਉਹ ਸਰਕਾਰ ਡਿੱਗ ਗਈ। ਉਸ ਤੋਂ ਬਾਅਦ ਸਰਕਾਰ ਬਣਨੀ ਸੀ ਮੁਸਲਿਮ ਲੀਗ ਦੀ। ਹੁਣ ਉਹ ਸਮਾਂ ਇਹੋ ਜਿਹਾ ਸੀ ਜਿੱਥੇ ਕਿ ਇਹ ਨਿਸ਼ਚਿਤ ਹੋ ਗਿਆ ਸੀ ਕਿ ਵੀ ਪਾਰਟੀਸ਼ਨ ਹੋ ਜਾਣੀ ਹੈ, ਔਰ ਉਹਦੇ ਵਿੱਚ ਜੇ ਮੁਸਲਿਮ ਲੀਗ ਉਸ ਵੇਲੇ ਪੰਜਾਬ ਵਿੱਚ ਸਰਕਾਰ ਬਣਾ ਲੈਂਦੀ, ਤੇ ਜਿੰਨਾ ਪੰਜਾਬ ਦਿੱਲੀ ਤੱਕ ਹੈਗਾ ਉਹ ਸਾਰੇ ਦਾ ਸਾਰਾ ਪਾਕਿਸਤਾਨ ਵਿੱਚ ਚਲੇ ਜਾਣਾ ਸੀ। ਉਸ ਵਕਤ ਸਿੱਖ ਲੀਡਰਸ਼ਿਪ ਨੇ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਿੱਚ ਸੋਚਿਆ ਕਿ ਸਿੱਖ ਤਾਂ ਸਾਰੇ ਇਸ ਇਲਾਕੇ ਵਿੱਚ ਵਸਦੇ ਹੈਗੇ, ਔਰ ਇਹ ਸਿੱਖ ਜਾਣਗੇ ਕਿੱਥੇ? ਸਾਰਿਆਂ ਨੂੰ ਆਪਣਾ ਘਰ ਬਾਰ ਛੱਡਣਾ ਪੈਣਾ ਸੀ।
ਤੇ ਉਸ ਵਕਤ ਇਹਨਾਂ ਨੇ ਮੁਸਲਿਮ ਲੀਗ ਦਾ ਵਿਰੋਧ ਕੀਤਾ ਔਰ ਪਾਕਿਸਤਾਨ ਮੁਰਦਾਬਾਦ ਦਾ ਜਿਹੜਾ ਨਾਰਾ ਹੈ ਉਹ ਪੰਜਾਬ ਅਸੈਂਬਲੀ ਲਾਹੌਰ ਦੇ ਬਾਹਰ ਪੌੜੀਆਂ ਦੇ ਉੱਪਰ ਲਾਇਆ ਜੀ ਉਸ ਚਿੜੇ ਹੋਏ ਮੁਸਲਮਾਨਾਂ ਨੇ ਉਸ ਰਾਤ ਜਿਹੜੇ ਸਿੱਖ ਇਲਾਕੇ ਸੀ ਜੀ ਉਹਨਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਇੱਕ ਸਾਜ਼ਿਸ਼ ਰਚੀ ਔਰ ਇਹਦੇ ਵਿੱਚ ਜਿਹੜਾ ਮਾਸਟਰ ਤਾਰਾ ਸਿੰਘ ਦਾ ਪਿੰਡ ਹਰਿਆਲ ਸੀ ਹਰਿਆਲ ਦੇ ਮੁਸਲਮਾਨਾਂ ਨੇ ਵੀ ਜਿਹੜੇ ਮਿਲਣ ਗਿਲਣ ਵਾਲੇ ਵੀ ਸੀ ਉਹ ਸਾਰਿਆਂ ਨੂੰ ਉਹਨਾਂ ਸੋਹਾਂ ਪਾਈਆਂ ਗਈਆਂ ਕਿ ਵੀ ਇੱਥੇ ਦੇ ਜਿਹੜੇ ਆ ਸਿੱਖ ਤੇ ਹਿੰਦੂ ਰਹਿੰਦੇ ਨੇ ਇਹਨਾਂ ਸਾਰਿਆਂ ਨੂੰ ਮਾਰ ਦੇਣਾ ਤਾਂ ਪਰ ਇਸ ਗੱਲ ਦਾ ਨਾ ਧੂ ਨਾ ਕੱਢਿਓ ਉਹ ਬਾਈ ਚਾਂਸ ਲੰਬੀ ਕਹਾਣੀ ਹੈ ਵਿੱਚੋਂ ਇੱਕ ਬੰਦੇ ਨੇ ਦੱਸ ਦਿੱਤਾ ਕਿ ਵੀ ਇਸ ਤਰ੍ਹਾਂ ਹੋਣ ਵਾਲਾ ਹੈ ਤੇ ਕੁਝ ਪਰਿਵਾਰ ਵਿੱਚੋਂ ਨਿਕਲ ਗਏ ਪਰ ਉਸ ਰਾਤ ਕਾਫੀ ਕਤਲੇਆਮ ਹੋਇਆ ਔਰ ਉਹਦੇ ਵਿੱਚ ਬਹੁਤ ਹਿੰਦੂ ਸਿੱਖਾਂ ਦੀਆਂ ਜਾਨਾਂ ਗਈਆਂ ਔਰ ਸਿਰਫ ਇਹ ਹਰਿਆਲ ਨਹੀਂ ਹੋਇਆ ਇਹ ਬਹੁਤ ਇਲਾਕੇ ਜਿੱਥੇ ਵੀ ਸਿੱਖ ਵਸੋਂ ਸੀ ਰਾਵਲਪਿੰਡੀ ਦੇ ਗੁੱਜਰ ਖਾਨ ਦੇ ਉਹ ਸਾਰੇ ਇਲਾਕਿਆਂ ਦੇ ਵਿੱਚ ਇਹ ਜਿਹੜੀ ਕਤਲੋਗਾਰਤ ਸੀ ਇਹ ਸਾਰੀ ਕਤਲੋਗਾਰਤ ਹੋਈ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਗਵਰਨਰ ਸੀ ਉਹਨੇ ਮਾਸਟਰ ਜੀ ਨੂੰ ਬੁਲਾਇਆ ਕਿ ਵੀ ਬੈਠ ਕੇ ਤੁਸੀਂ ਆ ਕੇ ਤੇ ਮੁਸਲਿਮ ਲੀਗ ਨਾਲ ਗੱਲ ਕਰੀਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵੀ ਇਹ ਪਾਕਿਸਤਾਨ ਦਾ ਵਿਰੋਧ ਕਰ ਰਹੇ ਨੇ ਕਿ ਮੁਲਕ ਦੀ ਵੰਡ ਨਹੀਂ ਹੋਣੀ ਚਾਹੀਦੀ ਵੰਡ ਹੋ ਗਈ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਹੈ ਤੇ ਉਹ ਕਹਿੰਦਾ ਕਿ ਤੁਸੀਂ ਮੁਸਲਿਮ ਲੀਗ ਵਾਲਿਆਂ ਨਾਲ ਆ ਕੇ ਗੱਲ ਕਰੋ ਤੇ ਮਾਸਟਰ ਜੀ ਨੇ ਕਹਿੰਦੇ ਕਿ ਮੈਂ ਕਿਹਦੇ ਨਾਲ ਗੱਲ ਕਰਾਂ 3000 ਲਾਸ਼ਾਂ ਦੇ ਉੱਪਰੋਂ ਦੀ ਤੁਰ ਕੇ ਕਹਿੰਦੇ ਮੈਂ ਮੁਸਲਿਮ ਲੀਗ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ ਅੱਜ ਅਸੀਂ 1984 ਦੀ ਗੱਲ ਕਰਦੇ ਹਾਂ ਕਿ ਕਾਂਗਰਸ ਨੇ ਉਸ ਵੇਲੇ ਸਿੱਖਾਂ ਦਾ ਕਤਲੇਆਮ ਕੀਤਾ ਮੈਂ ਹੈਰਾਨ ਆ ਉਹਨਾਂ ਸਿੱਖਾਂ ਤੇ ਕਿ ਜਿਹੜਾ 3-4 ਮਾਰਚ ਨੂੰ ਉਸ ਵਕਤ ਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਸੀਂ ਭੁੱਲ ਗਏ ਹਾਂ ਔਰ ਹਾਲਾਤ ਇਹੋ ਜਿਹੇ ਬਣ ਗਏ ਕਿ ਮੁਸਲਮਾਨਾਂ ਦੇ ਨਾਲ ਉੱਥੇ ਰਹਿਣਾ ਉਹਨਾਂ ਦਿਨਾਂ ਦੇ ਵਿੱਚ ਨਾਮੁਮਕਿਨ ਸੀ ਔਰ ਫਿਰ ਉਸ ਵਕਤ ਜਦੋਂ 47 ਦੀ ਪਾਰਟੀਸ਼ਨ ਹੁੰਦੀ ਹੈ ਤੇ ਮਾਸਟਰ ਤਾਰਾ ਸਿੰਘ ਦਾ ਜਿਹੜਾ ਘਰ ਸੀ ਹਰਿਆਲ ਦੇ ਵਿੱਚ ਉਹਨੂੰ ਅੱਗ ਲਾਈ ਗਈ ਔਰ ਬਿਲਕੁਲ ਖਤਮ ਕਰ ਦਿੱਤਾ ਗਿਆ ਘਰ ਹੁਣ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਜਿੱਥੇ ਜੰਮਿਆ ਹੁੰਦਾ ਜਿਹਦੇ ਘਰ ਜਿੱਥੇ ਹੁੰਦਾ ਉਹਦਾ ਦਿਲ ਵੀ ਉੱਥੇ ਹੁੰਦਾ ਤੇ ਪਾਰਟੀਸ਼ਨ ਤੋਂ ਬਾਅਦ ਉਹਨਾਂ ਦਾ ਸੀ ਕਿ ਇੱਕ ਵਾਰ ਮੈਂ ਆਪਣੇ ਪਿੰਡ ਜਾਣਾ ਹੈ ਤੇ 1957 ਜਾਂ 58 ਦੀ ਗੱਲ ਹੈ ਜੀ ਤੇ ਉਹ ਆਫੀਸ਼ੀਅਲ ਪਰਮਿਸ਼ਨ ਲੈ ਕੇ ਵੀਜ਼ਾ ਲੈ ਕੇ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਗਏ ਉੱਥੇ ਕੁਝ ਨਹੀਂ ਸੀ ਹੈਗਾ ਇੱਕ ਕਿੱਟ ਨਹੀਂ ਸੀ ਉਹਨਾਂ ਦੇ ਘਰ ਦੀ ਹੈਗੀ ਸਾਰਾ ਕੁਝ ਉਹਨਾਂ ਮੁਸਲਮਾਨਾਂ ਤਬਾਹ ਕਰ ਦਿੱਤਾ ਸੀ ਉਸ ਵਕਤ ਫਿਰ ਉੱਥੇ ਇੱਕ ਜਿੱਥੇ ਮਾਸਟਰ ਜੀ ਦਾ ਘਰ ਸੀ ਉੱਥੇ ਇੱਕ ਛੋਟਾ ਜਿਹਾ ਨਾ ਜਿਸ ਤਰ੍ਹਾਂ ਪਿਲਰ ਬਣਾ ਕੇ ਤੇ ਜਿਵੇਂ ਫਾਊਂਡੇਸ਼ਨ ਸਟੋਨ ਨਹੀਂ ਲਾਈਦੇ ਉਸ ਤਰ੍ਹਾਂ ਦਾ ਲਿਖਿਆ ਸੀ ਕਿ ਵੀ ਇਹ ਮਾਸਟਰ ਤਾਰਾ ਸਿੰਘ ਦਾ ਜਨਮ ਇਸ ਤਰੀਕ ਇਸ ਜਗ੍ਹਾ ਤੇ ਉਹ ਲਗਾਇਆ ਤੇ ਫੈਮਿਲੀ ਉੱਥੇ ਖੜੀ ਆ ਫੋਟੋ ਖਿੱਚੀ ਗਈ ਜੀ ਅੱਜ ਉਹ ਫੋਟੋ ਵੀ ਜਿਹੜੀ ਸਾਡੇ ਕੋਲ ਸਬੂਤ ਹੈ ਕਿ ਵੀ ਮਾਸਟਰ ਜੀ ਦੀ ਯਾਦ ਕੀ ਉਹਨਾਂ ਦੀ ਉਹ ਵਿਜ਼ਿਟ ਜਿਹੜੀ ਸੀ ਉਹਨੂੰ ਦੇਖਦੇ ਹੋਏ ਇੱਕ ਉਹ ਛੋਟਾ ਜਿਹਾ ਜਿਹੜਾ ਇੱਕ ਸਤੰਭ ਜਿਹਾ ਲਾਇਆ ਸੀ ਅੱਜ ਉਹ ਵੀ ਨਹੀਂ ਹੈਗਾ ਮਤਲਬ ਉਹ ਵੀ ਲਾ ਕੇ ਸੁੱਟ ਦਿੱਤਾ ਉਹਨਾਂ ਦੀ ਯਾਦ ਦਾ ਉਹ ਵੀ ਖਤਮ ਹੋ ਗਿਆ ਮਤਲਬ ਮਾਸਟਰ ਜੀ ਨੂੰ ਵੀ ਪਾਰਟੀਸ਼ਨ ਦੀ ਉਹੀ ਕੀਮਤ ਅਦਾ ਕਰਨੀ ਪਈ ਜੋ ਸਾਰੇ ਪਰਿਵਾਰਾਂ ਨੇ ਕੀਤੀ ਘਰ ਛੱਡਣਾ ਪਿਆ ਸਭ ਕੁਝ ਛੱਡਣਾ ਪਿਆ ਮਾਸਟਰ ਜੀ ਨੇ ਤਾਂ ਹਿੰਦੁਸਤਾਨ 'ਚ ਆ ਕੇ ਜਿਹੜੀ ਜ਼ਮੀਨ ਪਿੱਛੇ ਛੱਡ ਕੇ ਆਇਆ ਸੀ ਉਹਦੇ ਇਰਜ਼ ਵਿੱਚ ਜ਼ਮੀਨ ਵੀ ਨਹੀਂ ਸੀ ਲਈ ਉਹ ਵੀ ਔਨ ਰਿਕਾਰਡ ਹੈਗਾ ਔਰ ਮੈਂ ਹੈਰਾਨ ਆ ਕਿ ਕਿਸ ਤਰ੍ਹਾਂ ਇਤਿਹਾਸ ਨੂੰ ਇੱਕ ਇੰਨਾ ਗਲਤ ਮੋੜਾ ਦੇ ਕੇ ਇੰਨਾ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਕੋਈ ਪੜ੍ਹਦਾ ਹੀ ਨਹੀਂ ਕਿ ਇਤਿਹਾਸ ਹੈ ਕੀ ਔਰ ਤੁਸੀਂ ਅੱਜ ਦੀ ਡੇਟ ਤੁਸੀਂ ਅਫਗਾਨਿਸਤਾਨ ਦੀ ਸਟੋਰੀ ਦੇਖੀ ਹੈ ਤੁਸੀਂ ਅੱਜ ਦੀ ਡੇਟ ਦੇਖ ਲਓ ਪਾਕਿਸਤਾਨ 'ਚ ਕੀ ਹੁੰਦਾ ਪਿਆ ਜੀ 13-14 ਸਾਲਾਂ ਦੀ ਕੁੜੀ ਨਹੀਂ ਹੁੰਦੀ ਉਹਨੂੰ ਵਰਗਲਾ ਕੇ ਲੈ ਜਾਂਦੇ ਨੇ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਨੇ ਜੀ ਕੀ ਉਹ ਮੁਲਕ ਸਾਡੇ ਵਾਸਤੇ ਅੱਜ 75 ਸਾਲਾਂ ਬਾਅਦ ਇਹ ਹਾਲਾਤ ਹਨ 75 ਸਾਲ ਪਹਿਲਾਂ ਤਾਂ ਇਸ ਤੋਂ ਵੀ ਮਾੜੇ ਹਾਲਾਤ ਸੀ ਬਿਲਕੁਲ ਆਪਣਾ ਇਤਿਹਾਸ ਨਹੀਂ ਪੜ੍ਹਦੇ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਵੀ ਇਹ ਕਿਹੋ ਜਿਹੇ ਲੋਕ ਹਨ ਔਰ ਕਿਦਾਂ ਦਾ ਇਹ ਪ੍ਰਚਾਰ ਕਰਦੇ ਨੇ ਜਿਹੜੇ ਕਿ ਆਪਣੇ ਲੀਡਰਾਂ ਦਾ ਹੀ ਭੰਡੀ ਪ੍ਰਚਾਰ ਕਰਨ ਤੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਆਪਣੇ ਇਤਿਹਾਸ ਦਾ ਗਿਆਨ ਨਹੀਂ ਬਿਲਕੁਲ ਸਹੀ ਹੈ ਤਾਂ ਗੌਰਵਮਈ ਇਤਿਹਾਸ ਸਾਡਾ ਸਾਡੇ ਵੱਡੇ ਵਡੇਰਿਆਂ ਦਾ ਜਿਨ੍ਹਾਂ ਦੀ ਕੁਰਬਾਨੀ ਬਤੌਰ ਅਸੀਂ ਅੱਜ ਇੱਥੇ ਬੈਠੇ ਹਾਂ ਸਿਰ ਤੇ ਛੱਤ ਹੈ ਚੰਗੀ ਖੁਰਾਕ ਹੈ ਖਾਣ ਪੀਣ ਹੈ ਉਹਨਾਂ ਦਾ ਸਾਨੂੰ ਅਹਿਸਾਨ ਮੰਨਣਾ ਚਾਹੀਦਾ ਕਿ ਉਹਨਾਂ ਦੇ ਕਰਕੇ ਹੀ ਅੱਜ ਇਹ ਸਾਰੇ ਰਾਜ ਭਾਗ ਮਿਲਦੇ ਪਏ ਨੇ
ਸੋ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਾਂਗੀ, ਕਿਉਂਕਿ ਪਾਕਿਸਤਾਨ ਦੀ ਜਿਹੜੇ ਹਾਲਾਤ 47 ਵਿੱਚ ਗਏ ਸਨ, 84 ਆਈ, 84 ਦਾ ਦਰਦ ਵੀ ਸਾਰਿਆਂ ਨੂੰ ਪਤਾ ਹੈ। ਜਿਨ੍ਹਾਂ ਨੇ 47 ਦਾ ਦਰਦ ਹੰਢਾਇਆ, ਉਹਨਾਂ ਦੇ ਨਾਲ ਵੀ ਗੱਲ ਕਰਕੇ ਦੇਖੀਏ, ਲਹੂ ਦੇ ਹੰਝੂ ਰੋਂਦੇ ਨੇ ਤੇ ਆਪਣੀ ਮਿੱਟੀ ਨੂੰ, ਆਪਣੇ ਵਤਨ ਨੂੰ ਯਾਦ ਕਰਦੇ ਨੇ। ਜਿਨ੍ਹਾਂ ਨੇ ਅਫਗਾਨਿਸਤਾਨ ਛੱਡਿਆ, ਉਹ ਵੀ ਆਪਣੀ ਸਰਜ਼ਮੀਨ ਨੂੰ ਯਾਦ ਕਰਦੇ ਨੇ, ਵਿਲਪਦੇ ਨੇ, ਪਰ ਵਾਪਸ ਮੁੜ ਪਿੱਛੇ ਜਾਣ ਦਾ ਕੋਈ ਰਾਹ, ਹੀਲਾ, ਕੋਈ ਰਸਤਾ ਹੀ ਨਹੀਂ ਹੈ। ਪਰ ਏਦਾਂ ਕੋ ਕਰ ਸਕਦੇ ਨੇ ਕਿ ਜਿਹੜੇ ਜਿੱਥੋਂ ਨਿਕਲ ਚੁੱਕੇ ਨੇ, ਉਹ ਜਿੱਥੇ ਵੀ ਵਸਣ, ਖੁਸ਼ਹਾਲ ਵਸਣ, ਠੀਕ ਰਹਿਣ, ਤੇ ਉਹਨਾਂ ਦੇ ਵੱਡੇ ਵਡੇਰਿਆਂ ਤੇ ਕੋਈ ਐਸੀ ਆਂਚ ਕੋਈ ਨਾ ਇਹੋ ਜਿਹੀ ਅਪਸ਼ਬਦ ਬੋਲ ਕੇ ਉਹਨਾਂ ਦਾ ਕੋਈ ਨਿਰਾਦਰ ਨਾ ਕਰੇ। ਸੋ ਬੀਬੀ ਜੀ, ਮੈਂ ਆਪ ਜੀ ਦਾ ਬਹੁਤ ਬਹੁਤ ਰਹਿਣੀ ਹੈ ਧੰਨਵਾਦ ਕਰਦੀ ਹਾਂ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਬਖਸ਼ਿਸ਼ ਕੀਤਾ, ਸਾਡੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ ਤੇ ਆਪਣੇ ਵਿਚਾਰ ਦੱਸੇ, ਆਪਣੀਆਂ ਸੇਵਾਵਾਂ ਜਿਹੜੀਆਂ ਆਪ ਜੀ ਕਰਦੇ ਹੋ ਉਹਦੇ ਬਾਰੇ ਦੱਸੀਆਂ। ਤੇ ਸ਼ਾਇਦ ਆਪ ਜੀ ਨੂੰ ਵੀ ਰਿਕੁਐਸਟ ਹੈ ਕਿ ਆਪ ਜੀ ਵੀ ਬੀਬੀ ਜਗੀਰ ਕੌਰ ਜੀ ਨੂੰ, ਸਤਿਕਾਰਯੋਗ ਬੀਬੀ ਜਗੀਰ ਕੌਰ ਜੀ ਨੂੰ ਇਹ ਬੇਨਤੀ ਕਰੋ ਕਿ ਆਉਣ ਵਾਲੇ ਸਮਿਆਂ ਵਿੱਚ ਬੀਬੀਆਂ ਨੂੰ ਵੀ ਸੇਵਾਵਾਂ ਦਾ ਮੌਕਾ ਦੇਣ, ਕਿ ਉਹ ਵੀ ਹਰਿਮੰਦਰ ਸਾਹਿਬ ਆਣ ਕੇ ਸੇਵਾਵਾਂ ਵਿੱਚ ਆਪਣਾ ਹਿੱਸਾ ਪਾਉਣ ਯੋਗ, ਕਿਉਂਕਿ ਅੱਜ ਬੀਬੀਆਂ ਨੇ ਕਲਾਸੀਕਲ ਕੀਰਤਨ ਦੀ ਸਿਖਲਾਈ ਲਈ ਲੈ ਲਈਏ, ਜਿਹੜੇ ਰਾਗ ਦੇ ਵਿੱਚ ਰਾਗ ਲਿਖਿਆ ਹੋਇਆ, ਉਸੇ ਰਾਗ ਦੇ ਵਿੱਚ, ਪੜਤਾਲਾਂ ਵਿੱਚ, ਰਾਗਾਂ ਵਿੱਚ ਉਹ ਕੀਰਤਨ ਕਰ ਲੈਂਦੀਆਂ ਨੇ। ਉਹਨਾਂ ਨੂੰ ਵੀ ਮੌਕਾ ਦਿਓ ਕਿ ਆਉਣ ਵਾਲੀ ਬੀਬੀਆਂ ਵੀ ਸਰ ਉੱਚਾ ਕਰਕੇ ਆਪਣੇ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਪਾਠ, ਗੁਰੂ ਰਾਮਦਾਸ ਜੀ ਪਾਠ ਬੈਠ ਕੇ ਉਹਨਾਂ ਦਾ ਕੋਲ ਕੀਰਤਨ ਕਰ ਸਕਣ। ਉਹਨਾਂ ਹਰ ਇੱਕ ਦੇ ਮਨ ਵਿੱਚ ਚਾਹ ਹੁੰਦੀ ਕਿ ਮੈਂ ਜੇ ਆਈਆਂ ਇਸ ਸੰਸਾਰ ਦੇ ਵਿੱਚ ਤਾਂ ਮੈਨੂੰ ਵੀ ਗੁਰੂ ਰਾਮਦਾਸ ਜੀ ਦੀ ਨਗਰੀ 'ਚ, ਗੁਰੂ ਰਾਮਦਾਸ ਜੀ ਦੇ ਚਰਨਾਂ ਕੋਲ ਬੈਠਣ ਸੁਭਾਗ ਸਮਾਂ ਪ੍ਰਾਪਤ ਮਿਲੇ। ਕਿਉਂਕਿ ਔਰਤ ਆਪਣੇ ਆਪ ਨੂੰ ਟੈਂਦੀ ਕਲਾ ਵੱਲ ਨਾ ਲੈ ਕੇ ਜਾਵੇ, ਆਪਣੇ ਆਪ ਨਾਲ ਨਫ਼ਰਤ ਨਾ ਕਰੇ ਕਿ ਮੈਂ ਇੱਕ ਔਰਤ ਹਾਂ ਤਾਂ ਮੈਂ ਇਸ ਕਰਕੇ ਕੀਰਤਨ ਨਹੀਂ ਕਰ ਸਕਦੀ ਤੇ ਮੇਰੇ ਵੀਰ ਕੀਰਤਨ ਕਰ ਸਕਦੇ ਨੇ। ਔਰਤਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ, ਉਹਨਾਂ ਦਾ ਵੀ ਜੀਵਨ ਸਫਲਾ ਹੋਣਾ ਚਾਹੀਦਾ। ਸੋ ਮੈਂ ਇੱਕ ਵਾਰ ਫੇਰ ਬੀਬੀ ਕਿਰਨਜੋਤ ਕੌਰ ਜੀ ਦਾ ਬਹੁਤ ਰਹਿਣੀ ਸਤਿਕਾਰ ਕਰਦੀ ਹਾਂ, ਨਿੱਘਾ ਸਵਾਗਤ ਕਰਦੀ ਹਾਂ। ਬਹੁਤ ਬਹੁਤ ਧੰਨਵਾਦ ਬੀਬੀ ਜੀ, ਬੀਬੀ ਕਿਰਨਜੀਤ ਕੌਰ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਹਾਡਾ ਧੰਨਵਾਦ ਮੈਨੂੰ ਇਸ ਸ਼ੋਅ ਤੇ ਲਿਆਉਣ ਲਈ, ਤੇ ਨਾਲ ਮੈਂ ਇਹ ਵੀ ਬੇਨਤੀ ਕਰਾਂਗੀ, ਮੈਂ ਤਾਂ ਜ਼ਰੂਰ ਲਿਖਾਂਗੀ ਪਰ ਮੇਰੀ ਸਪੋਰਟ ਦੇ ਵਿੱਚ ਜੇ ਤੁਸੀਂ ਸਹਿਮਤ ਹੋ ਤੇ ਮੈਨੂੰ ਇਸ ਬਾਰੇ ਵੀ ਮੈਸੇजेस ਜਾਂ ਈਮੇਲਸ ਆਉਣ, ਤੇ ਉਹਦੇ ਨਾਲ ਮੇਰੀ ਗੱਲ ਦੇ ਵਿੱਚ ਵੀ ਵਜ਼ਨ ਆਉਂਦਾ ਹੈ ਕਿ ਸੰਗਤ ਇਹ ਚਾਹੁੰਦੀ ਹੈ, ਕਿਉਂਕਿ ਸੰਗਤ ਦੀ ਆਵਾਜ਼ ਇੱਕ ਵਿਅਕਤੀਗਤ ਆਵਾਜ਼ ਨਾਲੋਂ ਬਹੁਤ ਜ਼ਿਆਦਾ ਬੁਲੰਦ ਹੁੰਦੀ ਹੈ। ਬਿਲਕੁਲ। ਸਹਿਯੋਗ ਕਰੋ, ਵਾਹਿਗੁਰੂ ਮਿਹਰ ਕਰੇਗਾ ਤੇ ਬੀਬੀਆਂ ਨੂੰ ਵੀ ਇਹ ਜਿਹੜਾ ਮੌਕਾ ਹੈ ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਮਿਲੇਗਾ। ਜ਼ਰੂਰ, ਬਿਲਕੁਲ। ਜਿੱਥੇ ਜਿੱਥੇ ਤੱਕ ਪੰਜਾਬੀ ਵਿਰਾਸਤ ਦੇ ਥਰੂ ਬੀਬੀ ਕਿਰਨਜੋਤ ਕੌਰ ਜੀ ਦੀ ਆਵਾਜ਼ ਜਾ ਰਹੀ ਹੈ, ਦਾਸ ਚਰਨਜੀਤ ਕੌਰ ਜੀ ਦੀ ਆਵਾਜ਼ ਜਾ ਰਹੀ ਹੈ, ਆਪ ਜੀ ਸੁਣਨਾ ਚਾਹੁੰਦੇ, ਆਪ ਜੀ ਅਗਰ ਮਨ ਵਿੱਚ ਤੁਹਾਡੇ ਇਹ ਫੁਰਨਾ ਕਿ ਗੋਬਿੰਦ ਮਿਲਣ ਕੀ ਇਹੀ ਤੇਰੀ ਬਰਿਆ, ਇਹੀ ਵਾਰੀ ਹੈ ਕਿ ਉਸ ਗੋਬਿੰਦ ਦੇ ਚਰਨਾਂ ਨੂੰ ਪਰਸਿਆ ਜਾਵੇ। ਗੁਰੂ ਦੇ ਚਰਨਾਂ ਤਾਂ ਮਨ ਰਾਹੀਂ ਮਨ ਦੀ ਅਵਸਥਾ ਹੁੰਦੀ ਹੈ, ਪਰ ਜੇ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਸਵਾਸਾਂ ਦੀ ਪੂੰਜੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਰਨਾ ਹੈ, ਆਪਣੇ ਆਪ ਨੂੰ ਉਸ ਯੋਗਿਓ ਬਣਾ ਲਓ ਅਤੇ ਨਾਲ ਬੀਬੀ ਜੀ ਦਾ ਸਪੋਰਟ ਕਰੋ। ਇਹਨਾਂ ਦਾ ਈਮੇਲ ਐਡਰੈਸ ਤੁਹਾਨੂੰ ਗੂਗਲ ਤੇ ਮਿਲ ਜਾਏਗਾ, ਆਪ ਜੀ ਈਮੇਲ ਕਰੋ, ਸਪੋਰਟ ਕਰੋ। ਵੱਧ ਤੋਂ ਵੱਧ ਔਰਤਾਂ ਇਹਨਾਂ ਦੇ ਨਾਲ ਆਪਣੀ ਆਵਾਜ਼ ਦੇ ਨਾਲ ਆਵਾਜ਼ ਰਲਾਓ ਤਾਂ ਕਿ ਆਪ ਜੀ ਨੂੰ ਦੀ ਆਵਾਜ਼ ਬੀਬੀ ਜਗੀਰ ਕੌਰ ਜੀ ਕੋਲ ਪਹੁੰਚ ਜਾਵੇ ਤੇ ਆਪ ਜੀ ਵੀ ਮਰਨ ਤੋਂ ਪਹਿਲਾਂ, ਸਵਾਸਾਂ ਦੀ ਪੂੰਜੀ ਤਿਆਗਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਚਰਨ ਪਰਸ ਕੇ, ਮੈਂ ਤਾਂ ਕਹਾਂਗੀ ਕਿ ਜੇ ਮੇਰੇ ਵਰਗੀ ਅਣਜਾਣ ਇੱਕ ਨਿਮਾ ਕੀੜੇ ਨੂੰ ਵੀ ਇਹੋ ਜਿਹੀ ਸੇਵਾ ਮਿਲ ਜਾਵੇ ਤਾਂ ਸਾਡੇ ਭਾਗ ਵਧੇਰੇ ਚੰਗੇ ਹੋ ਜਾਣਗੇ। ਸਾਨੂੰ ਆਪਣੀ ਜ਼ਿੰਦਗੀ ਤੇ ਇਹ ਹਮੇਸ਼ਾ ਕੋਸਣਾ ਨਹੀਂ ਪਏਗਾ ਕਿ ਮੈਂ ਇੱਕ ਔਰਤ ਹੋਣ ਕਰਕੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਨਹੀਂ ਬੈਠ ਸਕੀ। ਉਹ ਕਿਵੇਂ ਹੋਏਗਾ? ਆਪਣੇ ਹੱਕ ਲਈ ਆਵਾਜ਼ ਉਠਾਓ। ਨਹੀਂ ਕਹਿੰਦੇ ਕਿ ਤੁਸੀਂ ਕਿਸੇ ਨੂੰ ਭਲਾ ਬੁਰਾ ਮੰਦਾ ਆਖੋ, ਪਰ ਸਹਿਯੋਗ ਦੇਣਾ ਤੁਹਾਡਾ ਕੰਮ ਹੈ। ਆਵਾਜ਼ ਉਠਾਣੀ ਬੀਬੀ ਕਿਰਨਜੋਤ ਕੌਰ ਜੀ ਦੀ, ਇਹਨਾਂ ਦੀਆਂ ਬਾਵਾਂ ਬਣ ਜਾਓ, ਇਹਨਾਂ ਦੇ ਨਾਲ ਆਪਣੀ ਆਵਾਜ਼ ਰਲਾ ਲਓ। ਵਕਤ ਸਮਾਂ ਆਏਗਾ ਜਿੱਥੇ ਬੀਬੀਆਂ ਵੀ ਗੁਰੂ ਰਾਮਦਾਸ ਜੀ ਦੇ ਚਰਨ ਪਰਸਣਗੀਆਂ, ਗੁਰੂ ਰਾਮਦਾਸ ਜੀ ਦੀ ਖੁਸ਼ੀ ਦੇ ਪਾਤਰ ਬਣ ਸਕਣਗੀਆਂ। ਗੁਰੂ ਨਾਨਕ ਦੇ ਘਰ ਵਿੱਚ 550 ਸਾਲ ਪਹਿਲਾਂ ਇਸ ਵਿਤਕਰੇ ਨੂੰ ਖਤਮ ਕੀਤਾ ਗਿਆ ਸੀਗਾ, ਪਰ ਉਹ ਸਮਾਂ ਹੋਰ ਸੀ। ਅੱਜ ਸਮਾਂ ਥੋੜਾ ਹੋਰ ਐਡਵਾਂਸ ਹੋ ਗਿਆ। ਆਵਾਜ਼ ਉਠਾਓਗੇ,
ਹੱਕਾਂ ਦੀ ਪ੍ਰਾਪਤੀ ਹੋਏਗੀ। ਮੈਂ ਬੀਬੀ ਕਿਰਨਜੋਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ, ਸਤਿਕਾਰ ਤੇ ਇਹਨਾਂ ਦੀ ਜਿਹੜੀਆਂ ਸੇਵਾਵਾਂ ਨੇ, ਇਹਨਾਂ ਤੋਂ ਵੀ ਸਾਨੂੰ ਕਾਫ਼ੀ ਕੁਝ ਸਿੱਖਣਾ ਪੈਂਦਾ ਹੈ ਤੇ ਸਿੱਖਣਾ ਚਾਹੀਦਾ ਵੀ ਹੈਗਾ ਜੀ। ਇਹ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਪੋਸਟ ਤੇ ਐਜ਼ ਏ ਸੇਵਾਦਾਰ ਨੇ, ਅੰਮ੍ਰਿਤਸਰ ਵਿਦਿਆਲੇ ਦੀ ਡਾਇਰੈਕਟਰ ਰਹਿ ਚੁੱਕੇ ਨੇ, ਸੇਵਾ ਕਰਦੇ ਨੇ, ਬੱਚਿਆਂ ਨੂੰ ਤਿਆਰ ਕਰਦੇ ਨੇ, ਤਾਂ ਫਿਰ ਅਸੀਂ ਕਿਉਂ ਨਹੀਂ? ਬਹੁਤ ਵੱਡਾ ਸਵਾਲ ਸਾਡੇ ਆਪਣੇ ਤੇ ਵੀ ਉੱਠਦਾ ਹੈ। ਸੋ ਇਹਨਾਂ ਦਾ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਲਈ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਆਪ ਜੀ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਦੱਸ ਦੇਣਾ ਕਿੱਥੇ ਪ੍ਰੋਗਰਾਮ ਨੂੰ ਅਸੀਂ ਹੋਰ ਚੰਗਾ ਵਧੇਰਾ ਆਪ ਜੀ ਦੇ ਸਾਹਮਣੇ ਪੇਸ਼ ਕਰ ਸਕਦੇ ਹਾਂ, ਕਿੱਥੇ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਣਾ, ਤਾਂ ਕਿ ਆਪਣੇ ਪ੍ਰੋਗਰਾਮਾਂ ਵਿੱਚ ਆਪਣੇ ਅਲਫਾਜ਼ਾਂ ਦੇ ਵਿੱਚ ਹੋਰ ਨਿਖਾਰ ਕਰਕੇ ਆਪ ਜੀ ਦੇ ਸਾਹਮਣੇ ਰੱਖ ਸਕੀਏ, ਗੁਰੂ ਦੇ ਸਿਧਾਂਤ ਨੂੰ ਫੋਲੋ ਕਰ ਸਕੀਏ, ਗੁਰੂ ਦੀ ਗੱਲ ਤੇ ਹੱਕ ਤੇ ਸੱਚ ਦੀ ਗੱਲ ਆਪ ਸੰਗਤ ਦੇ ਸਾਹਮਣੇ, ਆਪ ਜੀ ਦੇ ਸਵਾਲ ਆਪ ਜੀ ਦੇ ਹੀ ਗੱਲਾਂ ਆਪ ਜੀ ਕੋਲ ਰੱਖ ਸਕੀਏ। ਸੋ ਧੰਨਵਾਦ ਸਭ ਦਾ। ਆਓ ਭੈਣ ਜੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।